ਜਿਹੜੀ ਸਭ ਤੋਂ ਕਾਮਨ ਬਿਮਾਰੀਆਂ ਜਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਕਰਕੇ ਇਨਸਾਨ ਆਪਣੀ ਜਾਨ ਤੱਕ ਗਵਾ ਜਾਂਦੇ ਨੇ, ਜਿਨ੍ਹਾਂ ਕਰਕੇ ਇਨਸਾਨ ਦਾ ਘਰ-ਬਾਰ ਵਿਕਣ ਤੋਂ ਬਾਅਦ ਵੀ ਕਰਜ਼ੇ 'ਚ ਆ ਜਾਂਦਾ ਹੈ, ਉਸ ਤੋਂ ਬਾਅਦ ਵੀ ਜਿਹੜਾ ਉਹ ਇਨਸਾਨ ਨੂੰ ਆਪਣਿਆਂ ਨੂੰ ਬਚਾ ਨਹੀਂ ਪਾਉਂਦਾ। ਕਿਡਨੀ ਫੇਲ ਹੋ ਕੇ ਜਿਹੜੇ ਬੰਦੇ ਮਰ ਰਹੇ ਹੈ ਉਹਨਾਂ ਦੀ ਗਿਣਤੀ 3 ਲੱਖ ਹਰ ਸਾਲ ਹੈ। ਜੇ ਸੀਰਮ ਕ੍ਰੀਏਟਿਨਿਨ ਵਧਣਾ ਸ਼ੁਰੂ ਹੋ ਗਿਆ, ਬਲੱਡ ਯੂਰੀਆ ਵਧਣਾ ਸ਼ੁਰੂ ਹੋ ਗਿਆ, ਦੈਟ ਮੀਨਸ ਕਿ 50% ਦੋਨੇ ਕਿਡਨੀਆਂ ਖਰਾਬ ਹੋ ਚੁੱਕੀਆਂ ਨੇ। ਲੇਕਿਨ ਜਿਹੜਾ ਇਹ ਦੂਜਾ ਕੰਮ ਹੈ ਕੈਮੀਕਲ ਵਾਲਾ, ਜਿਹੜਾ ਸਾਡੇ ਅੰਦਰ ਜ਼ਹਿਰਾਂ ਵਾਲਾ, ਇਹ ਬੜਾ ਤਿੱਖਾ ਹੈ ਤੇ ਇਹ ਅਲਟੀਮੇਟਲੀ ਇਹਦਾ ਕੋਈ ਹੱਲ ਹੈ ਨਹੀਂਗਾ। ਜਿਹੜਾ ਮਾਡਰਨ ਮੈਡੀਕਲ ਸਿਸਟਮ ਹੈ, ਐਲੋਪੈਥਿਕ ਸਿਸਟਮ ਹੈ, ਇਹਦੇ ਕੋਲ ਇਹਦਾ ਕੋਈ ਹੱਲ ਨਹੀਂ। ਤੁਹਾਡੀ ਕਿਡਨੀ ਖਰਾਬ ਹੋ ਗਈ, ਅਸੀਂ ਤੁਹਾਨੂੰ ਜਾਓ ਲੋਹੇ ਦੀ ਕਿਡਨੀ ਨਕਲੀ ਕਿਡਨੀ ਹੈ, ਉੱਥੋਂ ਜਾ ਕੇ ਕਿਡਨੀ ਦਾ ਕੰਮ ਕਰਾਇਆ ਕਰੋ, ਹਫ਼ਤੇ 2 ਵਾਰੀ ਜਾਇਆ ਕਰੋ, ਉੱਥੇ ਜਾ ਕੇ ਆਪਣਾ ਡਾਇਲਸਿਸ ਕਰਾਇਆ ਕਰੋ ਤੇ ਕੰਮ ਆਪਣਾ ਜ਼ਿੰਦਗੀ ਜੀਓ। ਮੇਰੇ ਅੰਦਰ ਅਗਰ ਕੋਈ ਕਿਸੇ ਹੋਰ ਬੰਦੇ ਦਾ ਅੰਗ ਪੈ ਗਿਆ ਤਾਂ ਉਹ ਕੁਦਰਤ, ਮੇਰੇ ਸਰੀਰ ਨੇ ਉਹਨੂੰ ਕੁਦਰਤੀ ਨਹੀਂ ਮੰਨਣਾ, ਉਹਨੂੰ ਕੁਦਰਤੀ ਨਹੀਂ ਮੰਨਦੀ, ਉਹ ਸਿਰਫ ਆਪਣੇ ਅੰਗਾਂ ਨੂੰ ਕੁਦਰਤੀ ਮੰਨਦੀ ਹੈ। ਲੇਕਿਨ ਉਹ ਧੱਕੇ ਧੁੱਕੇ ਨਾਲ ਕਈ ਵਾਰੀ ਚੱਲ ਜਾਂਦੀ, 2 ਸਾਲ 3 ਸਾਲ 4 ਸਾਲ 5 ਸਾਲ, ਵੱਧ ਕਿਸੇ ਦੀ 10 ਸਾਲ, ਇੱਦਾਂ ਦਾ ਕੰਮ ਹੈ। ਇਹ ਹੈ ਜਿਹੜਾ ਵਰਤਾਰਾ। ਤੋ ਇਸ ਕਰਕੇ ਇਹ ਕੋਈ ਰਸਤਾ ਬਹੁਤ ਵਧੀਆ ਨਹੀਂ ਹੈ। ਆਪਣੀ ਵੀ ਬਹੁਤ ਚੰਗਾ, ਮਹਿੰਗਾ ਬਹੁਤ ਹੈ, ਕਵਾੜਾ ਹੋ ਜਾਂਦਾ ਹੈ ਉਸ ਪਰਿਵਾਰ ਦਾ, ਕਹਾਣ ਹੋ ਜਾਂਦਾ। ਉਹਦੀ ਵਿਚਾਰੇ ਕੋਈ ਜ਼ਮੀਨ ਵੇਚ ਕੇ ਕਰੂਗਾ, ਕੋਈ ਸੋਨਾ ਵੇਚ ਕੇ ਕਰੂਗਾ, ਕੋਈ ਲੋਨ ਚੱਕ ਕੇ ਕਰੂਗਾ, ਪਤਾ ਨਹੀਂ ਕਿਆ ਵਿਚਾਰੇ ਪਾਪੜ ਵੇਲਦੇ ਫਿਰਦੇ ਆਪਣੇ ਜੀਅ ਨੂੰ ਬਚਾਉਣ ਲਈ। ਉਹ ਸਾਰਾ ਕਿਤੇ ਨਾ ਬਹੁਤ ਹੀ ਤਬਾਹੀ ਵਾਲਾ ਵਰਤਾਰਾ, ਜਿਹਦੇ ਅੰਦਰ ਆਰਥਿਕਤਾ ਵੀ ਤਬਾਹ ਹੁੰਦੀ ਹੈ, ਪਰਿਵਾਰ ਸਮਾਜਿਕ ਤੌਰ 'ਤੇ ਵੀ ਇੱਕ ਜੀਅ ਨੂੰ ਸਾਂਭਣ 'ਚ ਲੱਗਿਆ ਰਹਿੰਦਾ, ਬਾਕੀ ਸਾਰਾ ਕੁਝ ਰੁਲ ਰਲ ਜਾਂਦਾ। ਬੱਚਿਆਂ ਦੀ ਪੜ੍ਹਾਈ ਗਈ, ਕਿਸੇ ਨੇ ਨੌਜਵਾਨ ਨੇ ਕੋਈ ਰੁਜ਼ਗਾਰ ਜਾਣਾ ਸੀਗਾ, ਕਿਸੇ ਨੇ ਕੋਈ ਹੋਰ ਕੰਮ ਕਰਨਾ ਸੀਗਾ, ਕੋਈ ਕ੍ਰੀਏਟੀਵਿਟੀ ਕਰਨੀ ਸੀ, ਕੁਛ ਵੀ ਨਹੀਂ ਸਾਰਾ। ਤਾਂ ਇੱਕ ਅਜੀਬ ਕਿਸਮ ਦਾ ਜਿਹੜਾ ਫੈਮਿਲੀ ਦੇ ਅੰਦਰ ਮਾਹੌਲ ਬਣ ਜਾਂਦਾ। ਆਫਟਰ ਇੰਨਾ ਜਿਹੜਾ ਮਹਾਂਮਾਰੀ ਦੀ ਸ਼ਕਲ ਲੈ ਰਹੀ ਹੈ ਬਿਮਾਰੀ, ਇਹ ਕਿਉਂ ਲੈ ਰਹੀ ਹੈ? ਇਹ ਜੇ ਕਿਤੇ ਆ ਗਈ ਸਾਡੇ ਕਿਸੇ ਪਰਿਵਾਰ 'ਚ, ਜਦੋਂ ਸਾਡੇ 'ਚ ਆ ਜਾਂਦੀ ਹੈ ਤਾਂ ਫਿਰ ਉਹਦਾ ਹੱਲ ਕੋਈ ਹੋਰ ਲੱਭੀਏ ਆਪਾਂ ਸਸਤਾ। ਤੇ ਜੇ ਉਹ ਸਸਤਾ ਹੱਲ ਜਿਹੜਾ ਹੈਗਾ ਉਹਨੂੰ ਫਿਰ ਆਪਾਂ ਪਪੂਲਰਾਈਜ਼ ਕਰੀਏ, ਕਿਉਂਕਿ ਜਿਹੜਾ ਅਜੇ ਤੱਕ ਪਪੂਲਰ ਤਰੀਕਾ ਉਹ ਇਹੀ ਹੈ। ਬਲਾਕ ਪੱਧਰ ਤੱਕ ਵੀ ਮਤਲਬ ਇੰਨੀ ਮੰਗ ਹੈ ਕਿ ਹੁਣ ਡਾਇਲਸਿਸ ਉਹ 100 ਕਿਲੋਮੀਟਰ ਜਾ ਕੇ 60 ਕਿਲੋਮੀਟਰ ਜਾ ਕੇ ਕਰਾਉਣਾ ਪੈਂਦਾ। ਉਹ ਜਿੰਨੇ ਪੈਸੇ ਉੱਥੇ ਡਾਇਲਸਿਸ ਕਰਾਉਣ 'ਚ ਲੱਗਦੇ ਆ, ਉਨੇ ਪੈਸੇ ਨਾਲ ਲਿਜਾਣ 'ਚ ਲੱਗਦੇ ਆ, ਅਤੇ ਹਫ਼ਤੇ 2 ਵਾਰੀ ਜਾਣਾ। ਹਿਸਾਬ ਲਾ ਲਓ ਤੁਸੀਂ ਪਰਿਵਾਰ ਦਾ ਕਿੱਥੇ ਘਾਣ ਕਿਵੇਂ ਹੋਊਗਾ। ਅਫਰੀਕਨ ਕੰਟਰੀ ਵੀ ਹੈ ਜਿਹਨੇ ਜਿੱਥੇ ਬਹੁਤ ਜ਼ਿਆਦਾ ਡਾਇਲਸਿਸ ਕਰਾ ਰਹੇ ਨੇ, ਬਹੁਤ ਜ਼ਿਆਦਾ ਕਿਡਨੀਆਂ ਖਰਾਬ। ਕਿਡਨੀ ਜਿਹੜੀ ਹੈ ਉਹ ਤੁਸੀਂ ਦੱਸਿਆ ਵੀ 50% ਤੱਕ ਜਦੋਂ ਕਿਡਨੀ ਜਿਹੜੀ ਹੈ ਉਹ ਖਰਾਬ ਹੋ ਜਾਂਦੀ, ਜਦੋਂ ਉਦੋਂ ਪਹਿਲਾਂ ਪਤਾ ਹੀ ਨਹੀਂ ਚੱਲਦਾ, ਪਰ ਸਿੰਪਟਮ ਜ਼ਰੂਰ ਦਿੰਦੀ ਹੋਣੀ ਵੀ ਕੁਛ ਨਾ ਕੁਛ ਸਿੰਪਟਮ ਜ਼ਰੂਰ ਆਉਂਦੇ ਹੋਣੇ। ਇਹ ਨਹੀਂ ਹੋ ਸਕਦਾ ਕੁਦਰਤ ਕੁਛ ਆਪਾਂ ਨੂੰ ਇਸ਼ਾਰਾ ਨਾ ਦੇਵੇ ਵੀ ਭਾਈ ਹਲੇ ਵੀ ਬੱਚੇ ਬਚ ਜਾ, ਤੇਰੇ ਅੱਗੇ ਚੱਲ ਕੇ ਤੇਰਾ ਕੰਮ ਖਰਾਬ ਹੋਣ ਵਾਲਾ। ਇਹ ਤਾਂ ਆਪਾਂ ਮੂਰਖ ਹਾਂ ਜਿਹੜਾ ਆਪਾਂ ਨੂੰ ਪਤਾ ਨਹੀਂ ਲੱਗਦਾ। ਕੁਛ ਸਿੰਪਟਮ ਆਉਂਦੇ ਉਹ ਕਹਾਂਗਾ ਮੈਨੂੰ ਇੱਥੇ, ਕਿਉਂਕਿ ਹੋ ਸਕਦਾ ਦਰਸ਼ਕਾਂ ਦੇ ਮਨ 'ਚ ਵੀ ਸਵਾਲ ਹੋਵੇ ਕਿੰਨੇ ਕੁ % ਕੁਛ ਆਈਡੀਆ ਹੈ, ਕਿਉਂਕਿ ਤੁਹਾਡੇ ਕੋਲ ਤਾਂ ਲੰਮਾ ਤਜਰਬਾ, 50 ਸਾਲ ਦਾ ਤੁਹਾਡੇ ਕੋਲ ਤਜਰਬਾ ਹੈਗਾ ਡਾਕਟਰੀ ਲਾਈਨ ਦਾ। ਕਿੰਨੇ ਕੁ % ਕਿਡਨੀ ਜਿਹੜੀ ਆ ਅੰਦਰੋਂ ਡੈਮੇਜ ਹੋਣੀ ਸ਼ੁਰੂ ਹੋ ਗਈ ਹੁੰਦੀ ਹੈ ਜਦੋਂ ਉਹ ਯੂਰਿਕ ਐਸਿਡ ਬਣਨਾ ਸ਼ੁਰੂ ਹੁੰਦਾ? ਸਰੀਰ ਕੋਲ ਇਹੋ ਜਿਹਾ ਕੋਈ ਸਟੋਰ ਨਹੀਂ ਹੈ ਕਿ ਉਹ ਜ਼ਹਿਰਾਂ ਨੂੰ ਜਾ ਕੇ ਕਿਸੇ ਖੂੰਜੇ 'ਚ ਲਾ ਦੇਵੇ ਤਾਂ ਤੁਹਾਨੂੰ ਨੁਕਸਾਨ ਨਾ ਹੋਣ ਦੇਵੇ। ਫਿਰ ਜੇ ਉਹ ਜ਼ਹਿਰ ਤੁਹਾਡੇ ਅੰਦਰ ਹੈਗੇ ਆ, ਮੰਨ ਲਓ ਤੁਹਾਡੇ ਅੰਦਰ ਗਿਆ ਤਾਂ 50 ਯੂਨਿਟ, ਤੁਹਾਡੇ ਸਰੀਰ ਨੇ ਬਾਹਰ ਕੱਢਿਆ 30 ਯੂਨਿਟ, ਉਹ 20 ਯੂਨਿਟ ਰਹਿ ਗਿਆ ਅੰਦਰ। ਅਗਲੇ ਦਿਨ ਫਿਰ ਉਹੀ ਵਾਪਰਿਆ, ਫਿਰ 20 ਯੂਨਿਟ ਅੰਦਰ, ਅਗਲੇ ਦਿਨ ਫਿਰ ਉਹੀ ਵਾਪਰਿਆ। ਕੀ ਹੋਊਗਾ? ਤੁਹਾਡੇ ਜਿਵੇਂ ਪੌੜੀਆਂ ਚੜ੍ਹ ਰਹੇ ਹੋ, ਤੁਸੀਂ ਜ਼ਹਿਰ ਦੀਆਂ ਪੌੜੀਆਂ ਚੜ੍ਹ ਰਹੇ ਹੋ, ਇੱਕ ਸਟੇਜ ਆਏਗੀ ਜਿੱਥੇ ਤੁਸੀਂ ਬਹੁਤ ਗ੍ਰੋਸਲੀ ਬਿਮਾਰ ਹੋ ਜਾਓਗੇ। ਸੋ ਪੰਜਾਬ ਇਸ ਵੇਲੇ ਜਿਹੜਾ ਮਤਲਬ ਤਬਾਹੀ ਦੇ ਕਗਾਰ 'ਤੇ ਬੈਠਾ, ਅਤੇ ਉਹਦੇ ਗੁਰਦਿਆਂ ਦਾ ਜਿਹੜਾ ਵੱਡੇ ਪੱਧਰ 'ਤੇ ਫੇਲ ਹੋਣਾ ਉਸ ਤਬਾਹੀ ਦਾ ਇੱਕ ਅਲਾਮਤ ਹੈ। ਸਤਿ ਸ਼੍ਰੀ ਅਕਾਲ ਜੀ, ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ, ਅਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਆਪਣਾ ਡਾਕਟਰ ਆਪ ਬਣੋ ਐਪੀਸੋਡ ਨੰਬਰ ਯਾਨੀ ਲੜੀਵਾਰ ਨੰਬਰ 23। ਅੱਜ ਦੇ ਇਸ ਲੜੀਵਾਰ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜਿਹੜੀ ਸਭ ਤੋਂ ਕਾਮਨ ਬਿਮਾਰੀਆਂ ਜਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਕਰਕੇ ਇਨਸਾਨ ਆਪਣੀ ਜਾਨ ਤੱਕ ਗਵਾ ਜਾਂਦੇ ਨੇ, ਜਿਨ੍ਹਾਂ ਕਰਕੇ ਇਨਸਾਨ ਦਾ ਘਰ-ਬਾਰ ਵਿਕਣ ਤੋਂ ਬਾਅਦ ਵੀ ਕਰਜ਼ੇ 'ਚ ਆ ਜਾਂਦਾ, ਉਸ ਤੋਂ ਬਾਅਦ ਵੀ ਜਿਹੜਾ ਉਹ ਇਨਸਾਨ ਨੂੰ ਆਪਣਿਆਂ ਨੂੰ ਬਚਾ ਨਹੀਂ ਪਾਉਂਦਾ। ਕਿਡਨੀ, ਗੁਰਦੇ ਅਤੇ ਲੀਵਰ ਯਾਨੀ ਜਿਗਰ, ਇਹ ਉਹ ਵਾਈਟਲ ਔਰਗਨ, ਇੱਕ ਅਹਿਮ ਅੰਗ ਨੇ ਸਰੀਰ ਦੇ ਜਿਹੜੇ ਕਿ ਜਿਨ੍ਹਾਂ ਤੋਂ ਬਿਨਾਂ ਜਿਹੜਾ ਇਨਸਾਨ ਸਰਵਾਈਵ ਨਹੀਂ ਕਰ ਸਕਦਾ, ਜਿੰਦਾ ਨਹੀਂ ਰਹਿ ਸਕਦਾ। ਅਤੇ ਇਹੀ ਉਹ ਅੰਗ ਨੇ ਜਿਹੜੇ ਕਿ ਸਭ ਤੋਂ ਵੱਧ ਇਸ ਵੇਲੇ ਖਰਾਬ ਹੋ ਰਹੇ ਨੇ। ਕੀ ਨੇ ਇਹਨਾਂ ਦੇ ਕਾਰਨ? ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਡਾਕਟਰ ਸਾਹਿਬ, ਕਿਡਨੀ ਅਤੇ ਲੀਵਰ ਦੀ ਗੱਲ ਕੀਤੀ ਆਪਾਂ ਪਹਿਲਾਂ, ਤੁਸੀਂ ਇਹਨਾਂ ਦੋਨਾਂ ਦੇ ਵਿੱਚੋਂ
ਪਹਿਲਾ ਨੰਬਰ ਕਿਹਨੂੰ ਦਵੋਗੇ? ਯਾਨੀ ਕਿ ਦੋਨੋਂ ਹੈ ਤਾਂ ਦੋਨੇ ਵਾਈਟਲ ਆਰਗਨ ਨੇ, ਪਰ ਪਹਿਲਾ ਨੰਬਰ ਯਾਨੀ ਕਿ ਜੇ ਆਪਾਂ ਦੇਖਿਆ ਜਾਵੇ ਵੀ ਜਿਹਦੇ ਬਿਨਾਂ ਸਰਦਾ ਹੀ ਨਹੀਂ ਹੈਗਾ, ਉਹ ਕਿਹਨੂੰ ਦਵੋਗੇ? ਤੇ ਆਪਾਂ ਉੱਥੋਂ ਸ਼ੁਰੂ ਕਰਦੇ। ਨਹੀਂ, ਕਿਡਨੀ ਤੇ ਲਿਵਰ ਸਰਦਾ ਤਾਂ ਦੋਨਾਂ ਬਣਾ ਹੀ ਨਹੀਂ ਹੈਗਾ, ਪਰ ਕਿਡਨੀ ਦੀ ਗੱਲ ਪਹਿਲਾਂ ਕਰਨੀ ਚਾਹੀਦੀ ਹੈ, ਕਿਉਂਕਿ ਇਸ ਵੇਲੇ ਜਿਹੜੀ ਐਪੀਡੈਮਿਕ ਫਾਰਮ ਹੈ, ਮਹਾਮਾਰੀ ਫੈਲ ਰਹੀ ਜਿਹੜੀ ਉਹ ਕਿਡਨੀ ਡਿਜ਼ੀਜ਼ ਦੀ ਫੈਲ ਰਹੀ ਹੈ। ਔਰ ਕੁਲਵੰਤ ਜੀ 3 ਲੱਖ ਬੰਦਾ ਹਿੰਦੁਸਤਾਨ 'ਚ ਹਰ ਸਾਲ ਮਰ ਰਿਹਾ ਕਰੋਨਿਕ ਕਿਡਨੀ ਡਿਜ਼ੀਜ਼ ਨਾਲ, ਜਿਹਦੇ ਕਿ ਕਿਡਨੀ ਫੇਲ ਹੋ ਰਹੀਆਂ ਨੇ। ਕਿਡਨੀ ਫੇਲ ਹੋ ਕੇ ਜਿਹੜੇ ਬੰਦੇ ਮਰ ਰਹੇ ਹੈ, ਉਹਨਾਂ ਦੀ ਗਿਣਤੀ 3 ਲੱਖ ਹਰ ਸਾਲ ਹੈ। ਉਹਦਾ ਮਤਲਬ ਹੈ ਕਿਉਂਕਿ ਕਰੋਨਿਕ ਡਿਜ਼ੀਜ਼ ਹੈ, ਜੇ 3 ਲੱਖ ਹਰ ਸਾਲ ਮਰ ਰਹੇ ਹੈ ਤਾਂ ਉਹਦੇ ਨਾਲ 10 ਤੋਂ ਲੈ ਕੇ 20 ਗੁਣਾ ਮਰੀਜ਼ ਹੈਗੇ ਆ, ਦਾ ਮਤਲਬ ਜਿਹੜੇ ਕਿ ਕਿਡਨੀ ਦੀ ਡਿਜ਼ੀਜ਼ ਦੇ ਪੇਸ਼ੈਂਟ ਨੇ। ਅਤੇ ਉਸ ਤੋਂ 10 ਗੁਣਾ ਲਾ ਲਓ ਜਿਹੜੇ ਕਿ ਉਸ ਰਾਹ ਪਏ ਹੋਏ ਹੈ, ਜਿਹੜੇ ਉੱਧਰ ਨੂੰ ਜਾ ਰਹੇ, ਕਿਉਂਕਿ ਕਿਡਨੀ ਕੋਈ 2-4 ਮਹੀਨਿਆਂ 'ਚ ਨਹੀਂ ਖਰਾਬ ਹੁੰਦੀ, ਇਹਦਾ ਸਾਲਾਂ 'ਚ ਦਹਾਕਿਆਂ 'ਚ ਜਾ ਕੇ ਖਰਾਬ ਹੁੰਦੀਆਂ ਨੇ। ਇਹਦਾ ਮਤਲਬ ਤੁਹਾਡੀ ਜਿਹੜੇ ਬੰਦੇ ਦੀ ਕਿਡਨੀ ਜਾ ਕੇ 40 ਸਾਲ 'ਚ ਖਰਾਬ ਹੋਣੀ ਸ਼ੁਰੂ ਹੋਈ ਹੈ, ਇਹਦਾ ਮਤਲਬ ਉਹਦੀ ਨੀਂਹ ਕਿਤੇ 20 ਸਾਲ 'ਚ ਰੱਖੀ ਗਈ ਸੀ, ਜਾਂ ਹੋ ਸਕਦਾ ਉਸ ਤੋਂ ਵੀ ਪਹਿਲਾਂ। ਉਹ ਹੁਣ ਨੀਂਹ ਜਿਹੜੀ ਹੈ ਉਹ ਦੇਖਣੀ ਬਹੁਤ ਜ਼ਰੂਰੀ ਹੈ। ਪਹਿਲੀ ਗੱਲ ਤਾਂ ਕਿ ਨੀਂਹ ਕਿੱਥੇ ਹੈ, ਕਿ ਕਿਡਨੀ ਇੰਨੀ ਜ਼ਿਆਦਾ ਵੱਡੀ ਗਿਣਤੀ 'ਚ। ਮੈਂ ਜਦੋਂ MBBS ਕਰਕੇ ਨਿਕਲਿਆ ਸੀਗਾ ਤਾਂ ਇੱਦਾਂ ਦਾ ਤਾਂ ਕੁਛ ਵੀ ਨਹੀਂ ਸੀਗਾ। ਕਰੋਨਿਕ ਕਿਡਨੀ ਡਿਜ਼ੀਜ਼ ਅਸੀਂ ਤਾਂ ਸਾਨੂੰ ਤਾਂ ਬੜੀ ਮਤਲਬ ਕਦੇ ਦੇਖਦੇ ਹੁੰਦੇ ਸੀ ਵੀ ਹਾਂਜੀ ਕਿਡਨੀ ਡਿਜ਼ੀਜ਼ ਆ ਗਿਆ ਅਤੇ ਉਹਨੂੰ ਡਾਇਲਸਿਸ ਦੀ ਲੋੜ ਹੈ, ਕਦੇ ਵਿਰਲਾ। ਅਤੇ ਅੱਜ ਜਿਹੜੇ ਉਹ 50 ਸਾਲਾਂ ਸੀਨ ਹੀ ਬਦਲ ਗਿਆ। ਉਹ ਸੀਨ ਕਿਉਂ ਬਦਲਿਆ? ਕਿਉਂਕਿ ਜਦ ਤੱਕ ਅਸੀਂ ਜੜ੍ਹ ਨੂੰ ਨਹੀਂ ਫੜਾਂਗੇ ਤਦ ਤੱਕ ਗੱਲ ਨਹੀਂ ਬਣਨੀ। ਜੜ੍ਹ ਫੜਨੀ ਬਹੁਤ ਜ਼ਰੂਰੀ ਹੈ। ਦੂਜੀ ਗੱਲ ਹੈ, ਜਦੋਂ ਹੁਣ ਕਿਡਨੀ ਇਹ ਅਸੀਂ ਪਏ ਹੋਏ ਹਾਂ ਤਾਂ ਫਿਰ ਹੁਣ ਅਸੀਂ ਕੀ ਕਰੀਏ? ਕੋਈ ਹੱਲ ਤਾਂ ਹੋਣਾ ਚਾਹੀਦਾ। ਜੇ ਉਹਦੀ ਜੜ੍ਹ ਬਹੁਤ ਗਹਿਰੀ ਹੈ ਅਤੇ ਜਿਹਨੂੰ ਹੱਲ ਕਰਦੇ ਵੀ ਸਾਨੂੰ ਧਾਕੇ ਲੱਗ ਜਾਣੇ ਆ, ਤਾਂ ਫਿਰ ਫੌਰੀ ਹੱਲ ਵੀ ਕੋਈ ਹੋਣਾ ਚਾਹੀਦਾ। ਕਿਉਂਕਿ ਜੋ ਅੱਜ ਦਾ ਵਰਤਾਰਾ ਹੈ ਉਹ ਤਾਂ ਬਹੁਤ ਹੀ ਖਤਰਨਾਕ ਹੈ ਕਿ ਤੁਹਾਨੂੰ ਪਹਿਲਾਂ ਤਾਂ ਬੰਦਾ ਬਿਮਾਰ ਜਿਹਾ ਹੋਣਾ ਸ਼ੁਰੂ ਹੋ ਜਾਂਦਾ ਹੈ, ਫਿਰ ਉਹਨੂੰ ਕਹਿੰਦੇ ਆ ਵੀ ਤੂੰ ਕਿਡਨੀ ਦਾ ਜਿਹੜੀ ਫੇਲ ਹੋ ਗਈ ਤੇਰੀ। ਜਦੋਂ ਫੇਲ ਹੋ ਗਈ, ਜਦੋਂ ਲਾਮਤਾਂ ਆਉਣ ਲੱਗਦੀਆਂ ਨੇ, ਜਦੋਂ ਯੂਰੀਆ ਕ੍ਰੀਟਿਨਿਨ ਵਧਣ ਲੱਗਦਾ, ਤਾਂ ਇਹਦਾ ਮਤਲਬ 50% ਕਿਡਨੀ ਡੈਮੇਜ ਹੋ ਚੁੱਕੀ ਆ ਨਹੀਂ, ਕਿਉਂਕਿ 50% ਕੁਦਰਤ ਦਾ ਰਿਜ਼ਰਵ ਹੈ। ਕੁਦਰਤ ਨੇ ਸਾਨੂੰ 50% ਦਾ ਰਿਜ਼ਰਵ ਦਿੱਤਾ ਹੋਇਆ ਕਿ ਜੇ ਸਾਡੇ ਦੋ ਗੁਰਦਿਆਂ 'ਚੋਂ ਇੱਕ ਗੁਰਦਾ ਫੇਲ ਪੂਰਾ ਵੀ ਹੋ ਜਾਵੇ ਤਾਂ ਵੀ ਸਾਡਾ ਕੰਮ ਚੱਲਦਾ ਰਹਿੰਦਾ, ਕੋਈ ਲਾਮਤ ਨਹੀਂ ਆਉਂਦੀ। ਯਾਨੀ ਕਿ ਮਾਫ਼ ਕਰਨਾ ਰੋਕ ਰਿਹਾ, ਯਾਨੀ ਕਿ ਯੂਰਿਕ ਐਸਿਡ ਬਲੱਡ ਯੂਰੀਆ ਜੇ ਵੱਧ ਰਿਹਾ ਤਾਂ ਯਾਨੀ ਕਿ ਸੀਰਮ ਕ੍ਰੀਏਟਿਨਿਨ ਵਧਣਾ ਸ਼ੁਰੂ ਹੋਇਆ। ਇਹਦਾ ਮਤਲਬ ਇੱਕ ਕਿਡਨੀ ਤੁਹਾਡੀ ਜਿਹੜੀ ਆ ਉਹ ਖਰਾਬ ਹੋ ਚੁੱਕੀ ਹੈ, ਦੂਜੀ ਵੱਲ ਵੱਧ ਰਿਹਾ ਕੰਮ ਹੈ। ਨਹੀਂ, ਇੱਕ ਨਹੀਂ, ਮੈਂ ਕਹਿ ਰਿਹਾ 50%, ਯਾਨੀ ਕਿ ਦੋਨੋਂ 50-50 ਹੋ ਸਕਦੀਆਂ ਨਾ। ਮੈਂ ਤਾਂ ਕਹਿੰਦਾ ਇੱਕ ਬੰਦੇ ਦੀ ਕਿਡਨੀ ਕੱਢ ਵੀ ਦਿਓ ਨਾ ਤਾਂ ਉਹਦਾ ਯੂਰੀਆ ਕ੍ਰੀਏਟਿਨਿਨ ਨਹੀਂ ਵੱਧਦਾ। ਇਹਦਾ ਮਤਲਬ ਹੈ ਕੁਦਰਤ ਨੇ ਸਾਨੂੰ 50% ਦਾ ਰਿਜ਼ਰਵ ਦਿੱਤਾ ਹੋਇਆ ਸੀਗਾ ਪਹਿਲਾਂ ਹੀ, ਵੀ ਜਿੰਨਾ ਨਾਲ ਸਾਡਾ ਕੰਮ ਸਰ ਸਕਦਾ ਸੋ ਦੁੱਗਣਾ ਦਿੱਤਾ ਹੋਇਆ ਸਾਨੂੰ। 100% ਦਾ ਰਿਜ਼ਰਵ ਹੋ ਗਿਆ, ਕਿਸਮ ਦਾ 100% ਦਾ ਰਿਜ਼ਰਵ ਹੋ ਗਿਆ ਕਿ ਜੇ ਮੇਰਾ ਇੱਕ ਕਿਡਨੀ ਨਾਲ ਸਰ ਸਕਦਾ ਤਾਂ ਮੈਨੂੰ ਕੁਦਰਤ ਨੇ 2 ਕਿਡਨੀਆਂ ਦਿੱਤੀਆਂ ਹੋਈਆਂ ਨੇ। ਤੇ ਉਹੀ ਹੋ ਗਿਆ ਨਾ, ਜੇ ਸੀਰਮ ਕ੍ਰੀਏਟਿਨਿਨ ਵਧਣਾ ਸ਼ੁਰੂ ਹੋ ਗਿਆ, ਬਲੱਡ ਯੂਰੀਆ ਵਧਣਾ ਸ਼ੁਰੂ ਹੋ ਗਿਆ, ਦੈਟ ਮੀਨਸ ਕਿ 50% ਦੋਨੇ ਕਿਡਨੀਆਂ ਖਰਾਬ ਹੋ ਚੁੱਕੀਆਂ ਨੇ। ਹਾਂ, ਜਾਂ 50-50 ਦੋਨੋਂ ਹੋ ਸਕਦੀਆਂ, ਜਾਂ ਵੱਧ ਘੱਟ ਵੀ ਹੋ ਸਕਦੀਆਂ ਨੇ, ਕਾਰਨ 'ਤੇ ਡਿਪੈਂਡ ਕਰਦਾ। ਜਿਵੇਂ ਪੱਥਰੀ ਕਰਕੇ ਹੈ ਤਾਂ ਵੱਧ ਘੱਟ ਵੀ ਹੋ ਸਕਦੀਆਂ ਨੇ। ਤਾਂ ਮੇਰਾ ਮਤਲਬ ਕਿ ਟੋਟਲ ਕਿਡਨੀ ਦੇ ਫੰਕਸ਼ਨ ਦੇ ਹਿਸਾਬ ਨਾਲ ਲਈਏ, ਆਪਾਂ ਕੰਮ ਦੇ ਹਿਸਾਬ ਨਾਲ ਲਈਏ, ਇਹਦਾ ਮਤਲਬ ਕਿਡਨੀ 50% ਡੈਮੇਜ ਹੋ ਚੁੱਕੀ ਹੈ, ਤਾਂ ਤੁਹਾਡਾ ਯੂਰੀਆ ਕ੍ਰੀਏਟਿਨਿਨ ਵਧਣਾ ਸ਼ੁਰੂ ਹੋਇਆ। ਪੱਥਰੀ ਵੀ ਕਿਡਨੀ ਖਰਾਬ ਕਰ ਦਿੰਦੀ, ਬਹੁਤ ਪੱਥਰੀਆਂ ਤੋਂ ਬਹੁਤ ਜ਼ਿਆਦਾ ਹੋ ਜਾਂਦੀਆਂ, ਫਿਰ ਕਰ ਦਿੰਦੀਆਂ ਜਾਂ ਜਦੋਂ ਫਸ ਜਾਂਦੀਆਂ ਜਾ ਕੇ, ਮਤਲਬ ਪੱਥਰੀ, ਕਿਉਂਕਿ ਪੱਥਰੀਆਂ ਬਣ ਬਹੁਤ ਰਹੀਆਂ ਨੇ। ਇਹ ਸਾਡੇ ਇਸ ਰੀਜਨ ਦੇ ਅੰਦਰ ਤਾਂ ਪੱਥਰੀਆਂ ਦੀ ਹਨੇਰੀ ਆਈ ਪਈ ਹੈ। ਪੱਥਰੀਆਂ ਰੂਟੀਨ 'ਚ ਵੀ ਬਣਦੀਆਂ ਰਹਿੰਦੀਆਂ ਨੇ ਕਿ ਪਤਾ ਨਹੀਂ ਸਾਡੀ ਡਾਈਟ ਕਿੱਦਾਂ ਦੀ ਆ, ਕਿ ਉਹ ਪੱਥਰੀਆਂ ਫਿਰ ਨਿਕਲਦੀਆਂ ਨਹੀਂ ਹੈ, ਵੱਡੀਆਂ ਹੋ ਜਾਂਦੀਆਂ ਨੇ, ਵੱਡੀਆਂ ਹੋ ਕੇ ਫਿਰ ਉਹ ਰਾਜ ਕਿਤੇ ਨਾ ਕਿਤੇ ਨਾਲੀ 'ਚ ਫਸ ਜਾਂਦੀਆਂ, ਪਿਸ਼ਾਬ ਵਾਲੀ 'ਚ। ਉਹ ਨਾਲੀ 'ਚ ਫਸੀਆਂ ਦੇ ਪਿੱਛੇ ਪ੍ਰੈਸ਼ਰ ਪੈਂਦਾ, ਕਿ ਗੁਰਦੇ ਦੇ ਉੱਪਰ ਪ੍ਰੈਸ਼ਰ ਪੈਂਦਾ, ਅਤੇ ਪ੍ਰੈਸ਼ਰ ਨਾਲ ਗੁਰਦਾ ਖਰਾਬ ਹੋ ਜਾਂਦਾ। ਉਹ ਇੱਕ ਗੁਰਦਾ ਖਰਾਬ ਹੁੰਦਾ, ਫਿਰ ਉਹਦੇ ਨਾਲ ਪੂਰੇ ਦਾ ਪੂਰਾ ਕਈ ਵਾਰੀ ਖਰਾਬ ਹੋ ਜਾਂਦਾ। ਜੇ ਕੋਈ ਕੈਮੀਕਲ ਕਾਰਨ ਨੇ ਜਾਂ ਕੋਈ ਹੋਰ ਕਾਰਨ ਨੇ, ਫਿਰ ਦੋਨੋਂ ਹੀ ਖਰਾਬ ਹੋ ਜਾਂਦੇ ਆ ਹੌਲੀ। ਉਹਨੂੰ ਅਸੀਂ ਕਹਿੰਦੇ ਹਾਂ CKD, ਕਰੋਨਿਕ ਕਿਡਨੀ ਡਿਜ਼ੀਜ਼। ਕਰੋਨਿਕ ਕਿਡਨੀ ਡਿਜ਼ੀਜ਼ ਦਾ ਮਤਲਬ ਇਹ ਹੁੰਦਾ ਕਿ ਦੋਨੋਂ ਗੁਰਦੇ ਖਰਾਬ ਹੋ ਰਹੇ ਆ। ਉਹ ਪ੍ਰੈਸ਼ਰ ਵਾਲਾ ਮਸਲਾ ਤਾਂ, ਉਹ ਜਿਹੜਾ ਪੱਥਰੀ ਵਾਲਾ ਮਸਲਾ, ਉਹ ਇੰਨਾ ਐਪੀਡੈਮਿਕ ਫਾਰਮ 'ਚ ਨਹੀਂ ਹੈ। ਉਹ ਤਾਂ ਕਿਸੇ ਦੇ ਵਿੱਚ ਜਿੱਥੇ ਜਾ ਕੇ ਫਾਸੀ ਗਈ ਉਹ ਰਸਤੇ 'ਚ, ਉਹਦੇ ਖਰਾਬ ਹੋਏਗਾ। ਉਹ ਵੀ ਬੜਾ ਸਲੋ ਪ੍ਰੋਸੈਸ ਹੈ। ਲੇਕਿਨ ਜਿਹੜਾ ਇਹ ਦੂਜਾ ਕੰਮ ਹੈ ਕੈਮੀਕਲ ਵਾਲਾ, ਜਿਹੜਾ ਸਾਡੇ ਅੰਦਰ ਜ਼ਹਿਰਾਂ ਵਾਲਾ, ਇਹ ਬੜਾ ਤਿੱਖਾ ਹੈ। ਅਤੇ ਇਹ ਅਲਟੀਮੇਟਲੀ ਇਹਦਾ ਕੋਈ ਹੱਲ ਹੈ ਨਹੀਂ ਗਾ। ਜਿਹੜਾ ਮਾਡਰਨ ਮੈਡੀਕਲ ਸਿਸਟਮ ਹੈ, ਐਲੋਪੈਥਿਕ ਸਿਸਟਮ ਹੈ, ਇਹਦੇ ਕੋਲ ਇਹਦਾ ਕੋਈ ਹੱਲ ਨਹੀਂ ਨਾ। ਉਹ ਕਹਿੰਦੇ ਆ ਵੀ ਅਸੀਂ ਤੁਹਾਡੀ ਕਿਡਨੀ ਨੂੰ ਮੁੜ ਕੇ ਕੰਮ ਕਰਨ ਲਾ ਦਾਂਗੇ। ਉਹ ਤਾਂ ਕਹਿੰਦੇ ਤੁਹਾਡੀ ਕਿਡਨੀ ਖਰਾਬ ਹੋ ਗਈ, ਅਸੀਂ ਤੁਹਾਨੂੰ ਜਾਓ ਲੋਹੇ ਦੀ ਕਿਡਨੀ ਨਕਲੀ ਕਿਡਨੀ ਹੈ, ਉੱਥੋਂ ਜਾ ਕੇ ਉਹ ਕਿਡਨੀ ਦਾ ਕੰਮ ਕਰਾਇਆ ਕਰੋ, ਹਫ਼ਤੇ 2 ਵਾਰੀ ਜਾਇਆ ਕਰੋ, ਅਤੇ ਉੱਥੇ ਜਾ ਕੇ ਆਪਣਾ ਡਾਇਲਸਿਸ ਕਰਾਇਆ ਕਰੋ, ਅਤੇ ਕੰਮ ਆਪਣਾ ਜ਼ਿੰਦਗੀ ਜੀਓ। ਉਸ ਤੋਂ ਬਾਅਦ ਜਦੋਂ ਉਹ ਵੀ ਕੰਮ ਹੌਲੀ ਫੇਲ ਹੋਣ ਲੱਗ ਜਾਂਦਾ, ਅਤੇ ਫਿਰ ਕਹਿੰਦੇ ਹੁਣ ਤੁਸੀਂ ਉਹ ਟ੍ਰਾਂਸਪਲਾਂਟ ਕਰਾਓ। ਉਹ ਟ੍ਰਾਂਸਪਲਾਂਟ ਵੀ ਜਿਹੜਾ ਅੱਧ 'ਚ ਕਾਮਯਾਬ ਹੁੰਦਾ,
ਅੱਧ ਤੋਂ ਵੱਧ ਕਾਮਯਾਬ ਹੁੰਦਾ। ਕਿੰਨੇ ਸਾਲ ਕਾਮਯਾਬ ਰਹਿੰਦਾ ਇਹ ਵੀ ਕੋਈ ਪਤਾ ਨਹੀਂ, ਕਿਸੇ ਦਾ ਸਾਲ, ਕਿਸੇ ਦਾ 2 ਸਾਲ, ਕਿਸੇ ਦਾ 4 ਸਾਲ, ਕਿਸੇ ਦਾ ਚੰਗਾ 10 ਸਾਲ ਵੀ ਚੱਲ ਜਾਂਦਾ। ਲੇਕਿਨ ਆਮ ਤੌਰ 'ਤੇ ਕਿਉਂਕਿ ਕਿਡਨੀ ਇੱਕ ਕੁਦਰਤ ਦਾ ਅਸੂਲ ਹੈ ਕਿ ਕੁਦਰਤ ਬਾਹਰੋਂ ਲਿਆ ਹੋਇਆ ਕੋਈ ਅੰਗ ਅੰਦਰ ਉਹਨੂੰ ਆਪਣਾ ਮੰਨਦੀ ਵੀ ਨਹੀਂ ਹੈ। ਤਾਂ ਉਹਨੂੰ ਫਿਰ ਦਵਾਈਆਂ ਦੇ ਕੇ ਉਹ ਜਿਹੜਾ ਕੁਦਰਤ ਦਾ ਜਿਹੜਾ ਕੁਦਰਤੀ ਸੁਭਾਅ ਹੈ ਉਹਦਾ, ਕਿ ਉਹ ਬਾਹਰਲੇ ਅੰਗ ਨੂੰ ਆਪਣਾ ਨਹੀਂ ਮੰਨ ਰਹੀ ਤਾਂ ਉੱਤੇ ਅਟੈਕ ਕਰ ਰਹੀ ਹੈ, ਤਾਂ ਉਹਨੂੰ ਉਹ ਰੋਕਣ ਵਾਸਤੇ ਫਿਰ ਦਵਾਈਆਂ ਦਿੰਦੇ ਆ ਬਹੁਤ ਤੇਜ਼ ਤੇਜ਼। ਉਹ ਸਾਰੀ ਉਮਰ ਖਾਣੀਆਂ ਪੈਂਦੀਆਂ ਨੇ। ਉਹ ਦਵਾਈਆਂ ਦੇਣ ਦੇ ਬਾਵਜੂਦ ਵੀ ਉਹ ਕਿਡਨੀ ਫਿਰ ਡੈਮੇਜ ਹੋ ਜਾਂਦੀ ਹੈ। ਉਹ ਬਹੁਤ ਜਾਂਦੇ ਤਾਂ ਬਹੁਤ ਸਾਰੇ ਇਹੋ ਜਿਹੇ ਨੇ 20-25% ਤਾਂ ਇਹੋ ਜਿਹੇ ਜਿਹੜੇ ਸਾਲ ਬਾਅਦ ਹੀ ਡੈਮੇਜ ਉਹ ਵੀ ਕਿਡਨੀ ਡੈਮੇਜ ਹੋ ਜਾਂਦੀ ਹੈ। ਉਸ ਤੋਂ ਬਾਅਦ ਫਿਰ ਅੱਗੇ ਵੇਰੀਏਸ਼ਨ ਹੈ, ਕੋਈ 2 ਸਾਲ 4 ਸਾਲ 5 ਸਾਲ 10 ਸਾਲ, ਮਤਲਬ ਬਹੁਤ ਲੰਬਾ ਸਮਾਂ ਆਪਾਂ ਕਹੀਏ ਕਿਡਨੀ ਵਿਰਲੇ ਥੋੜ੍ਹੇ 10-20% ਦੀ ਬਹੁਤ ਲੰਬਾ ਸਮਾਂ ਸਾਥ ਦਿੰਦੀ ਹੈ। ਹੁੰਦੀ ਹੈ ਹਾਂ, ਉਹ ਵੀ ਕਿਉਂਕਿ ਉਹਦੇ ਅੰਦਰ ਜਿਹੜੀ ਹੈ ਉਹ ਕੁਦਰਤ ਦੇ ਅੰਦਰ ਇਹੋ ਸਿਸਟਮ ਹੈ ਕਿ ਮੇਰੇ ਅੰਦਰ ਅਗਰ ਕੋਈ ਕਿਸੇ ਹੋਰ ਬੰਦੇ ਦਾ ਅੰਗ ਪੈ ਗਿਆ ਤਾਂ ਉਹ ਕੁਦਰਤ ਮੇਰੇ ਸਰੀਰ ਨੇ ਉਹਨੂੰ ਕੁਦਰਤੀ ਨਹੀਂ ਮੰਨਣਾ, ਉਹਨੂੰ ਕੁਦਰਤੀ ਨਹੀਂ ਮੰਨਦੀ। ਉਹ ਸਿਰਫ ਆਪਣੇ ਅੰਗਾਂ ਨੂੰ ਕੁਦਰਤੀ ਮੰਨਦੀ ਹੈ ਕੁਦਰਤ। ਤਾਂ ਉਹਨੂੰ ਉਸ ਅਟੈਕ ਨੂੰ ਰੋਕਣ ਵਾਸਤੇ ਫਿਰ ਸਾਨੂੰ ਬਹੁਤ ਤੇਜ਼ ਦਵਾਈਆਂ ਖਾਣੀਆਂ ਪੈਂਦੀਆਂ ਨੇ। ਉਹਦੀਆਂ ਪਰਟੀਕੂਲਰ ਦਵਾਈਆਂ ਬਣੀਆਂ ਹੋਈਆਂ ਨੇ ਜਿਹੜੇ ਉਸ ਅਟੈਕ ਨੂੰ ਰੋਕਦੀਆਂ ਨੇ। ਅਤੇ ਉਹ ਅਟੈਕ ਰੋਕਣ ਦਾ ਤਰੀਕਾ ਉਹ ਹੈ ਜਿਹੜਾ ਸਾਡੀ ਇਮਿਊਨਿਟੀ ਨੂੰ ਖਰਾਬ ਕਰਦਾ। ਉਹ ਸਾਡਾ ਹੈ ਤਾਂ ਇਮਿਊਨ ਸਿਸਟਮ ਉਹੀ ਹੈ ਨਾ ਜਿਹਦੀ ਸਾਡੀ ਰੱਖਿਆ ਕਰਨੀ ਹੈ। ਸਾਡੀ ਰੱਖਿਆ ਪ੍ਰਣਾਲੀ ਨੂੰ ਪੈਰਾਲਾਈਜ਼ ਕਰਕੇ ਰੱਖਣਾ ਪੈਂਦਾ, ਤਾਂ ਸਾਡੀ ਰੱਖਿਆ ਪ੍ਰਣਾਲੀ ਜਿਹੜੀ ਹੈ ਉਸ ਅੰਗ ਨੂੰ ਬਖਸ਼ਦੀ ਹੈ, ਨਹੀਂ ਤਾਂ ਉਹਨੂੰ ਵੀ ਖਾ ਜਾਂਦੀ ਹੈ। ਤਾਂ ਇਸ ਕਰਕੇ ਕੁਦਰਤ ਦਾ ਜਿਹੜਾ ਸਿਸਟਮ ਹੈ ਉਹ ਐਂਟੀ ਨੇਚਰ ਹੈ। ਜਿਹੜਾ ਟਰਾਂਸਪਲਾਂਟ ਸਿਸਟਮ ਹੈ ਬੇਸਿਕਲੀ ਜੇ ਕੁਦਰਤ ਦੇ ਹਿਸਾਬ ਨਾਲ ਲਈਏ ਤਾਂ ਐਂਟੀ ਨੇਚਰ ਹੈ, ਕਿਉਂਕਿ ਨੇਚਰ ਉਹਨੂੰ ਅਸੈਪਟ ਨਹੀਂ ਕਰਦੀ। ਲੇਕਿਨ ਉਹ ਧੱਕੇ ਧੁੱਕੇ ਨਾਲ ਕਈ ਵਾਰੀ ਚੱਲ ਜਾਂਦੀ 2 ਸਾਲ 3 ਸਾਲ 4 ਸਾਲ 5 ਸਾਲ, ਹੱਦ ਕਿਸੇ ਦੀ 10 ਸਾਲ। ਤਾਂ ਇੱਦਾਂ ਦਾ ਕੰਮ ਹੈ। ਤਾਂ ਇਹ ਹੈ ਜਿਹੜਾ ਵਰਤਾਰਾ। ਤਾਂ ਇਸ ਕਰਕੇ ਇਹ ਕੋਈ ਰਸਤਾ ਬਹੁਤ ਵਧੀਆ ਨਹੀਂ ਹੈ। ਆਪਾਂ ਇਹ ਵੀ ਬਹੁਤ ਚੰਗਾ, ਮਹਿੰਗਾ ਬਹੁਤ ਹੈ। ਕਬਾੜਾ ਹੋ ਜਾਂਦਾ ਉਸ ਪਰਿਵਾਰ ਦਾ, ਘਾਣ ਹੋ ਜਾਂਦਾ। ਉਹਦੀ ਵਿਚਾਰੇ ਕੋਈ ਜ਼ਮੀਨ ਵੇਚ ਕੇ ਕਰੂਗਾ, ਕੋਈ ਸੋਨਾ ਵੇਚ ਕੇ ਕਰੂਗਾ, ਕੋਈ ਲੋਨ ਚੱਕ ਕੇ ਕਰੂਗਾ, ਪਤਾ ਨਹੀਂ ਕਿਆ ਵਿਚਾਰੇ ਪਾਪੜ ਵੇਲਦੇ ਫਿਰਦੇ ਆਪਣੇ ਜੀਅ ਨੂੰ ਬਚਾਉਣ ਲਈ। ਤਾਂ ਉਹ ਸਾਰਾ ਕਿਤੇ ਨਾ ਬਹੁਤ ਹੀ ਤਬਾਹੀ ਵਾਲਾ ਵਰਤਾਰਾ, ਜਿਹਦੇ ਅੰਦਰ ਆਰਥਿਕਤਾ ਵੀ ਤਬਾਹ ਹੁੰਦੀ ਹੈ, ਪਰਿਵਾਰ ਸਮਾਜਿਕ ਤੌਰ 'ਤੇ ਵੀ ਇੱਕ ਜੀਅ ਨੂੰ ਸਾਂਭਣ 'ਚ ਲੱਗਿਆ ਰਹਿੰਦਾ, ਬਾਕੀ ਸਾਰਾ ਕੁਝ ਰੁਲ ਜਾਂਦਾ। ਬੱਚਿਆਂ ਦੀ ਪੜ੍ਹਾਈ ਗਈ, ਕਿਸੇ ਨੇ ਨੌਜਵਾਨ ਨੇ ਕੋਈ ਰੁਜ਼ਗਾਰ ਜਾਣਾ ਸੀਗਾ, ਕਿਸੇ ਨੇ ਕੋਈ ਹੋਰ ਕੰਮ ਕਰਨਾ ਸੀਗਾ, ਕੋਈ ਕ੍ਰੀਏਟੀਵਿਟੀ ਕਰਨੀ ਸੀ, ਕੁਛ ਵੀ ਨਹੀਂ ਸਾਰਾ। ਤਾਂ ਇੱਕ ਅਜੀਬ ਕਿਸਮ ਦਾ ਜਿਹੜਾ ਫੈਮਿਲੀ ਦੇ ਅੰਦਰ ਮਾਹੌਲ ਬਣ ਜਾਂਦਾ, ਜਿਹੜਾ ਕਿ ਬਹੁਤ ਹੈਲਦੀ ਨਹੀਂ ਹੁੰਦਾ। ਇਸ ਕਰਕੇ ਆਪਾਂ ਨੂੰ ਜਿਹੜਾ ਰਸਤਾ ਸੋਚਣਾ ਚਾਹੀਦਾ ਹੈ ਕਿ ਪਹਿਲੀ ਗੱਲ ਤਾਂ ਇਹਦੀ ਜੜ੍ਹ ਨੂੰ ਫੜੀਏ ਕਿ ਇਹਦੀ ਇਹ ਆਫਟਰ ਇੰਨਾ ਜਿਹੜਾ ਮਹਾਂਮਾਰੀ ਦੀ ਸ਼ਕਲ ਲੈ ਰਹੀ ਹੈ ਬਿਮਾਰੀ, ਇਹ ਕਿਉਂ ਲੈ ਰਹੀ ਹੈ। ਇਹ ਜੇ ਕਿਤੇ ਆ ਗਈ ਸਾਡੇ ਕਿਸੇ ਪਰਿਵਾਰ 'ਚ, ਜਦੋਂ ਸਾਡੇ 'ਚ ਆ ਜਾਂਦੀ ਹੈ, ਤਾਂ ਫਿਰ ਉਹਦਾ ਹੱਲ ਕੋਈ ਹੋਰ ਲੱਭੀਏ ਆਪਾਂ ਸਸਤਾ। ਅਤੇ ਜੇ ਉਹ ਸਸਤਾ ਹੱਲ ਜਿਹੜਾ ਹੈਗਾ ਉਹਨੂੰ ਫਿਰ ਆਪਾਂ ਪਾਪੂਲਰਾਈਜ਼ ਕਰੀਏ, ਕਿਉਂਕਿ ਜਿਹੜਾ ਅਜੇ ਤੱਕ ਪਾਪੂਲਰ ਤਰੀਕਾ ਉਹ ਇਹੀ ਹੈ। ਧੜ ਜਿਹੜੀ ਹੈ ਮਤਲਬ ਛੋਟੇ ਬਲਾਕਾਂ 'ਚੋਂ ਵੀ ਜਿਹੜੇ ਉਹ ਮੰਗ ਆ ਰਹੀ ਹੈ ਕਿ ਉਹ ਡਾਇਲਸਿਸ ਦੀਆਂ ਮਸ਼ੀਨਾਂ ਲਾਓ ਸਾਡੇ ਕੋਲ। ਮੈਂ ਪਹਿਲਾਂ ਸਰਬੱਤ ਦਾ ਭਲਾ ਨਾਲ ਕੰਮ ਕਰਦਾ ਰਿਹਾ। ਉਹ ਬਰਾਜ ਸਾਹਿਬ ਜਿਹੜੀ ਡਾਇਲਸਿਸ ਮਸ਼ੀਨਾਂ ਡੋਨੇਟ ਕਰਦੇ ਸੀ, ਤਾਂ ਉਹ ਮੈਂ ਦੇਖਿਆ ਕਿ ਬਲਾਕਾਂ 'ਚੋਂ ਵੀ, ਬਲਾਕ ਪੱਧਰ ਤੱਕ ਵੀ ਮਤਲਬ ਇੰਨੀ ਮੰਗ ਹੈ ਕਿ ਹੁਣ ਡਾਇਲਸਿਸ ਉਹ 100 ਕਿਲੋਮੀਟਰ ਜਾ ਕੇ 60 ਕਿਲੋਮੀਟਰ ਜਾ ਕੇ ਕਰਾਉਣਾ ਪੈਂਦਾ। ਉਹ ਜਿਹੜੇ ਜਿੰਨੇ ਪੈਸੇ ਉੱਥੇ ਡਾਇਲਸਿਸ ਕਰਾਉਣ 'ਚ ਲੱਗਦੇ ਆ, ਉਨੇ ਪੈਸੇ ਨਾਲ ਲਿਜਾਣ 'ਚ ਲੱਗਦੇ ਆ। ਅਤੇ ਹਫ਼ਤੇ 2 ਵਾਰੀ ਜਾਣਾ, ਹਿਸਾਬ ਲਾ ਲਓ ਤੁਸੀਂ ਵੀ ਪਰਿਵਾਰ ਦਾ ਕਿੱਥੇ ਘਾਣ ਕਿਵੇਂ ਹੋਊਗਾ। ਅਫਰੀਕਨ ਕੰਟਰੀ ਵੀ ਹੈ ਜਿਹਨੇ ਜਿੱਥੇ ਬਹੁਤ ਜ਼ਿਆਦਾ ਡਾਇਲਿਸਿਸ ਕਰਾ ਰਹੇ ਨੇ, ਬਹੁਤ ਜ਼ਿਆਦਾ ਕਿਡਨੀਆਂ ਖਰਾਬ ਨੇ। ਸਹੀ ਗੱਲ ਕਹੀ ਤੁਸੀਂ। ਆਪਾਂ ਇਕੱਲੇ ਹਿੰਦੁਸਤਾਨ 'ਚ ਨਹੀਂ ਹੈ, ਬਹੁਤ ਸਾਰੇ ਮੁਲਕਾਂ ਦਾ। ਸ਼੍ਰੀਲੰਕਾ ਦੇ ਅੰਦਰ ਇਹੋ ਜਿਹੀ ਐਪੀਡੈਮਿਕ ਹੋਈ, ਉੱਥੇ ਖੈਰ ਉਹਨਾਂ ਨੇ ਜਿਹੜਾ ਉੱਥੋਂ ਦਾ ਉਹਨਾਂ ਨੇ ਜਿਹੜਾ ਕੱਢਿਆ ਕਾਰਨ ਕਿ ਉੱਥੇ ਜਿਹੜੀ ਰਾਊਂਡ ਅਪ ਸੀ, ਇਹ ਜਿਹੜੀ ਮੌਨਸੈਂਟੋ ਦੀ, ਜਿਹਨੂੰ ਆਪਾਂ ਅੱਜ ਕੱਲ੍ਹ ਜਿਹੜਾ ਨਦੀਨ ਨਾਸ਼ਕ ਕਹਿੰਦੇ ਆ, ਅਤੇ ਬੱਟਾਂ ਦੀ ਛਿੜਕਦੇ ਆਪਾਂ, ਰਾਊਂਡ ਅਪ ਬੜੀ ਪਾਪੂਲਰ ਹੈ। ਅਤੇ ਉਹ ਰਾਊਂਡ ਅਪ ਦਾ ਅਤੇ ਜਿਹੜਾ ਗਰਾਊਂਡ ਦੇ ਥੱਲੇ ਗਹਿਰਾ ਪਾਣੀ ਨਿਕਲਦਾ ਸੀਗਾ, ਥੱਲੇ ਡੀਪ ਗਰਾਊਂਡ ਵਾਟਰ, ਬਹੁਤ ਡੂੰਘੇ ਪੱਤਨਾਂ 'ਚੋਂ ਜਾ ਕੇ ਉਹਨਾਂ ਦਾ ਜਿਹੜਾ ਜੋੜ ਬਣ ਰਿਹਾ ਸੀਗਾ, ਉਹ ਕਿਤੇ ਨਾ ਕਿਤੇ ਕਿਡਨੀ ਡੈਮੇਜ ਕਰ ਰਿਹਾ ਸੀਗਾ। ਉਹਨੇ ਫਿਰ ਰਾਊਂਡ ਅਪ ਬੈਨ ਕੀਤੀ ਉਹ ਉੱਥੇ ਲੰਕਾ 'ਚ। ਹੁਣ ਤੁਸੀਂ ਸੁਣਿਆ ਹੋਣਾ ਪਿੱਛੇ ਸ੍ਰੀਲੰਕਾ ਨੇ ਆਪਣੀ ਖੇਤੀ ਸਾਰੀਆਂ ਸਟੱਡੀਜ਼ ਤੋਂ ਬਾਅਦ ਉਹਨੇ ਆਪਣੀ ਜਿਹੜੀ ਖੇਤੀ ਆਰਗੈਨਿਕ ਕਰਤੀ ਹੈ ਅਤੇ ਕੈਮੀਕਲ ਬੰਦ ਕਰਤੇ ਆ ਉੱਥੋਂ। ਲੇਕਿਨ ਉਹਨਾਂ ਨੇ ਥੋੜ੍ਹੀ ਜਿਹੀ ਜਿਹੜੀ ਉਹ ਗਲਤੀ ਕੀਤੀ ਕਿ ਇੱਕਦਮ ਬੰਦ ਕਰਤੇ, ਉਹਦੇ ਨਾਲ ਥੋੜ੍ਹੀ ਜਿਹੀ ਹਾਹਾਕਾਰ ਮੱਚੀ ਹੋਈ ਇੱਥੇ ਅੱਜ ਕੱਲ੍ਹ। ਇੱਕਦਮ ਬੰਦ ਕਿਉਂਕਿ ਕਿਸਾਨ ਆਦੀ ਨਹੀਂ ਸੀਗੇ ਉਹਦੇ, ਅਤੇ ਇੱਕ ਮਿੱਟੀ ਵੀ ਉਹਦੀ ਆਦੀ ਨਹੀਂ ਸੀਗੀ, ਤਾਂ ਥੋੜ੍ਹੀ ਦਿੱਕਤ ਆ ਰਹੀ ਉਹਨਾਂ ਨੂੰ। ਲੇਕਿਨ ਉਹ ਉਸੇ ਚੋਂ ਕੀਤੀ ਕਿ ਉਹਦੇ ਗੁਰਦਿਆਂ ਦੇ ਜਿਹੜੇ ਐਪੀਡੈਮਿਕ ਫੈਲ ਰਹੇ ਸੀਗੇ ਸ਼੍ਰੀਲੰਕਾ ਦੇ ਅੰਦਰ। ਅਫਰੀਕਨ ਕੰਟਰੀ ਦਾ ਵੀ ਸੁਣਿਆ ਸੀ ਵੀ ਉੱਥੇ ਅਸੀਂ ਤੁਹਾਡੇ ਡਾਇਲਿਸਿਸ ਫਰੀ ਕਰਾਵਾਂਗੇ ਜਾਂ ਕੁਝ ਇਸ ਤਰ੍ਹਾਂ ਦੇ ਉਹਨਾਂ ਦੇ ਕੰਟਰੀ ਵੀ ਹੈਗੇ ਨੇ ਜਿੱਥੇ ਵੋਟਾਂ 'ਚ ਵਾਅਦੇ ਕੀਤੇ ਜਾਂਦੇ। ਬਿਲਕੁਲ। ਇੱਥੇ ਵੀ ਇੱਦਾਂ ਦਾ ਮਾਹੌਲ ਹੀ ਹੈ। ਡਾਇਲਿਸਿਸ ਮਸ਼ੀਨਾਂ ਦੀ ਮੰਗ ਜਿਹੜੀ ਆ ਬਹੁਤ ਜ਼ਿਆਦਾ ਆਉਂਦੀ ਹੈ। ਸਰਕਾਰੀ ਹਸਪਤਾਲਾਂ 'ਚ ਵੀ ਮੰਗ ਆਉਂਦੀ ਹੈ, ਸਰਕਾਰ ਵੀ ਦਿੰਦੀ ਹੈ। ਔਰ ਇਵਨ ਵਿਦੇਸ਼ਾਂ 'ਚ ਜਿਹੜੇ ਸਾਡੇ NRI ਭਰਾ ਨੇ, ਉਹ ਉਹਨਾਂ ਦੇ ਕੋਲ ਮੰਗ ਜਾਂਦੀ ਹੈ ਵੀ ਸਾਨੂੰ ਸਾਡੇ ਹਸਪਤਾਲ ਨੂੰ ਤੁਸੀਂ ਡੋਨੇਟ ਕਰੋ ਡਾਇਲਸਿਸ ਦੀ ਮਸ਼ੀਨ। ਡਾਇਲਸਿਸ ਦੀ ਮਸ਼ੀਨ ਇਸ ਵੇਲੇ ਸਭ ਤੋਂ ਵੱਡੀ ਡੋਨੇਸ਼ਨ ਬਣੀ ਹੋਈ ਹੈ ਜਿਹੜੀ ਦਾਨੀ ਸੱਜਣਾਂ ਵਾਲੀ।
ਜੀ। ਤੇ ਹੁਣ ਇਹ ਦੱਸੋ ਵੀ ਕਿਡਨੀ ਜਿਹੜੀ ਹੈ ਉਹ ਤੁਸੀਂ ਦੱਸਿਆ ਵੀ 50% ਤੱਕ ਜਦੋਂ ਕਿਡਨੀ ਜਿਹੜੀ ਹੈ ਉਹ ਖਰਾਬ ਹੋ ਜਾਂਦੀ, ਜਦੋਂ ਉਦੋਂ ਪਹਿਲਾਂ ਪਤਾ ਹੀ ਨਹੀਂ ਚੱਲਦਾ, ਪਤਾ ਨਹੀਂ ਚੱਲਦਾ, ਪਰ ਸਿੰਪਟਮ ਜ਼ਰੂਰ ਦਿੰਦੀ ਹੋਣੀ ਉਹ, ਵੀ ਕੁਛ ਨਾ ਕੁਛ ਸਿੰਪਟਮ ਜ਼ਰੂਰ ਆਉਂਦੇ ਹੋਣੇ। ਇਹ ਨਹੀਂ ਹੋ ਸਕਦਾ ਕੁਦਰਤ ਕੁਛ ਆਪਾਂ ਨੂੰ ਇਸ਼ਾਰਾ ਨਾ ਦੇਵੇ ਵੀ ਭਾਈ ਬਚ, ਹਲੇ ਵੀ ਬੱਚੇ ਬਚ ਜਾ, ਤੇਰੇ ਅੱਗੇ ਚੱਲ ਕੇ ਤੇਰਾ ਕੰਮ ਖਰਾਬ ਹੋਣ ਵਾਲਾ। ਇਹ ਤਾਂ ਆਪਾਂ ਮੂਰਖ ਹਾਂ ਜਿਹੜਾ ਆਪਾਂ ਨੂੰ ਪਤਾ ਨਹੀਂ ਲੱਗਦਾ। ਕੁਛ ਸਿੰਪਟਮ ਆਉਂਦੇ ਨੇ? ਹਾਂ, ਸਭ ਤੋਂ ਪਹਿਲਾ ਸਿੰਪਟਮ ਮੈਂ ਦੇਖਿਆ, ਮੈਂ ਬਹੁਤ ਲੰਬਾ ਸਮਾਂ ਕੰਮ ਕੀਤਾ ਰੂਰਲ ਏਰੀਆ ਦੇ ਵਿੱਚ, ਅਤੇ ਬਹੁਤ ਸਾਰੀ ਬੈਲਟਸ ਨੇ ਜਿਹਦੇ ਅੰਦਰ ਯੂਰਿਕ ਐਸਿਡ ਬਹੁਤ ਵੱਧ ਰਿਹਾ। ਅਦੜਬਾ ਵਾਲੀ, ਪਾਤੜਾਂ ਵਾਲੀ ਬੈਲਟ ਮੈਂ ਕੰਮ ਕੀਤਾ, ਤਾਂ ਮੈਂ ਦੇਖਿਆ ਜਿਹੜਾ ਮਰੀਜ਼ ਦੇਖਿਆ ਕਰਾਂ ਯੂਰਿਕ ਐਸਿਡ ਹਾਈ, ਔਰ ਆਮ ਪੋਪੂਲਰ ਸ਼ਬਦਾਵਲੀ ਹੋ ਗਈ ਉੱਥੇ, ਯੂਰੀਆ ਵੱਧ ਗਿਆ। ਉਹ ਯੂਰਿਕ ਐਸਿਡ ਦਾ ਉਹਨਾਂ ਨੂੰ ਬੋਲਣਾ ਨਹੀਂ ਆਉਂਦਾ, ਸਾਡੀਆਂ ਮਾਤਾਵਾਂ ਨੂੰ ਜਿਹੜੀਆਂ ਪੜ੍ਹੀਆਂ ਲਿਖੀਆਂ ਨਹੀਂ ਹੈ, ਤਾਂ ਉਹ ਕੀ ਕਹਿੰਦੀਆਂ, ਮੇਰਾ ਯੂਰੀਆ ਵਧਿਆ ਹੋਇਆ। ਉਹ ਅਸੀਂ ਸਮਝ ਜਾਂਦੇ, ਸਾਨੂੰ ਪਤਾ ਯੂਰੀਆ ਕਿਹਨੂੰ ਕਹਿ ਰਹੀਆਂ ਨੇ, ਤਾਂ ਜਿਹੜਾ ਸਾਡੇ ਦਾ ਯੂਰਿਕ ਐਸਿਡ ਵਧਿਆ ਹੋਇਆ। ਅਤੇ ਯੂਰਿਕ ਐਸਿਡ ਦਾ ਵਧਣਾ ਜਿਹੜਾ ਪਹਿਲੀ ਨਿਸ਼ਾਨੀ ਹੈ ਕਿ ਤੁਹਾਡੇ ਗੁਰਦੇ ਜਿਹੜੇ ਨੇ ਉਹ ਪ੍ਰੋਪਰਲੀ ਕੰਮ ਨਹੀਂ ਕਰ ਰਹੇ। ਕੋਈ ਯੂਰਿਕ ਐਸਿਡ ਨੂੰ ਬਾਹਰ ਕੱਢਣਾ ਜਿਹੜਾ ਹੁੰਦਾ ਗੁਰਦਿਆਂ ਲਈ ਥੋੜ੍ਹਾ ਜਿਹਾ ਔਖਾ ਹੁੰਦਾ ਯੂਰੀਆ ਅਤੇ ਕ੍ਰੀਟਿਨ ਦੇ ਮੁਕਾਬਲੇ 'ਚ। ਉਹ ਇਸ ਕਰਕੇ ਸਭ ਤੋਂ ਪਹਿਲੀ ਅਲਾਮਤ ਇਹ ਆਊਗੀ ਕਿ ਯੂਰਿਕ ਐਸਿਡ ਵਧੇਗਾ। ਯੂਰਿਕ ਐਸਿਡ ਵਧੇਗਾ ਤਾਂ ਉਹਦੀਆਂ ਅਲਾਮਤਾਂ ਫਿਰ ਆਉਣਗੀਆਂ। ਉਹ ਅਲਾਮਤਾਂ ਕੀ ਹੁੰਦੀਆਂ ਨੇ, ਜਦੋਂ ਹੀ ਯੂਰਿਕ ਐਸਿਡ ਵਧੇਗਾ ਤਾਂ ਤੁਹਾਡੇ ਉਹ ਕ੍ਰਿਸਟਲ, ਯੂਰਿਕ ਐਸਿਡ ਦੀ ਇੱਕ ਖੂਬੀ ਹੈ, ਜਦੋਂ ਹੀ ਬਲੱਡ 'ਚ ਵਧੇਗਾ ਤਾਂ ਉਹਦੇ ਕ੍ਰਿਸਟਲਸ ਬਣ ਜਾਂਦੇ ਆ। ਉਹਦੇ ਕ੍ਰਿਸਟਲ ਬਹੁਤ ਤਿੱਖੇ ਹੁੰਦੇ, ਕੰਡਿਆਂ ਵਰਗੇ ਹੁੰਦੇ ਆ, ਤਿੱਖੇ ਚੁਭਣਦਾਰ। ਉਹ ਜਿੱਥੇ ਵੀ ਜਾ ਕੇ ਜੰਮਣਗੇ ਉੱਥੇ ਫਿਰ ਇਨਫਲੇਮੇਸ਼ਨ ਕਰਦੇ ਆ, ਸੋਜਾ ਕਰਨਾ ਸ਼ੁਰੂ ਕਰ ਦਿੰਦੇ ਆ, ਕਿਉਂਕਿ ਹਾਂ। ਤਾਂ ਉਹਦੇ 'ਚ ਜਿਹੜਾ ਗਾਊਟ, ਕਲਾਸੀਕਲ ਗਾਊਟ ਆ, ਪੈਰ ਦੇ ਅੰਗੂਠੇ 'ਚ, ਜਿਹੜੀ ਉਂਗਲ ਪੈਰ ਦੇ ਅੰਗੂਠੇ ਦੀ ਜੜ੍ਹ 'ਚ ਜਿਹੜਾ ਦਰਦ ਹੋਣੀ, ਲੇਕਿਨ ਉਹ ਕੋਈ ਜ਼ਰੂਰੀ ਨਹੀਂ। ਤੁਹਾਨੂੰ ਜਨਰਲ ਵੀ ਤੁਹਾਡੇ ਹੱਡ ਪੈਰ ਟੁੱਟਣਗੇ, ਤੁਹਾਡਾ ਜਿਹੜੀ ਕਿਤੇ ਕੋਈ ਵੀ ਜੋੜ ਦੁਖ ਸਕਦਾ, ਜਨਰਲ ਮਤਲਬ ਬੋਡੀ ਐਕਸ ਟਾਈਪ ਵੀ ਹੋ ਸਕਦਾ, ਜਦੋਂ ਆਪਾਂ ਕਹਿੰਦੇ ਹਾਂ ਵੀ ਦਰਦਾਂ ਹੋ ਰਹੀਆਂ ਨੇ। ਹਾਂ, ਫਾਈਬਰੋਮੈਲਜੀਆ ਟਾਈਪ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਾਂ ਆਰਥਰੈਲਜੀਆ ਜਿਹਨੂੰ ਆਪਾਂ ਕਹਿੰਦੇ ਹਾਂ, ਜੋੜ ਦੁਖਦੇ ਆ। ਤਾਂ ਇਸ ਅਰਲੀ ਅਲਾਮਤਾਂ ਵੀ ਹੋ ਸਕਦੀਆਂ ਨੇ। ਜਦੋਂ ਬਹੁਤ ਜ਼ਿਆਦਾ ਹੋ ਜਾਊਗਾ ਤਾਂ ਫਿਰ ਜੋੜ ਸੁੱਜਣੇ ਸ਼ੁਰੂ ਹੋ ਜਾਣਗੇ, ਜਿਹਨੂੰ ਆਪਾਂ ਗਾਊਟ ਕਹਿ ਦਿੰਦੇ ਹਾਂ। ਅਤੇ ਯੂਰਿਕ ਐਸਿਡ ਜਿਹੜਾ ਸਭ ਤੋਂ ਪਹਿਲਾਂ ਵੱਧਦਾ, ਉਸ ਤੋਂ ਬਾਅਦ ਫਿਰ ਜਿਹੜਾ ਯੂਰੀਆ ਅਤੇ ਕ੍ਰੀਟਿਨ ਅਤੇ ਬਾਕੀ ਕਿਡਨੀ ਫੰਕਸ਼ਨ ਜਿਹੜੇ ਉਹ ਡਿਸਟਰਬ ਹੋਣੇ ਸ਼ੁਰੂ ਹੁੰਦੇ ਆ। ਡਾਕਟਰ ਮੈਂ ਤਾਂ ਰੋਕਾਂਗਾ ਮੈਨੂੰ ਇੱਥੇ, ਕਿਉਂਕਿ ਹੋ ਸਕਦਾ ਦਰਸ਼ਕਾਂ ਦੇ ਮਨ 'ਚ ਵੀ ਸਵਾਲ ਹੋਵੇ, ਕਿੰਨੇ ਕੁ % ਕੁਛ ਆਈਡੀਆ ਹੈ, ਕਿਉਂਕਿ ਤੁਹਾਡੇ ਕੋਲ ਤਾਂ ਲੰਮਾ ਤਜਰਬਾ, 50 ਸਾਲ ਦਾ ਤੁਹਾਡੇ ਕੋਲ ਤਜਰਬਾ ਹੈਗਾ ਡਾਕਟਰੀ ਲਾਈਨ ਦਾ, ਕਿੰਨੇ ਕੁ % ਕਿਡਨੀ ਜਿਹੜੀ ਆ ਅੰਦਰੋਂ ਡੈਮੇਜ ਹੋਣੀ ਸ਼ੁਰੂ ਹੋ ਗਈ ਹੁੰਦੀ ਹੈ ਜਦੋਂ ਉਹ ਯੂਰਿਕ ਐਸਿਡ ਬਣਨਾ ਸ਼ੁਰੂ ਹੋ ਜਾਂਦਾ? ਯੂਰਿਕ ਐਸਿਡ ਜਿਹੜਾ ਹੋ ਸਕਦਾ 50% ਤੋਂ ਘੱਟ ਹੋਵੇ, ਪਰ ਯੂਰੀਆ ਅਤੇ ਕ੍ਰੀਟਿਨ ਬਾਰੇ ਮੈਂ ਪੱਕਾ ਕਹਿ ਸਕਦਾ ਕਿ ਜਦੋਂ ਯੂਰੀਆ ਅਤੇ ਕ੍ਰੀਟਿਨ ਆ ਗਏ, ਇਹਦਾ ਮਤਲਬ ਹੈ 50% ਤੋਂ ਕਿਡਨੀ ਵੱਧ ਡੈਮੇਜ ਹੋ ਚੁੱਕੀ ਹੈ। ਯੂਰਿਕ ਐਸਿਡ ਵਾਲੀ ਤੁਸੀਂ ਉਸ ਤੋਂ 10% ਪਹਿਲਾਂ ਲਾ ਲਓ, ਯਾਨੀ 40%। ਹਾਂ, 30-40% ਡੈਮੇਜ ਹੋਣ ਤੋਂ ਬਾਅਦ ਹੀ ਯੂਰਿਕ ਐਸਿਡ ਵਾਲੀ ਅਲਾਮਤ ਆਉਂਦੀ ਹੋਊਗੀ। ਉਸ ਤੋਂ ਪਹਿਲਾਂ ਤਾਂ ਪਤਾ ਵੀ ਨਹੀਂ ਚੱਲਦਾ ਵੀ ਹੋ ਕੀ ਰਿਹਾ, ਕੋਈ ਸਾਈਨ ਵੀ ਨਹੀਂ ਆਉਂਦਾ। ਕੋਈ ਖਾਸ ਸਾਈਨ ਨਹੀਂ ਆਏਗਾ, ਕੋਈ ਰਿਜ਼ਰਵ ਹੈ ਨਾ ਤੁਹਾਡੇ ਕੋਲੇ, ਹਰ ਅੰਗ ਦੇ ਤਾਂ ਵਿੱਚ ਤੁਹਾਡੇ ਕੋਲ ਰਿਜ਼ਰਵ ਹੈ। ਦਿਲ 'ਚ ਵੀ ਰਿਜ਼ਰਵ ਹੈ, ਲਿਵਰ 'ਚ ਵੀ ਰਿਜ਼ਰਵ, ਲਿਵਰ ਦਾ ਤਾਂ ਬਹੁਤ ਜ਼ਿਆਦਾ। ਲਿਵਰ ਦਾ ਤਾਂ ਕਹਿੰਦੇ ਜਿਵੇਂ ਇੱਥੋਂ ਕਿਹਾ ਜਾਂਦਾ ਵੀ 10% ਲਿਵਰ ਵੀ ਅਗਰ ਬੰਦਾ ਕੰਮ ਕਰਦਾ ਰਹੇ ਤਾਂ ਉਹ ਬੰਦਾ ਲਈਦਾ ਨਹੀਂ ਹੈ। 10% ਵੀ ਇੰਨਾ ਵੱਡਾ ਦਿੱਤਾ। ਔਰ ਜਿਵੇਂ ਬਾਥਰੂਮ ਬੰਦੇ ਨੂੰ ਪਿਸ਼ਾਬ ਜਿਹੜਾ ਉਹ ਪੀਲਾ ਆ ਰਿਹਾ, ਗਾੜਾ ਪੀਲਾ ਆ ਰਿਹਾ, ਕੋਈ ਇਹਦੇ ਵੀ ਕਾਰਨ ਹੁੰਦੇ ਨੇ ਵਿੱਚ ਸ਼ੋਅ ਕਰਦੇ ਨੇ ਵੀ ਹਾਂ ਇਹ ਤੁਹਾਡਾ ਕਿਡਨੀ 'ਚ ਪ੍ਰੋਬਲਮ ਆ ਰਹੀ? ਨਹੀਂ, ਇੱਦਾਂ ਦਾ ਕੁਛ ਨਹੀਂ ਕਹਿ ਸਕਦੇ ਆਪਾਂ, ਇੱਦਾਂ ਦੀ ਕੋਈ ਗੱਲ ਨਹੀਂ ਕਹਿ ਸਕਦੇ ਆਪਾਂ ਅਲਟਰਾਸਾਊਂਡ ਦੇ ਵਿੱਚ ਪਹਿਲਾਂ ਆ ਜਾਂਦਾ। ਤੁਸੀਂ ਅਲਟਰਾਸਾਊਂਡ ਨਹੀਂ, ਪਰਸੈਂਟੇਜ ਵਾਲਾ ਤਾਂ ਫਿਰ ਹੋਰ ਟੈਸਟ ਹੈ, ਉਹ ਤਾਂ ਗਾਮਾ ਕੈਮਰੇ ਨਾਲ ਹੁੰਦੀ ਹੈ, ਜਿਹੜੀ ਜਿਹਨੂੰ ਰੀਨਲ ਸਟੱਡੀ ਕਹਿੰਦੇ ਆਪਾਂ, ਉਹ ਥੋੜ੍ਹੀ ਮਹਿੰਗੀ ਹੁੰਦੀ ਹੈ। ਲੇਕਿਨ ਜਿਹੜਾ ਅਲਟਰਾਸਾਊਂਡ, ਇਵਨ ਆਲਰੇਡੀ ਅਲਟਰਾਸਾਊਂਡ ਵੀ ਹੈਗਾ ਜਿਹੜਾ ਕਿਡਨੀ ਦਾ, ਉਹ ਵੀ ਉਹਦੇ 'ਚ ਵੀ ਇੱਦਾਂ ਦੀਆਂ ਚੇਂਜਿਸ ਆ ਜਾਂਦੀਆਂ ਜਿਹੜੀਆਂ ਕਿ ਸ਼ੋਅ ਕਰਦੀਆਂ ਕਿ ਕਿਡਨੀ ਡੈਮੇਜ ਹੋ ਰਹੀ ਹੈ। ਹਾਂ, ਅਤੇ ਉਹ ਵੀ ਕਰਾਇਆ ਹੁੰਦਾ ਕਿਸੇ ਹੋਰ ਮਕਸਦ ਲਈ ਅਲਟਰਾਸਾਊਂਡ, ਅਤੇ ਉਹਦੇ 'ਚ ਆ ਜਾਂਦਾ ਵੀ ਕਿਡਨੀ ਜਿਹੜੀਆਂ ਨੇ ਉਹ ਕਿਤੇ ਦਾ ਡਾਊਟ ਪਾ ਦਿੰਦੀਆਂ ਵੀ ਉਹ ਡੈਮੇਜ ਹੋ ਰਹੀਆਂ ਨੇ। ਲੇਕਿਨ ਅਦਰਵਾਈਜ਼ ਜਿਹੜਾ ਯੂਰਿਕ ਐਸਿਡ ਸਭ ਤੋਂ ਪਹਿਲੀ ਅਲਾਮਤ ਹੈ। ਯੂਰੀਆ ਅਤੇ ਕ੍ਰੀਟਿਨ ਫਿਰ ਉਸ ਤੋਂ ਬਾਅਦ ਕਿਡਨੀ ਫੰਕਸ਼ਨ ਡਿਸਟਰਬ ਹੋਣੇ ਸ਼ੁਰੂ ਹੋ ਜਾਂਦੇ ਆ। ਅਤੇ ਜਿਹੜੀ ਬੰਦੇ ਦੀ ਸਿਹਤ ਖਰਾਬ ਹੁੰਦੀ ਹੈ ਕਿਡਨੀ ਕਰਕੇ, ਉਹ ਕਾਫੀ ਲੇਟ ਹੁੰਦੀ ਹੈ, ਜਿਹਨੂੰ ਆਪਾਂ ਕਲੀਅਰ ਕੱਟ ਕਹਿ ਸਕੀਏ ਵੀ ਗੁਰਦਿਆਂ ਦੀ ਫੇਲ ਕਰਕੇ ਜਿਹੜੀਆਂ ਅਲਾਮਤਾਂ ਹੋ ਰਹੀਆਂ ਉਹ ਕਾਫੀ ਲੇਟ ਹੁੰਦੀ ਹੈ, ਜਦ ਤੱਕ ਜਿਹੜੀ ਕਾਫੀ ਜ਼ਿਆਦਾ ਡੈਮੇਜ ਹੋ ਚੁੱਕਾ ਹੁੰਦਾ। ਸੋ ਇਸ ਕਰਕੇ ਆਪਾਂ ਨੂੰ ਇਹਦੇ ਲਈ ਅਲਰਟ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਐਪੀਡੈਮਿਕ ਹੋ ਰਹੀ ਹੈ। ਔਰ ਐਪੀਡੈਮਿਕ ਨਹੀਂ ਹੋ ਰਹੀ ਕਿਉਂਕਿ ਆਪਾਂ ਦੂਜੇ ਪਾਸੇ ਵੀ ਦੇਖੀਏ ਤਾਂ ਜਿਹੜੀਆਂ ਜਿਹਨੂੰ ਕਹਿੰਦੇ ਜ਼ਹਿਰਾਂ ਕਰਕੇ ਜੋ ਬਿਮਾਰੀਆਂ ਕਰੋਨਿਕ ਨੇ, ਕਿ ਸਾਡੇ ਹਵਾ, ਪਾਣੀ, ਮਿੱਟੀ, ਭੋਜਨ ਚਾਰੇ ਇਸ ਵੇਲੇ ਫੁੱਲ ਆਫ ਪੋਇਜ਼ਨਸ ਨੇ। ਜੋ ਅਸੀਂ ਪਿਛਲੇ 50-60 ਸਾਲਾਂ 'ਚ ਸੁਆਹ ਕੇ ਉਡਾਈ ਹੈ, ਉਹਦੀ ਸਜ਼ਾ ਹੁਣ ਸਾਨੂੰ ਮਿਲ ਰਹੀ ਹੈ। ਇਸ ਵੇਲੇ ਅਸੀਂ ਉਹਦੇ ਪੂਰੇ ਪਰ ਜੋਬਨ 'ਤੇ ਹਾਂ ਕਿ ਅਸੀਂ ਸਜ਼ਾ ਭੁਗਤ ਰਹੇ ਹਾਂ। ਉਹ ਸਜ਼ਾ ਅਲੱਗ-ਅਲੱਗ ਸ਼ਕਲ 'ਚ ਹੈਗੀ ਹੈ। ਉਹਦੇ 'ਚ ਗੁਰਦੇ ਇੱਕ ਸ਼ਕਲ ਉਹਦੀ ਗੁਰਦੇ ਨੇ ਕਿ ਸਾਡੇ ਗੁਰਦੇ ਧੜਾ ਫੇਲ ਹੋ ਰਹੇ ਆ, ਸਾਡੇ ਗੁਰਦੇ ਬਹੁਤ ਅੰਡਰ ਪ੍ਰੈਸ਼ਰ ਨੇ।
ਅੰਡਰ ਪ੍ਰੈਸ਼ਰ ਨੇ ਕਿਉਂਕਿ ਗੋਬਿੰਦ ਜੀ ਇੱਕ ਜਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ, ਔਰ ਮੈਂ ਸਾਰੇ ਸਰੋਤਿਆਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਇਸ ਗੱਲ ਨੂੰ ਯਾਦ ਰੱਖਣ ਕਿ ਜੇ ਅਗਰ ਸਾਡੇ ਬਾਹਰ ਜ਼ਹਿਰ ਨੇ, ਉਹ ਜ਼ਹਿਰ ਸਾਡੇ ਅੰਦਰ ਜਾਣਗੇ। ਕੋਈ ਦੁਨੀਆ ਦੀ ਸ਼ਕਤੀ ਉਹਨੂੰ ਰੋਕ ਨਹੀਂ ਸਕਦੀ, ਨਾ ਹਵਾ, ਨਾ ਪਾਣੀ, ਨਾ ਭੋਜਨ। ਜੇ ਤੁਹਾਡੇ 'ਚ ਉਹਦੇ 'ਚ ਅੰਦਰ ਜ਼ਹਿਰ ਹੈਗਾ ਤਾਂ ਸਰੀਰ 'ਚ ਵੀ ਜਾਏਗਾ। ਕੋਈ ਇਹੋ ਜਿਹਾ ਕੋਈ ਫਿਲਟਰ ਨਹੀਂ ਲੱਗਿਆ ਹੋਇਆ ਜਿਹੜਾ ਉਹਨਾਂ ਜ਼ਹਿਰਾਂ ਨੂੰ ਰੋਕ ਕੇ ਤੁਹਾਡੇ ਬਾਹਰ ਰੋਕ ਲਵੇ। ਹੁਣ ਜੇ ਉਹ ਜ਼ਹਿਰ ਸਰੀਰ ਚਲੇ ਗਏ ਆ ਤਾਂ ਬਿਮਾਰ ਕਰਨਗੇ ਜਾਂ ਸਰੀਰ ਨੂੰ ਬਾਹਰ ਕੱਢ ਸਕੇ, ਜਾਂ ਤੁਹਾਨੂੰ ਬਾਹਰ ਕੱਢਦੇ ਸਰੀਰ ਵੀ ਗਏ ਆ। ਅੱਜ ਮੰਨ ਲਓ ਆਪਾਂ ਮੋਟਾ ਉਹੀ ਕਰੂੜ ਜੀ ਗੱਲ ਆਈ ਹੈ, ਜੇ ਮੰਨ ਲਓ ਅੱਜ ਤੁਹਾਡੇ ਕੋਲ 50 ਯੂਨਿਟ ਕੋਈ ਜ਼ਹਿਰ ਚਲੇ ਗਏ, ਮਿਣਤੀ ਤਾਂ ਉੱਦਾਂ ਦੀ ਬੜੀ ਔਖੀ ਹੁੰਦੀ ਹੈ, ਲੇਕਿਨ ਆਪਾਂ ਉਹ ਜਸਟ ਸਮਝਣ ਵਾਸਤੇ ਕਹੀਏ ਕਿ ਮੰਨ ਲਓ 50 ਯੂਨਿਟ ਤੁਹਾਡੇ ਅੰਦਰ ਜ਼ਹਿਰ ਚਲੇ ਗਏ, ਤਾਂ ਤੁਹਾਡਾ ਸਰੀਰ ਇਸ ਗੱਲ ਦੇ ਸਮਰਥ ਹੋਣਾ ਚਾਹੀਦਾ ਕਿ 50 ਯੂਨਿਟ ਨੂੰ ਬਾਹਰ ਕੱਢ ਦੇਵੇ। ਸਰੀਰ ਕੋਲ ਇਹੋ ਜਿਹਾ ਕੋਈ ਸਟੋਰ ਨਹੀਂ ਹੈ ਕਿ ਉਹ ਜ਼ਹਿਰਾਂ ਨੂੰ ਜਾ ਕੇ ਕਿਸੇ ਖੂੰਜੇ 'ਚ ਲਾ ਦੇਵੇ ਤਾਂ ਤੁਹਾਨੂੰ ਨੁਕਸਾਨ ਨਾ ਹੋਣ ਦੇਵੇ। ਫਿਰ ਜੇ ਉਹ ਜ਼ਹਿਰ ਤੁਹਾਡੇ ਅੰਦਰ ਹੈਗੇ ਆ, ਮੰਨ ਲਓ ਤੁਹਾਡੇ ਅੰਦਰ ਗਿਆ ਤਾਂ 50 ਯੂਨਿਟ, ਤੁਹਾਡੇ ਸਰੀਰ ਨੇ ਬਾਹਰ ਕੱਢਿਆ 30 ਯੂਨਿਟ, ਉਹ 20 ਯੂਨਿਟ ਰਹਿ ਗਿਆ ਅੰਦਰ। ਅਗਲੇ ਦਿਨ ਫਿਰ ਉਹੀ ਵਾਪਰਿਆ, ਫਿਰ 20 ਯੂਨਿਟ ਅੰਦਰ, ਅਗਲੇ ਦਿਨ ਫਿਰ ਉਹੀ ਵਾਪਰਿਆ। ਕੀ ਹੋਊਗਾ? ਤੁਹਾਡੇ ਜਿਵੇਂ ਪੌੜੀਆਂ ਚੜ੍ਹ ਰਹੇ ਹੋ, ਤੁਸੀਂ ਜ਼ਹਿਰ ਦੀਆਂ ਪੌੜੀਆਂ ਚੜ੍ਹ ਰਹੇ ਹੋ, ਇੱਕ ਸਟੇਜ ਆਏਗੀ ਜਿੱਥੇ ਤੁਸੀਂ ਬਹੁਤ ਗ੍ਰੋਸਲੀ ਬਿਮਾਰ ਹੋ ਜਾਓਗੇ। ਉਸ ਬਿਮਾਰੀ 'ਚ ਸਭ ਤੋਂ ਪਹਿਲਾਂ ਮਾਰਚ ਕੌਣ ਆਏਗਾ? ਕਿਡਨੀ। ਨੰਬਰ 2 'ਤੇ ਆਏਗਾ ਲਿਵਰ। ਨੰਬਰ 3 'ਤੇ ਆ ਗਈ ਸਕਿਨ, ਕਿਉਂਕਿ 3 ਔਰਗਨ ਉਹ ਨੇ ਜਿਨ੍ਹਾਂ ਨੂੰ ਕੁਦਰਤ ਨੇ ਡੀਟੌਕਸੀਫਿਕੇਸ਼ਨ ਦੀ ਪਾਵਰ ਬਖਸ਼ੀ ਹੈ। ਚੌਥਾ ਹੈ ਫੇਫੜੇ। ਸੋ 4 ਅੰਗ ਨੇ ਜਿਨ੍ਹਾਂ ਨੇ ਜਦੋਂ ਸਾਡੇ ਹਵਾ, ਪਾਣੀ, ਮਿੱਟੀ, ਭੋਜਨ 'ਚੋਂ ਜ਼ਹਿਰ ਅੰਦਰ ਜਾ ਰਹੇ ਹੈ ਤਾਂ ਇਹਨਾਂ ਨੂੰ ਕੁਦਰਤ ਨੇ ਉਹ ਸ਼ਕਤੀ ਬਖਸ਼ੀ ਹੈ ਕਿ ਨਾਲ ਦੀ ਨਾਲ ਬਾਹਰ ਕੱਢਣ। ਗੁਰਦਿਆਂ ਦਾ, ਅੰਤੜੀਆਂ ਦਾ ਚਲੋ ਉਹ ਪਹਿਲਾਂ ਹੈ ਹੀ ਹੈ ਨਾ, ਪਹਿਲਾ ਬੈਰੀਅਰ ਅੰਤੜੀਆਂ ਨੇ, ਕਿ ਅੰਤੜੀਆਂ ਦੇ ਵਿੱਚ ਕੁਦਰਤ ਨੇ ਇਹੀ ਸ਼ਕਤੀ ਲਾਈ ਹੈ ਕਿ ਕੁਦਰਤ ਨੂੰ ਜਿਹੜੀ ਚੀਜ਼ ਨਹੀਂ ਚਾਹੀਦੀ ਕੁਦਰਤ ਉੱਥੇ ਰੋਕ ਲੈਂਦੀ ਹੈ ਅਤੇ ਉਹਨੂੰ ਪੱਟੀ 'ਚ ਬਾਹਰ ਕੱਢ ਦਿੰਦੀ ਹੈ। ਉਹ ਤਾਂ ਡੇਲੀ ਕੱਢਦੇ ਨਾ ਆਪਾਂ। ਫਿਰ ਜੋ ਸਾਡੇ ਅੰਦਰ ਖੂਨ ਚਲਾ ਗਿਆ, ਮੈਂ ਉਹਦੀ ਗੱਲ ਕਰਦਾ, ਜੋ ਖੂਨ 'ਚ ਨਹੀਂ ਗਿਆ ਉਹ ਤਾਂ ਅੰਤੜੀਆਂ ਦਾ ਤਾਂ ਪਹਿਲਾ ਫਸਟ ਬੈਰੀਅਰ ਹੈ ਹੀ ਹੈ, ਪਹਿਲਾ ਫਿਲਟਰ ਅੰਤੜੀਆਂ ਨੇ, ਕਿ ਜੋ ਸਾਡੇ ਸਰੀਰ ਨੂੰ ਨਹੀਂ ਸੀ ਚਾਹੀਦਾ ਕੁਦਰਤ ਨੇ ਉਹਨੂੰ ਫਿਰ ਈਵਨ ਜੇ ਕਿਤੇ ਉਹ ਜਿਹੜਾ ਲਿਵਰ ਦਾ ਵੇਸਟ ਹੈ ਉਹ ਵੀ ਤਾਂ ਪੱਟੀ 'ਚ ਹੀ ਆਉਂਦਾ ਨਾ। ਕੋਈ ਲਿਵਰ ਨੇ ਜਿਹੜਾ ਡੀਟੌਕਸੀਫਿਕੇਸ਼ਨ ਕੀਤੀ ਉਹ ਬਾਈਲ ਰਾਹੀਂ ਅੰਤੜੀਆਂ ਛੱਡ ਦਿੰਦਾ। ਉਹ ਬਾਈਲ ਜਿਹੜਾ ਹੁੰਦਾ ਹੈ, ਲਿਵਰ ਦੀ ਸਕ੍ਰੀਸ਼ਨ ਹੈ, ਲਿਵਰ ਦਾ ਰਸ ਹੈ ਜਿਹੜਾ, ਉਹ ਲਿਵਰ ਦਾ ਰਸ ਦੇ ਅੰਦਰ ਇੱਕ ਤਾਂ ਉਹ ਰਸ ਨੇ ਜਿਹਨਾਂ ਨੇ ਖਾਣਾ ਹਜ਼ਮ ਕਰਨਾ, ਲੇਕਿਨ ਕੁਛ ਉਹ ਚੀਜ਼ਾਂ ਵੀ ਹੈਗੀਆਂ ਨੇ ਜਿਹੜੀਆਂ ਲਿਵਰ ਨੇ ਜ਼ਹਿਰਾਂ ਨੂੰ ਨਿਊਟਰਲਾਈਜ਼ ਕਰਕੇ ਪੈਦਾ ਕੀਤਾ, ਕੂੜਾ, ਕਚਰਾ। ਉਹ ਕਚਰਾ ਵੀ ਫਿਰ ਪਾਟੀ ਰਾਹੀਂ ਬਾਹਰ ਨਿਕਲ ਜਾਂਦਾ। ਤਾਂ ਪਾਟੀ ਤਾਂ ਹੈਗੀ ਤੁਹਾਡੀ ਗੱਲ ਸਹੀ ਪੁਆਇੰਟ ਆਊਟ ਕੀਤੀ ਤੁਸੀਂ ਗੱਲ ਕਿ ਜੇ ਆਪਾਂ ਅੰਗ ਲਾਈਏ ਤਾਂ ਫਿਰ ਉਹ 5 ਅੰਗ ਬਣਦੇ ਆ, ਅੰਤੜੀਆਂ ਵੀ ਬਣਦੀਆਂ ਨੇ। ਤਾਂ ਇਹ ਅੱਡ-ਅੱਡ ਬੈਰੀਅਰ ਨੇ ਕੁਦਰਤ ਦੇ, ਅੱਡ-ਅੱਡ ਤਰੀਕੇ ਨੇ ਕੁਦਰਤ ਦੇ ਸਾਨੂੰ ਸਾਡੇ ਅੰਦਰ ਜ਼ਹਿਰ ਨੂੰ ਇਕੱਠਾ ਹੋਣ ਤੋਂ ਰੋਕਣ ਲਈ, ਕਿਉਂਕਿ ਕੁਦਰਤ ਨੂੰ ਪਤਾ ਜਿਸ ਸ਼ਕਤੀ ਨੇ, ਜਿਸ ਪ੍ਰਮਾਤਮਾ ਨੇ ਸਾਨੂੰ ਬਣਾਇਆ, ਉਹਨੂੰ ਪਤਾ ਹੈ ਕਿ ਇਹ ਸਰੀਰ ਜਿਹੜਾ ਬਹੁਤੇ ਜ਼ਹਿਰ ਇਕੱਠੇ ਹੋਣਾ ਬਰਦਾਸ਼ਤ ਨਹੀਂ ਕਰ ਸਕਦਾ। ਜੇ ਇਕੱਠੇ ਹੋਣਗੇ ਤਾਂ ਬੰਦਾ ਮਰੇਗਾ। ਅਤੇ ਕੁਦਰਤ ਕਦੀ ਵੀ ਇੱਦਾਂ ਨਹੀਂ ਜਿਹੜੀ ਤੁਹਾਨੂੰ ਇਸ ਗੱਲ ਲਈ ਪਰਮਿਟ ਕਰਦੀ ਕਿ ਤੁਸੀਂ ਆਪਣਾ ਜਿੰਨੀ ਉਮਰ ਲਈ ਉਹਨੇ ਬਣਾਇਆ ਉਸ ਤੋਂ ਪਹਿਲਾਂ ਮਰੇ। ਕੁਦਰਤ ਇਸ ਗੱਲ ਦੀ ਯਤਨਸ਼ੀਲ ਰਹਿੰਦੀ ਹੈ ਕਿ ਤੁਸੀਂ ਜਿੰਨੇ ਸਾਲਾਂ ਲਈ ਬਣੇ ਹੋ ਉਨੇ ਸਾਲ ਜ਼ਿੰਦਗੀ ਭੋਗ ਕੇ ਜਾਓ। ਸੋ ਕੁਦਰਤ ਕੀ ਕਰਦੀ ਹੈ? ਅੰਤੜੀਆਂ 'ਚੋਂ ਕੱਢਣ ਵਾਲੇ ਅੰਤੜੀਆਂ 'ਚੋਂ ਕੱਢਤਾ, ਬਾਕੀ ਗੁਰਦਿਆਂ ਵਾਲਾ ਕੱਢਣ ਦਾ ਆਪਣਾ ਤਰੀਕਾ ਕਿ ਉਹ ਪਿਸ਼ਾਬ ਰਾਹੀਂ ਨਿਕਲ ਗਿਆ। ਲਿਵਰ ਦਾ ਆਪਣਾ ਤਰੀਕਾ ਕਿ ਉਹਨੇ ਜ਼ਹਿਰਾਂ ਨੂੰ ਨਿਊਟਰਲਾਈਜ਼ ਕਰਕੇ ਬਾਹਰ ਸਿੱਟਤਾ ਬਾਈਲ ਰਾਹੀਂ। ਫੇਫੜਿਆਂ ਦਾ ਆਪਣਾ ਤਰੀਕਾ ਕਿ ਜਿਹੜੀ ਕੋਈ ਵੋਲਾਟਾਈਲ ਚੀਜ਼ ਹੈ, ਜਿਹੜੀ ਗੈਸ ਦੀ ਸ਼ਕਲ 'ਚ ਬਾਹਰ ਨਿਕਲ ਸਕਦੀ ਹੈ, ਉਹਨੂੰ ਗੈਸ ਰਾਹੀਂ ਬਾਹਰ ਕੱਢਤਾ। ਠੀਕ ਹੈ। ਅਤੇ ਚਮੜੀ ਦਾ ਤਰੀਕਾ ਕਿ ਪਸੀਨੇ ਰਾਹੀਂ, ਅਤੇ ਜਿਹੜਾ ਤੇਲ ਅਤੇ ਇੱਕ ਆਇਲ ਟਾਈਪ ਚੀਜ਼ ਵੀ ਨਿਕਲਦੀ ਹੈ, ਆਇਲੀ ਨਾ, ਸਾਡੀ ਸਕਿਨ ਆਇਲੀ ਹੋ ਜਾਂਦੀ ਹੈ, ਤਾਂ ਉਹ ਸਕਿਨ ਦੇ ਆਪਣੇ ਤਰੀਕੇ ਨੇ ਬਾਹਰ ਕੱਢਣ ਦੇ। ਤਾਂ ਇਹ ਸਾਰੇ ਅੰਗ ਆਪੋ ਆਪਣੇ ਢੰਗ ਨਾਲ ਕੰਮ ਕਰਦੇ ਆ। ਜਿਹੜੀ ਇਹ ਆਇਲ ਨਿਕਲਦਾ ਇਹ ਵੀ ਟੌਕਸਿਨ ਹੈ ਜਿਹੜਾ ਅੰਦਰੋਂ ਬਾਹਰ ਨਿਕਲਿਆ? ਨਹੀਂ, ਉਹ ਕਈ ਪਰਪਜ਼ ਨੇ ਉਹਦੇ ਆਇਲ ਨਿਕਲਦੇ। ਆਇਲ ਨਿਕਲਣ ਦਾ ਪਰਪਜ਼ ਸਕਿਨ ਨੂੰ ਹੈਲਦੀ ਰੱਖਣ ਲਈ ਵੀ ਆਇਲੀ ਰੱਖਣਾ ਪੈਂਦਾ ਨਾ। ਆਪਾਂ ਤੇਲ ਲਾਉਂਦੇ ਹਾਂ, ਉਹ ਤਾਂ ਹੋ ਗਿਆ ਐਕਸਟਰਾ ਤੇਲ, ਲੇਕਿਨ ਸਕਿਨ ਦੇ ਅੰਦਰ ਵੀ ਇੱਕ ਤੇਲ ਪ੍ਰੋਡਿਊਸ ਕਰਨ ਦੇ ਗ੍ਰੰਥੀਆਂ ਹੈਗੀਆਂ ਨੇ ਤਾਂ ਕਿ ਸਕਿਨ ਜਿਹੜੀ ਹੈ ਉਹਨੂੰ ਸਮੂਥ ਰੱਖਣਾ, ਬਾਹਰ ਨਾਲ ਕਨੈਕਟਡ ਹੈ ਨਾ। ਜਿੱਦਾਂ ਆਪਾਂ ਕਿਸੇ ਵੀ ਚੀਜ਼ ਨੂੰ ਅਗਰ ਠੀਕ ਰੱਖਣਾ ਤਾਂ ਉਹਨੂੰ ਥੋੜ੍ਹਾ ਜਿਹਾ ਆਇਲੀ ਕਰ ਦਿੰਦੇ ਹਾਂ, ਤਾਂ ਚਮੜੀ ਜਿਹੜੀ ਆਇਲੀ ਥੋੜ੍ਹੀ ਜਿਹੀ ਰੱਖਦੀ ਹੈ, ਕੁਦਰਤੀ ਵੀ ਇਹ ਹੈ। ਅਤੇ ਜਦੋਂ ਜਿਵੇਂ ਹਾਂ ਇਹ ਅੱਛੀ ਚੀਜ਼ ਹੈ, ਲੇਕਿਨ ਸਰਦੀਆਂ ਦੇ ਅੰਦਰ ਜੋ ਖੁਸ਼ਕ ਹਵਾ ਹੁੰਦੀ ਹੈ ਜਾਂ ਜਦੋਂ ਬਜ਼ੁਰਗ ਹੋ ਜਾਂਦੇ, ਜਿਹੜਾ ਬੁੜੇ ਹੋ ਜਾਂਦੇ ਆ, ਉਹਨਾਂ ਦੀ ਆਇਲ ਸਕਿਨ ਦੇ ਵਿੱਚ ਆਇਲ ਦੇ ਜਿਹੜੀਆਂ ਗ੍ਰੰਥੀਆਂ ਨੇ, ਤੇਲ ਵਾਲੀਆਂ ਗ੍ਰੰਥੀਆਂ ਨੇ, ਉਹ ਕਮਜ਼ੋਰ ਪੈ ਜਾਂਦੀਆਂ ਨੇ, ਫਿਰ ਉਹਨੂੰ ਜ਼ਿਆਦਾ ਤੇਲ ਲਾਉਣਾ ਪੈਂਦਾ। ਬੱਚਿਆਂ ਤੁਸੀਂ ਦੇਖੋਗੇ, ਬੱਚਿਆਂ ਨੂੰ ਉਹਨਾਂ ਤੇਲ ਨਹੀਂ ਵੀ ਲਾਓ ਤਾਂ ਵੀ ਉਹਨਾਂ ਦੀ ਚਮੜੀ ਜਿਹੜੀ ਹੈ ਉਹ ਨਰਮ ਰਹਿੰਦੀ ਹੈ ਔਰ ਉਹਦੇ 'ਚ ਕੋਈ ਖੁਸ਼ਕੀ ਦੇ ਸਾਈਨ ਨਹੀਂ ਆਉਂਦੇ। ਤਾਂ ਉਹ ਆਇਲ ਵੀ ਹੈ। ਪਸੀਨਾ ਸਭ ਤੋਂ ਵੱਡੀ ਗੱਲ ਹੈ ਕਿ ਪਸੀਨਾ ਜਿਹੜਾ ਹੈ ਉਹ ਵੀ ਡੀਟੌਕਸੀਫਿਕੇਸ਼ਨ ਦਾ ਤਰੀਕਾ।
ਸੋ ਜੀ ਆਪਾਂ ਗੱਲ ਕਰ ਰਹੇ ਸੀਗੇ ਕਿ ਜੇ ਕੁਦਰਤ ਜੇ ਤੁਸੀਂ ਜ਼ਹਿਰ ਬਾਹਰ ਨਹੀਂ ਕੱਢ ਪਾਉਂਦੇ ਇਹਨਾਂ ਸਾਰੇ ਪੰਜਾਂ ਅੰਗਾਂ ਰਾਹੀਂ ਵੀ, ਇੰਨਾ ਜ਼ਿਆਦਾ ਜ਼ਹਿਰ ਹੈ ਤੁਹਾਡਾ, ਤਾਂ ਤੁਸੀਂ ਬਿਮਾਰ ਹੋਣਾ ਹੀ ਹੋਣਾ। ਸੋ ਇਸ ਕਰਕੇ ਆਪਾਂ ਨੂੰ ਉਹ ਗੱਲ ਸਮਝਣੀ ਚਾਹੀਦੀ ਹੈ ਕਿ ਆਪਾਂ ਉਸ ਜ਼ਹਿਰਾਂ ਦੀ ਐਂਟਰੀ ਜਿਹੜੀ ਉਹਨੂੰ ਘਟਾਈਏ। ਬਿਲਕੁਲ 100% ਬਲੋਕ ਨਹੀਂ ਹੋ ਸਕਦੀ ਹਾਲੇ, ਉਹ ਬੜਾ ਲੰਬਾ ਸਮਾਂ ਲੱਗੇਗਾ। ਲੇਕਿਨ ਅੱਜ ਸਾਨੂੰ ਫੌਰੀ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਕਿ ਆਪਣੀ ਜ਼ਹਿਰ ਜਿਹੜੀ ਉਹਨਾਂ ਦੀ ਮਾਤਰਾ ਘਟੇ, ਹਵਾ 'ਚ ਵੀ ਘਟੇ, ਪਾਣੀ 'ਚ ਵੀ ਘਟੇ, ਭੋਜਨ 'ਚ ਵੀ ਘਟੇ। ਬਾਕੀ ਜਿਹੜੇ ਸਾਡੇ ਕੁਛ ਚੀਜ਼ਾਂ ਜਿਹੜੀਆਂ ਨੇ ਸਾਡੇ ਅੰਦਰ, ਜਿਹੜੇ ਜਦੋਂ ਅਸੀਂ ਸਟ੍ਰੈਸ ਚਾਹੁੰਦੇ ਹਾਂ, ਤਣਾਅ ਚਾਹੁੰਦੇ ਹਾਂ, ਦੁੱਖ ਚਾਹੁੰਦੇ ਹਾਂ, ਵਿਚਾਰਾਂ 'ਚ ਵੀ ਘਟੇ। ਕਿਉਂਕਿ ਵਿਚਾਰ ਵੀ ਜਿਹੜੇ ਹੁੰਦੇ ਆ, ਜੋ ਖੁਸ਼ੀ ਦੇ ਵਿਚਾਰ ਨਹੀਂ ਹੁੰਦੇ, ਜੋ ਆਨੰਦ ਦੇ ਵਿਚਾਰ ਨਹੀਂ ਹੁੰਦੇ, ਜੇ ਉਹ ਹੁਲਾਸ ਦੇ ਵਿਚਾਰ ਨਹੀਂ ਹੁੰਦੇ, ਅਤੇ ਉਹ ਗਮ ਦੇ, ਬਦਲੇ ਦੇ, ਈਰਖਾ ਦੇ, ਨਫ਼ਰਤ ਦੇ ਵਿਚਾਰ ਹੁੰਦੇ ਆ, ਤਾਂ ਉਹ ਫਿਰ ਜ਼ਹਿਰ ਪੈਦਾ ਕਰਦੇ ਆ। ਜ਼ਹਿਰੀਲੇ ਵਿਚਾਰ, ਜ਼ਹਿਰੀਲੇ ਕੈਮੀਕਲ ਪੈਦਾ ਕਰਦੇ ਆ, ਉਹ ਸਾਡੇ ਅੰਦਰ ਬਣਦੇ ਆ। ਉਹ ਵੀ ਬਾਹਰ ਕੱਢਣੇ ਪੈਂਦੇ ਆ ਕੁਦਰਤ ਨੂੰ, ਉਹ ਵੀ ਬਾਹਰ ਕੱਢਣੇ ਪੈਂਦੇ ਆ। ਤਾਂ ਕਿਤੇ ਨਾ ਕਿਤੇ ਜਿਹੜਾ ਇਹ ਵਰਤਾਰਾ ਹੈ, ਇਹ ਸਾਨੂੰ ਆਪਣੀ ਜ਼ਿੰਦਗੀ 'ਚ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਆਪਾਂ ਕਿਵੇਂ ਕਰੀਏ। ਤਾਂ ਇਸੇ ਨੂੰ ਅਸੀਂ ਹੋਲਿਸਟਿਕ ਕਹਿੰਦੇ ਹਾਂ। ਹੋਲਿਸਟਿਕ ਦਾ ਮਤਲਬ ਹੈ ਕੱਲੀ ਚੀਜ਼ ਦੇਖੋ। ਕੱਲੀ ਇੱਕ ਦਵਾਈ ਖਾ ਕੇ ਕੋਈ ਸਿਹਤ ਨਹੀਂ ਮਿਲ ਸਕਦੀ, ਟੀਕਾ ਲਵਾ ਕੇ ਸਿਹਤ ਨਹੀਂ ਮਿਲ ਸਕਦੀ, ਕੋਈ ਆਪਰੇਸ਼ਨ ਕਰਾ ਕੇ ਸਿਹਤ ਨਹੀਂ ਮਿਲ ਸਕਦੀ। ਤੁਹਾਨੂੰ ਆਪਣੀ, ਕਿਉਂਕਿ ਜ਼ਿੰਦਗੀ 'ਚ ਮਲਟੀਪਲ ਥਾਵਾਂ ਤੋਂ ਤੁਹਾਡੇ ਨੁਕਸਾਨ ਹੋਣ ਦੀ ਸੰਭਾਵਨਾ ਹੈਗੀ ਆ। ਉੱਥੇ ਉਹਨੂੰ ਪਲੱਗ ਕਰੋ, ਉੱਥੇ ਰੋਕੋ। ਅਤੇ ਜੇ ਨਹੀਂ ਰੁਕਿਆ ਤਾਂ ਫਿਰ ਆਪਣੇ ਸਰੀਰ ਨੂੰ ਇੰਨਾ ਸક્ષਮ ਕਰੋ ਕਿ ਉਹ ਡੀਟੌਕਸੀਫਾਈ ਕਰ ਸਕੇ। ਕੋਈ ਸਰੀਰ ਦੇ ਅੰਦਰ ਪਾਵਰ ਹੈ, ਉਹ ਜਿਹੜੇ ਆਪਾਂ ਡੀਟੌਕਸੀਫਿਕੇਸ਼ਨ ਦੇ ਆਰਗਨ ਨੇ ਆਪਣੇ 5, ਉਹ ਜੇ ਕਮਜ਼ੋਰ ਪੈ ਜਾਂਦੇ ਆ, ਜੇ ਸਾਡੀਆਂ ਅੰਤੜੀਆਂ ਕਮਜ਼ੋਰ ਪੈ ਜਾਂਦੀਆਂ, ਸਾਨੂੰ ਮੰਨ ਲਓ ਕਬਜ਼ੀ ਆ ਤਾਂ ਅੰਤੜੀਆਂ ਕਮਜ਼ੋਰ ਹੋ ਗਈਆਂ। ਜੇ ਸਾਡੇ ਗੁਰਦੇ ਕੰਮ ਨਹੀਂ ਪ੍ਰੋਪਰਲੀ ਕਰ ਰਹੇ ਤਾਂ ਗੁਰਦੇ ਕਮਜ਼ੋਰ ਹੋ ਗਏ। ਜੇ ਲਿਵਰ ਨਹੀਂ ਪ੍ਰੋਪਰਲੀ ਕੰਮ ਕਰ ਰਿਹਾ, ਲਿਵਰ ਕਮਜ਼ੋਰ ਹੋ ਗਿਆ। ਜੇ ਸਾਡੇ ਫੇਫੜੇ ਪ੍ਰੋਪਰ ਨਹੀਂ ਹੈਗੇ ਤਾਂ ਸਾਡੇ ਫੇਫੜੇ ਕਮਜ਼ੋਰ ਹੋ ਗਏ। ਸਕਿਨ ਨਹੀਂ ਪ੍ਰੋਪਰ ਹੈਗੀ, ਸਕਿਨ ਦੇ ਤਾਂ ਮੰਨ ਲਓ ਆਪਾਂ ਕੋਈ ਵਰਜਿਸ਼ ਨਹੀਂ ਕਰਦੇ, ਕੋਈ ਮਸਾਜ ਨਹੀਂ ਕਰਦੇ, ਕੁਛ ਨਹੀਂ ਕਰਦੇ, ਤਾਂ ਅਸੀਂ ਕਹਿੰਦੇ ਵੀ ਮਸਾਜ ਕਰੋ, ਸੁੱਕੀ ਮਸਾਜ ਕਰੋ, ਭਾਵੇਂ ਐਲੋਵੇਰਾ ਲਗਾ ਸਕਦੇ ਹਾਂ। ਤੋਂ ਕੁਛ ਚੀਜ਼ਾਂ ਤੋਂ ਸਕਿਨ ਨੂੰ ਹੈਲਦੀ ਰੱਖਣਾ। ਤਾਂ ਇਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਇਸੇ ਨੂੰ ਅਸੀਂ ਹੋਲਿਜ਼ਮ ਕਹਿੰਦੇ ਹਾਂ। ਇਸੇ ਨੂੰ ਕਹਿੰਦੇ ਹਾਂ ਕਿ ਸਰਵ ਪੱਖੀ, ਕਿ ਸਿਹਤ ਦੇ ਬਹੁਤ ਸਾਰੇ ਪੱਖ ਨੇ। ਸਿਹਤਮੰਦ ਰਹਿਣ ਲਈ ਹਵਾ ਵੀ ਚੰਗੀ ਚਾਹੀਦੀ ਹੈ, ਪਾਣੀ ਵੀ ਚੰਗਾ ਚਾਹੀਦਾ, ਭੋਜਨ ਵੀ ਚੰਗਾ ਚਾਹੀਦਾ। ਤੁਹਾਡਾ ਲਾਈਫ ਸਟਾਈਲ ਜਿਹੜਾ, ਤੁਹਾਡੇ ਜਿਹੜੇ ਫੂਡ ਇੰਡਸਟਰੀ ਹੈ, ਉਹ ਜਿਹੜਾ ਤੁਹਾਡੇ ਖਾਣਿਆਂ ਨੂੰ ਗੰਦਾ ਕਰ ਰਹੀ ਹੈ, ਉਹ ਵੀ ਬੰਦ ਕਰਨਾ ਚਾਹੀਦਾ। ਫਿਰ ਤੁਹਾਡੇ ਫਾਸਟ ਫੂਡਸ ਨੇ, ਉਹ ਗੰਦਾ ਨਵਾਂ ਭੈੜ ਲਿਆਂਦਾ ਸੀ, ਉਹਨੂੰ ਵੀ ਰੋਕਣਾ ਚਾਹੀਦਾ। ਫਿਰ ਤੁਹਾਡੇ ਜਿਹੜੇ ਹੈਲਥ ਸਿਸਟਮ ਦੇ ਗੰਦੀਆਂ ਦਵਾਈਆਂ ਖਾ ਰਹੇ ਆਪਾਂ, ਕੈਮੀਕਲ, ਉਹ ਵੀ ਕੈਮੀਕਲ ਦਵਾਈਆਂ ਬੰਦ ਕਰਕੇ ਆਪਾਂ ਜਿਹੜੀਆਂ ਉਹ ਜਿਹੜੀਆਂ ਨੈਚੁਰਲ ਕੁਦਰਤੀ ਦਵਾਈਆਂ 'ਤੇ ਆਈਏ, ਜਿਹੜੀਆਂ ਬੂਟੀਆਂ 'ਤੇ ਆਈਏ, ਪੱਤਿਆਂ 'ਤੇ ਆਈਏ, ਪਲਾਂਟਸ 'ਤੇ ਆਈਏ, ਆਯੁਰਵੇਦ 'ਤੇ ਆਈਏ, ਹੋਮੋਪੈਥੀ 'ਤੇ ਆਈਏ, ਨੈਚੁਰੋਪੈਥੀ 'ਤੇ ਆਈਏ, ਤਾਂ ਕਿ ਉਹ ਜਿਹੜੇ ਜ਼ਹਿਰੀਲੀਆਂ ਦਵਾਈਆਂ ਖਾ ਰਹੇ ਆਪਾਂ ਐਲੋਪੈਥੀ ਦੀ ਸ਼ਕਲ 'ਚ, ਉਹ ਆਪਣੇ ਆਪ 'ਚ ਬਹੁਤ ਵੱਡਾ ਜ਼ਹਿਰ ਨੇ। ਅੱਜ ਤਾਂ ਵੀ ਦਵਾਈਆਂ ਖਾਈ ਜਾਂਦੇ ਲੋਕ, ਮਤਲਬ ਉਸ ਤੋਂ ਵੀ ਸ਼ਾਇਦ ਉਹ ਖਾਣੇ ਨਾਲ ਵੀ ਜ਼ਿਆਦਾ ਜ਼ਹਿਰੀਲੀਆਂ ਨੇ। ਉਹ ਜੋ ਖਾਣੇ ਸਾਡੇ ਜ਼ਹਿਰ ਜਾ ਰਿਹਾ, ਹਵਾ ਜਾ ਰਿਹਾ, ਪਾਣੀ ਜਾ ਰਿਹਾ, ਤਾਂ ਜਾ ਹੀ ਰਿਹਾ। ਉਹਦਾ ਚਲੋ ਸਾਡੇ ਕੋਲ ਫੌਰੀ ਹੱਲ ਨਹੀਂ ਹੈਗਾ, ਲੇਕਿਨ ਦਵਾਈਆਂ ਤਾਂ ਕਮ ਸੇ ਕਮ ਸਾਡੀਆਂ ਬੰਦ ਹੋਣ। ਤਾਂ ਇਹ ਸਾਰਾ ਬਹੁਤ ਪੱਖੀ ਜਿਹੜਾ ਕੰਮ ਹੈ, ਉਹ ਕਿਤੇ ਨਾ ਕਿਤੇ ਗੁਰਦੇ 'ਤੇ ਵੀ ਲਾਗੂ ਹੁੰਦਾ। ਇਹ ਡਾਕਟਰ ਸਾਹਿਬ ਤੁਸੀਂ ਇਹ ਤਾਂ ਸਾਰਾ ਦੱਸਤਾ ਵੀ ਕਿਹੜੀਆਂ ਚੀਜ਼ਾਂ ਜਿਹੜੀਆਂ ਕਿਡਨੀ ਨੂੰ ਖਰਾਬ ਕਰਨੀਆਂ ਨੇ। ਲੇਕਿਨ ਜੇਕਰ ਆਪਾਂ ਮੈਡੀਕਲ ਸਾਇੰਸ ਦੀ ਗੱਲ ਮੰਨੀਏ, ਤੁਸੀਂ ਤਾਂ ਮਾਸਟਰੋਂ ਡਬਲ MD ਕੀਤੀ ਹੋਈ ਹੈ। ਮੈਡੀਕਲ ਸਾਇੰਸ ਇਹ ਕਹਿੰਦੀ ਹੈ ਕਿ ਗੁਰਦਿਆਂ ਦੇ ਉੱਤੇ ਸਭ ਤੋਂ ਵੱਡਾ ਅਸਰ ਜਿਹੜਾ ਉਹ ਕੈਲਸ਼ੀਅਮ, ਐਕਸੈਸ ਕੈਲਸ਼ੀਅਮ ਜਿਹੜਾ ਆਪਾਂ ਜੇ ਖਾਂਦੇ ਹਾਂ ਉਹ ਵੀ ਪਾਉਂਦਾ ਹੈਗਾ। ਅਤੇ ਦੂਜੇ ਨੰਬਰ ਦੇ ਉੱਤੇ ਜਿਹੜੀ ਹੈ ਡਾਇਬਟੀਜ਼, ਯਾਨੀ ਕਿ ਸ਼ੂਗਰ ਜਿਹੜੀ ਹੈ ਉਹ ਵੀ ਸਭ ਤੋਂ ਵੱਡਾ ਅਸਰ ਗੁਰਦਿਆਂ ਦੇ ਉੱਤੇ ਪਾਉਂਦੀ ਹੈ। ਕਿਉਂਕਿ ਜੇਕਰ ਆਪਾਂ ਮੈਡੀਕਲ ਇਤਿਹਾਸ ਚੱਕ ਕੇ ਦੇਖੀਏ ਤਾਂ ਜ਼ਿਆਦਾਤਰ ਡਾਇਬਟੀਜ਼ ਦੇ ਮਰੀਜ਼ਾਂ ਦੀ ਜਿਹੜੀ ਮੌਤ ਆ ਉਹ ਐਂਡ 'ਤੇ ਜਾ ਕੇ ਡਾਇਲਿਸਿਸ ਦੇ ਉੱਤੇ ਹੁੰਦੀ ਹੈ। ਇਹਨੂੰ ਕਿੱਦਾਂ ਦੇਖਦੇ ਹੋ? ਬਿਲਕੁਲ ਸਹੀ ਕਿਹਾ ਤੁਸੀਂ। ਜਿਹੜਾ ਕੈਲਸ਼ੀਅਮ ਹੈ, ਮੈਡੀਕਲ ਪ੍ਰੋਫੈਸ਼ਨ ਨੇ ਬਹੁਤ ਸਾਰੀਆਂ ਜਿਹੜੀਆਂ ਬਲੰਡਰਾਂ ਮਾਰੀਆਂ ਨੇ ਪਿਛਲੇ ਸਮੇਂ 'ਚ। ਉਹ 'ਚ ਇੱਕ ਬਲੰਡਰ ਇਹ ਹੈ ਕਿ ਅਸੀਂ ਕੈਲਸ਼ੀਅਮ ਨੂੰ ਬਹੁਤ ਜ਼ਿਆਦਾ ਸਿਰੇ ਚੜ੍ਹਾਤਾ ਹੋਇਆ। ਕੈਲਸ਼ੀਅਮ ਦੀਆਂ ਗੋਲੀਆਂ ਅਤੇ ਦੁੱਧ ਨੂੰ, ਦੋ ਚੀਜ਼ਾਂ ਦਾ ਕੈਲਸ਼ੀਅਮ ਇਹ ਸਿੱਧ ਹੋ ਗਿਆ ਕਿ ਇਹ ਦੋਨੋਂ ਕੈਲਸ਼ੀਅਮ ਜਿਹੜੇ ਨੇ, ਚਾਹੇ ਤਾਂ ਦੁੱਧ ਦਾ ਕੈਲਸ਼ੀਅਮ ਹੈ ਉਹ, ਅਤੇ ਚਾਹੇ ਗੋਲੀ ਦਾ ਕੈਲਸ਼ੀਅਮ ਹੈ, ਦੋਨਾਂ ਨੂੰ ਅਕਲ ਨਹੀਂ ਹੈ। ਇਹਨਾਂ ਨੂੰ ਕੋਈ ਅਕਲ ਨਹੀਂ ਹੈ ਕਿੱਥੇ ਜੰਮਣਾ ਅਤੇ ਕਿੱਥੇ ਨਹੀਂ ਜੰਮਣਾ। ਇਹ ਜਾ ਕੇ ਗਲਤ ਥਾਂ 'ਤੇ ਜੰਮਣਗੀਆਂ। ਜੇ ਤੁਸੀਂ ਮਾੜੀ ਜ਼ਿਆਦਤੀ ਕਰ ਗਏ ਤਾਂ ਤੁਹਾਡੀਆਂ ਨਾੜਾਂ 'ਚ ਵੀ ਜੰਮਣਗੀਆਂ, ਤੁਹਾਡੇ 50 ਥਾਵਾਂ 'ਤੇ ਗਲਤ ਥਾਂ ਪੱਥਰੀਆਂ ਬਣਾਉਣਗੀਆਂ। ਕੋਈ ਪਿੱਤੇ ਦੀ ਪੱਥਰੀ ਬਣਾਓ, ਕੋਈ ਗੁਰਦੇ ਦੀ ਪੱਥਰੀ ਬਣਾਓ, ਕਿਤੇ ਕੁਛ ਨਾ ਕੁਛ ਉਹਨੇ ਗੜਬੜ ਕਰੇਗਾ। ਤਾਂ ਉਹ ਸਾਰਾ ਬੈਲੈਂਸ ਲਾਏਗਾ। ਤਾਂ ਐਕਸੈਸ ਕੈਲਸ਼ੀਅਮ ਖਾਣਾ ਕੋਈ ਵਧੀਆ ਗੱਲ ਨਹੀਂ ਹੈ। ਜੇ ਕੈਲਸ਼ੀਅਮ ਖਾਣਾ ਹੀ ਹੋਵੇ ਤਾਂ ਕੈਲਸ਼ੀਅਮ ਰਿਚ ਫੂਡਸ ਨੇ ਉਹ ਲੈਣੇ ਚਾਹੀਦੇ ਆ। ਉਹ ਕੈਲਸ਼ੀਅਮ ਰਿਚ ਫੂਡ ਦੇ ਤਿਲ ਹੈ, ਅਲਸੀ ਹੈ, ਚੀਆ ਸੀਡਸ ਹੈ, ਮਖਾਣੇ ਹੈ, ਰਾਗੀ ਹੈ। ਤਾਂ ਬਹੁਤ ਸਾਰੇ ਵੈਸੇ ਜਿੰਨੇ ਅਨਾਜ ਨੇ ਸਾਰੇ ਜਿੰਨੇ ਮੋਟੇ ਅਨਾਜ ਨੇ, ਮਿਲਟਸ ਨੇ, ਇਹ ਸਾਰੇ ਕੈਲਸ਼ੀਅਮ ਰਿਚ ਫੂਡਸ ਨੇ। ਔਰ ਇਹਨਾਂ ਦੀ ਇੱਕ ਬਹੁਤ ਸੁੰਦਰਤਾ ਹੈ ਇਹਨਾਂ ਖਾਣਿਆਂ ਦੀ ਕਿ ਇਹਨਾਂ ਖਾਣਿਆਂ ਦਾ ਕੈਲਸ਼ੀਅਮ, ਅਗਰ ਸਾਨੂੰ ਸਾਡੀ ਬਾਡੀ ਨੂੰ ਅਗਰ ਕੈਲਸ਼ੀਅਮ ਨਹੀਂ ਚਾਹੀਦਾ
ਤਾਂ ਉਹਨੂੰ ਉੱਥੇ ਅੰਤਰੀਆਂ ਦੇ ਲੈਵਲ ਤੇ ਰੋਕ ਦਿੰਦੀ ਹੈ। ਯਾਨੀ ਕਿ ਜੇ ਜ਼ਿਆਦਾ ਵੀ ਖਾਧਾ ਜਾਵੇ ਤਾਂ ਨੁਕਸਾਨ ਕੋਈ ਨਹੀਂ ਨਾ, ਉਹ ਅੰਤਰੀਆਂ ਦੇ ਅਬਜ਼ੌਰਬ ਨਹੀਂ ਕਰੇਗੀ। ਕੁਦਰਤੀ ਭੋਜਨ ਦੇ ਵਿੱਚੋਂ ਜਿਹੜੇ ਪਲਾਂਟ ਬੇਸਡ, ਪਾਰਟੀਕੂਲਰਲੀ ਕੁਦਰਤੀ ਭੋਜਨ ਪਲਾਂਟ ਬੇਸਡ ਭੋਜਨ ਹੈ, ਪਲਾਂਟ ਬੇਸਡ ਭੋਜਨ ਦੀ ਸੁੰਦਰਤਾ ਹੈ ਔਰ ਕੱਚੇ ਭੋਜਨ ਦੀ ਉਸ ਤੋਂ ਵੀ ਜ਼ਿਆਦਾ ਸੁੰਦਰਤਾ ਹੈ ਕਿ ਜੇ ਤੁਸੀਂ ਭੋਜਨ ਕੱਚਾ ਖਾ ਰਹੇ ਹੋ ਤਾਂ ਉਹ 'ਚ ਸਿਰਫ ਕੁਦਰਤ ਤਾਂ ਹੀ ਉਹ ਕੱਚਾ ਭੋਜਨ ਤੁਹਾਡੇ ਖੂਨ 'ਚ ਜਾਏਗਾ ਜੇ ਤੁਹਾਨੂੰ ਲੋੜ ਹੈ ਤਾਂ। ਕਿ ਬੋਡੀ ਦੇ ਅੰਦਰ ਸਿਸਟਮ ਹੈ ਇੱਦਾਂ ਦਾ, ਬੋਡੀ ਦੀ ਇਕੁਏਸ਼ਨ ਬਣੀ ਹੋਈ ਹੈ ਨਾ, ਬੋਡੀ ਦੀ ਭੋਜਨ ਨਾਲ ਇੱਕ ਸੰਤੁਲਨ ਬਣਿਆ ਹੋਇਆ ਕਿ ਬੋਡੀ ਭੋਜਨ ਨੂੰ ਪਛਾਣਦੀ ਹੈ ਕਿ ਇਹ ਭੋਜਨ ਕੀ ਆਇਆ ਹੈ ਮੇਰੇ ਕੋਲ, ਅਤੇ ਮੈਂ ਇਹਨੂੰ ਕਿਵੇਂ ਹੀ ਵਰਤਣਾ। ਤਾਂ ਉਹਨੂੰ ਓਨਾ ਕੁ ਵਰਤਦੀ ਹੈ ਜਿੰਨੀ ਕੁ ਉਹਨੂੰ ਲੋੜ ਹੈ, ਬਾਕੀ ਨੂੰ ਕਹਿੰਦੀ ਜਾ ਤੂੰ ਚੱਲ ਬਾ। ਜਿਹੜੇ ਜਾਨਵਰ ਘੱਟ ਬਿਮਾਰ ਹੁੰਦੇ ਨੇ ਜਿਹੜੇ ਕੱਚਾ ਖਾਂਦੇ ਨੇ, ਤੇ ਇਨਸਾਨ ਵੱਧ ਬਿਮਾਰ ਹੁੰਦਾ ਜਿਹੜਾ ਪੱਕਿਆ ਖਾਂਦਾ। ਬਿਲਕੁਲ, ਉਹ ਤਾਂ ਇਨਸਾਨ ਇੱਕੋ ਇੱਕ ਇਹੋ ਜਿਹਾ ਜਾਨਵਰ ਹੈ ਨਾ ਜਿਹੜਾ ਕਿ ਪੱਕਿਆ ਹੋਇਆ ਖਾਣਾ ਖਾਂਦਾ, ਅਦਰਵਾਈਜ਼ ਬਾਕੀ ਜਿੰਨੇ ਜੰਗਲੀ ਜੀਵ ਨੇ ਸਭ ਕੱਚਾ ਖਾਂਦੇ ਆ। ਤਾਂ ਉਹ ਚਲੋ ਉਹ ਸਾਡੀ ਇੱਕ ਮਜਬੂਰੀ ਬਣ ਗਈ, ਲੇਕਿਨ ਉਹਦੇ 'ਚ ਵੀ ਸਾਨੂੰ ਫਿਰ ਅੱਗੇ ਆ ਕੇ ਥੋੜ੍ਹਾ ਜਿਹਾ ਅਕਲਮੰਦੀ ਕਰਨੀ ਚਾਹੀਦੀ, ਜਿਹਨੂੰ ਅਸੀਂ ਹੁਣ ਬਣਾ ਲਿਆ ਕਿ 50% ਕੱਚਾ ਜ਼ਰੂਰ ਖਾਓ, 50% ਆਪਣੇ ਡਾਈਟ ਦੇ ਅੰਦਰ ਕੱਚਾ ਜ਼ਰੂਰ ਰੱਖੋ। ਉਹ ਕੱਚਾ ਭੋਜਨ ਜਿਹੜਾ ਬਹੁਤ ਹੀ ਸੁੰਦਰ ਭੋਜਨ ਹੁੰਦਾ ਹੈ, ਬਹੁਤ ਹੀ ਰੀਅਲ ਭੋਜਨ ਹੈ, ਲਿਵਿੰਗ ਭੋਜਨ ਹੈ, ਔਰ ਉਹਦੇ ਅੰਦਰ ਜਿਹੜੇ ਭੋਜਨ ਦੀ ਅਤੇ ਇੱਕ ਸਰੀਰ ਦੀ ਇੱਕ ਇਕੁਏਸ਼ਨ ਹੈ, ਇੱਕ ਸੰਤੁਲਨ ਹੈ, ਇੱਕ ਦੂਜੇ ਪ੍ਰਤੀ ਸਨੇਹ ਹੈ, ਮੋਹ ਹੈ, ਪਿਆਰ ਹੈ। ਤਾਂ ਉਹ ਜਿਹੜਾ ਬਾਕੀ ਜਿਹੜਾ ਭੋਜਨ ਨਹੀਂ ਚਾਹੀਦਾ ਹੁੰਦਾ ਉਹ ਪਾਰਟੀ ਰਾਹੀਂ ਬਾਹਰ ਚਲਾ ਜਾਂਦਾ, ਤਾਂ ਫਿਰ ਉਹ ਕੁਦਰਤ ਕੋਲ ਜਾ ਕੇ ਧਰਤੀ ਦੀ ਜਿਹੜੀ ਖੁਰਾਕ ਬਣ ਜਾਂਦਾ। ਤਾਂ ਕੁਦਰਤ ਦੇ ਅੰਦਰ ਬੜਾ ਕਮਾਲ ਦਾ ਸਾਈਕਲ ਹੈ। ਤੁਹਾਡੀ ਪਾਰਟੀ ਸਾਡੇ ਵਾਸਤੇ ਵੇਸਟ ਹੈ, ਲੇਕਿਨ ਕੁਦਰਤ ਵਾਸਤੇ ਉਹਦਾ ਰਾਅ ਮਟੀਰੀਅਲ ਹੈ। ਜਦੋਂ ਕੁਦਰਤ ਦੇ ਅੰਦਰ ਜਾਂਦੀ ਹੈ ਪਾਰਟੀ ਅਤੇ ਸਾਡੇ ਨਾਲ ਇੰਟਰੈਕਸ਼ਨ ਤੋਂ ਬਾਅਦ, ਤਾਂ ਉਹਦੇ ਲਈ ਬਹੁਤ ਅਮੀਰ ਉਹ ਖਾਦ ਵੀ ਹੈ ਅਤੇ ਉਹ ਭੋਜਨ ਵੀ ਹੈ, ਉੱਥੇ ਜਿਹੜੇ ਉਪਜਾਊ ਬਣਾ ਦਿੰਦੀ ਹੈ। ਅਤੇ ਇਸ ਕਰਕੇ ਜਿਹੜਾ ਇਹ ਵਰਤਾਰਾ ਹੈਗਾ ਨਾ, ਤੁਸੀਂ ਕੈਲਸ਼ੀਅਮ ਦੀ ਗੱਲ ਕੀਤੀ ਸੀ, ਕੈਲਸ਼ੀਅਮ ਦੀਆਂ ਗੋਲੀਆਂ ਖਾਣ ਦਾ ਵਰਤਾਰਾ ਜਿਹੜਾ ਇਹਨੂੰ ਬਹੁਤ ਹੀ ਸਿਲੈਕਟਡ ਸਿਚੁਏਸ਼ਨ 'ਚ ਵਰਤਣਾ ਚਾਹੀਦਾ ਔਰ ਬਹੁਤ ਸੀਮਿਤ ਢੰਗ ਨਾਲ ਵਰਤਣਾ ਚਾਹੀਦਾ। ਵਾਕਈ ਅਗਰ ਕੋਈ ਬਹੁਤ ਐਸੀ ਸਿਚੁਏਸ਼ਨ ਆ ਗਈ ਜਿੱਥੇ ਤੁਹਾਨੂੰ ਘਾਟ ਹੈ ਕੈਲਸ਼ੀਅਮ ਦੀ, ਤਾਂ ਉਹ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਬਹੁਤ ਸਾਰੀਆਂ सोर्सेज आ गई ने कैल्शियम जी नेचुरल ने। मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर विश्वरूप राय चौधरी, डॉक्टर खादर वली और हमारे पास 250 डॉक्टर्स की टीम, हमारी पूरी टीम ने मिल के पूरे भारत से शुगर को, BP को, जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के कंट्रोल होती है, हम बिना दवाइयां शुगर को भी BP को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। ये यहाँ पे ये हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज जो कि डेराबस्सी चंडीगढ़ में है। तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ जो नशीली दवाइयाँ मिलती हैं, दी जाती हैं, जो एक वजह होती है पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती हैं। अगर आप उसके लिए तैयार हैं तो यहाँ पे आइए। इनका डायलिसिस पे है तो डायलिसिस का नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी जुबान पे लगाम नहीं है इसलिए आई है। अगर जुबान पे लगाम खाने के लिए है तो डॉक्टर से वास्ता नहीं पड़ेगा। दूसरा, जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई, और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं, और यहाँ पे बिना किसी दवाई के, बिना किसी सर्जरी के बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, BP, शुगर, थायराइड, मोटापा, घुटनों का दर्द, क्या आप भी हैं इन जैसी किसी भी लाइलाज बीमारी से परेशान? तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं,
जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान सही समय पर पाना, तो आप हमारे हिम्स हॉस्पिटल में आकर भी अपनी बीमारी का इलाज करवा सकते हैं। ਜਿੱਦਾਂ ਜਿਹੜਾ ਹੈ ਰਜੀਵ ਦੀਕਸ਼ਤ ਜੀ ਕਹਿੰਦੇ ਹੁੰਦੇ ਸੀਗੇ, ਉਹ ਚੂਨਾ ਦੀ ਜਿਹੜੀ ਆ ਉਹ ਮਾਚਸ ਦੀ ਤੀਲੀ ਦਾ ਜਿੰਨਾ ਅੱਗੇ ਮਸਾਲਾ ਜਾਂਦਾ ਉਹਨਾਂ ਕੁ ਚੂਨਾ ਜਿਹੜਾ ਆਪਣੇ ਤੁਸੀਂ ਕਿਸੇ ਖਾਣੇ 'ਚ ਪਾ ਕੇ ਖਾ ਲਓ ਤਾਂ ਇੰਨਾ ਕੈਲਸ਼ੀਅਮ ਬਹੁਤ ਹੈ। ਤਾਂ ਉਹ ਕਿਤੇ ਨੈਚੁਰਲ ਕੈਲਸ਼ੀਅਮ ਜਿਹੜਾ ਹੈਗਾ ਉਹ ਸਾਡੇ ਹੈਗਾ। ਅਤੇ ਲੇਕਿਨ ਜਿਹੜਾ ਤੁਸੀਂ ਪ੍ਰੋਸੈਸਡ ਕੈਲਸ਼ੀਅਮ ਹੈ ਉਹਦੇ ਅੰਦਰ ਇੱਕ ਇਹਨੂੰ ਅਕਲ ਨਹੀਂ ਹੈ, ਸਿੱਧਾ ਖੂਨ 'ਚ ਜਾਂਦਾ ਹੈ, ਉਹ ਖੂਨ 'ਚ ਜਾ ਕੇ ਫਿਰ ਗਲਤ ਥਾਂ 'ਤੇ ਜੰਮਦਾ। ਇਸ ਕਰਕੇ ਉਹਨੂੰ ਕੈਲਸ਼ੀਅਮ ਦੇ ਬਿਲਕੁਲ ਸੋ ਇਸ ਜਿਹੜਾ ਕੈਲਸ਼ੀਅਮ ਦਾ ਵਰਤਾਰਾ ਇਹ ਜਿਹੜਾ ਦੁੱਧ ਵਾਲਾ ਕੈਲਸ਼ੀਅਮ ਨੂੰ ਵੀ ਕੋਈ ਅਕਲ ਨਹੀਂ ਹੈ। ਦੁੱਧ ਵਾਲਾ ਕੈਲਸ਼ੀਅਮ ਕਿਉਂਕਿ ਜਿਹੜੇ ਉੱਪਰੇ ਜਾਨਵਰ ਦਾ ਦੁੱਧ ਹੈ ਉਹ ਵੈਸੇ ਹੀ ਅਨਨੈਚੁਰਲ ਹੈ ਸਾਡੇ ਵਾਸਤੇ, ਕਿਉਂਕਿ ਜਿਹੜਾ ਗਾਂ ਦਾ ਮੱਝ ਦਾ ਦੁੱਧ ਬਣਿਆ ਹੋਇਆ, ਗਾਂ ਦੇ ਦੁੱਧ ਦੇ ਬਛੜੇ ਵਾਸਤੇ ਬਣਿਆ ਹੋਇਆ, ਸਾਡੇ ਵਾਸਤੇ ਨਹੀਂ ਬਣਿਆ ਉਹ, ਕਿਉਂਕਿ ਉਹ ਉੱਪਰੀ ਨਸਲ ਦਾ। ਤਾਂ ਉਹਦੇ 'ਚ ਉਸ ਦੁੱਧ ਨੂੰ ਬੜੇ ਸਿਆਣਪ ਨਾਲ ਵਰਤਣਾ ਚਾਹੀਦਾ। ਜੇ ਵਰਤਣਾ ਵੀ ਆ ਤਾਂ ਉਹਦੀ ਜਿਹੜੀ ਸੀ ਬਹੁਤ ਹੀ ਸਿਲੈਕਟਿਵ ਇੱਕ ਤਰੀਕਾ ਕੱਢਿਆ ਕਿ ਜੇ ਤੁਸੀਂ ਵਰਤਣਾ ਤਾਂ ਥੋੜ੍ਹੀ ਬਹੁਤੀ ਦਹੀਂ ਲੱਸੀ ਦੀ ਸ਼ਕਲ 'ਚ ਵਰਤੋ, ਅਗਰ ਤੁਹਾਡਾ ਦੁੱਧ ਤਸੱਲੀ ਬਖਸ਼ ਹੈਗਾ ਤਾਂ, ਨਹੀਂ ਤਾਂ ਅਵੋਇਡ ਕਰੋ, ਕਿਉਂਕਿ ਸਰੀਰ ਨੂੰ ਦੁੱਧ ਦੀ ਜ਼ਰੂਰਤ ਨਹੀਂ ਹੈ। ਸਰੀਰ ਦੁੱਧ ਤੋਂ ਬਿਨਾਂ ਬਿਲਕੁਲ ਬਹੁਤ ਖੁਸ਼ ਰਹਿੰਦਾ, ਬਹੁਤ ਹਲਕਾ ਫੁਲਕਾ ਰਹਿੰਦਾ। ਦੁੱਧ ਦੀ ਜਾਂ ਕਿਸੇ ਵੀ ਐਨੀਮਲ ਫੂਡ ਦੀ ਸਾਡੇ ਮਨੁੱਖੀ ਸਰੀਰ ਨੂੰ ਲੋੜ ਨਹੀਂ ਹੁੰਦੀ, ਨਾ ਸਾਨੂੰ ਮੀਟ ਦੀ ਲੋੜ ਹੈ, ਨਾ ਸਾਨੂੰ ਮੱਛੀ ਦੀ, ਨਾ ਅੰਡੇ ਦੀ, ਨਾ ਦੁੱਧ ਦੀ। ਲੇਕਿਨ ਜਦੋਂ ਤੁਸੀਂ ਖਾਣਾ ਵੀ ਹੈ ਮੰਨ ਲਓ ਸ਼ੌਕ ਵਾਸਤੇ, ਆਪਣੇ ਜ਼ੁਬਾਨ ਲਈ, ਸਵਾਦ ਲਈ, ਤਾਂ ਬਹੁਤ ਸੀਮਤ ਮਾਤਰਾ 'ਚ ਖਾਣਾ ਚਾਹੀਦਾ। ਤੇ ਨੰਬਰ 2 ਦੇ ਉੱਤੇ ਆ ਗਿਆ ਡਾਇਬਟੀਜ਼, ਯਾਨੀ ਕਿ ਸ਼ੂਗਰ ਜਿਹੜੀ ਆ ਉਹ ਇੱਕ ਅਜਿਹੀ ਬਿਮਾਰੀ ਹੈ ਜਿਹੜੀ ਕਿ ਸਭ ਤੋਂ ਵੱਧ ਕਿਡਨੀਆਂ ਖਰਾਬ ਕਰਨ ਦਾ ਜਿਹੜਾ ਉਹ ਵੀ ਕਾਰਨ ਬਣ ਰਹੀ ਹੈ। ਬਿਲਕੁਲ, ਸ਼ੂਗਰ ਤਾਂ ਉਹ ਇਹੋ ਜਿਹੀ ਬਿਮਾਰੀ ਹੈ ਜਿਹੜੀ ਕਿ ਹਰ ਅੰਗ ਨੂੰ ਖਰਾਬ ਕਰਦੀ ਹੈ। ਗੁਰਦਿਆਂ ਨੂੰ ਵੀ ਖਰਾਬ ਕਰਦੀ ਹੈ, ਲਿਵਰ ਨੂੰ ਵੀ ਖਰਾਬ ਕਰਦੀ ਹੈ, ਅੰਤੜੀਆਂ ਨੂੰ ਵੀ ਖਰਾਬ ਕਰਦੀ ਹੈ, ਬ੍ਰੇਨ ਨੂੰ ਖਰਾਬ ਕਰਦੀ ਹੈ, ਖੂਨ ਦੀਆਂ ਨਾੜਾਂ ਨੂੰ ਖਰਾਬ ਕਰਦੀ ਹੈ, ਹਾਰਟ ਨੂੰ ਕਿਹੜਾ ਅੰਗ ਛੱਡਦੀ ਆ, ਨਰਵਜ਼ ਨੂੰ ਖਰਾਬ ਕਰਦੀ ਹੈ। ਸਕਿਨ ਤਾਂ ਰੋਜ਼ ਦਾ ਤੁਹਾਡੇ ਸਾਹਮਣੇ ਜੇ ਗਲ ਜਾਂਦੇ, ਪੈਰਾਂ ਦੇ ਪੈਰ ਗਲ ਜਾਂਦੇ ਆ, ਲੱਤਾਂ ਦੀਆਂ ਵੱਡੀਆਂ ਜਾ ਰਹੀਆਂ ਲੋਕਾਂ ਦੀਆਂ, ਲੱਖਾਂ ਲੋਕ ਨੇ ਜਿਹਨਾਂ ਦੀਆਂ ਪ੍ਰੀਮੈਚੁਰ ਲੱਤਾਂ ਵੱਡੀਆਂ ਜਾ ਰਹੀਆਂ ਨੇ, ਲੱਖਾਂ ਉਹ ਨੇ ਜਿਹੜੇ ਅੰਨੇ ਹੋ ਰਹੇ ਆ, ਲੱਖਾਂ ਉਹ ਨੇ ਜਿਹਨਾਂ ਦੇ ਗੁਰਦੇ ਖਰਾਬ ਹੋ ਰਹੇ ਆ, ਲੱਖਾਂ ਉਹ ਨੇ ਜਿਹਨਾਂ ਦੇ ਪ੍ਰੀਮੈਚੁਰ ਹਾਰਟ ਅਟੈਕਸ ਹੋ ਰਹੇ, ਜਿਹਨਾਂ ਨੂੰ ਈਵਨ ਕੈਂਸਰ ਦੇ ਵਿੱਚ ਨੋਨ ਅੱਜ ਹੋਣ ਤਾਂ ਵੀ ਡਾਇਬਟਿਕਸ ਦੇ ਆਰ ਮੋਰ ਪ੍ਰੋਨ ਟੂ ਕੈਂਸਰਸ। ਤਾਂ ਜਿਹੜੇ ਇੱਕ ਇਸ ਕਿਸਮ ਦਾ ਵਰਤਾਰਾ ਜਿਹੜਾ ਹੈਗਾ ਉਹ ਹੈ ਹੀ ਹੈ ਡਾਇਬਟੀਜ਼ ਦਾ। ਤਾਂ ਡਾਇਬਟੀਜ਼ ਜਿਹੜੀ ਹੈ ਉਹ ਵੀ ਕਿਤੇ ਜੋ ਆਪਾਂ ਗੱਲਾਂ ਕੀਤੀਆਂ ਨੇ ਸਾਰੀਆਂ ਡਾਇਬਟੀਜ਼ 'ਤੇ ਵੀ ਲਾਗੂ ਹੁੰਦੀਆਂ ਨੇ, ਕਿਉਂਕਿ ਜਿਹੜਾ ਉਹ ਜੇ ਅਗਰ ਅਸੀਂ ਖਾਣ ਪੀਣ ਠੀਕ ਰੱਖਾਂਗੇ ਤਾਂ ਡਾਇਬਟੀਜ਼ ਦਾ ਆਪਾਂ ਪਹਿਲਾਂ ਕਰ ਚੁੱਕੇ ਹਾਂ ਡਾਇਬਟੀਜ਼ 'ਤੇ ਕਿ ਡਾਇਬਟੀਜ਼ ਤਾਂ ਬਿਮਾਰੀ ਹੈ ਹੀ ਨਹੀਂ, ਉਹ ਤਾਂ ਫੂਡ ਬਿਮਾਰੀ ਹੈ। ਜੇ ਰੋਂਗ ਫੂਡ ਹੈ ਤਾਂ ਡਾਇਬਟੀਜ਼ ਹੈ, ਜੇ ਰਾਈਟ ਫੂਡ ਹੈ ਤਾਂ ਕੋਈ ਡਾਇਬਟੀਜ਼ ਨਹੀਂ ਹੈ। ਸੋ ਡਾਇਬਟੀਜ਼ ਨੂੰ ਤਾਂ ਬਿਮਾਰੀ ਮੰਨਣਾ ਨਹੀਂ ਚਾਹੀਦਾ। ਡਾਇਬਟੀਜ਼ ਦਾ ਮਤਲਬ ਹੈ ਕਿ ਤੁਹਾਡਾ ਖਾਣਾ ਜਿਹੜਾ ਉਹ ਗਲਤ ਹੈ। ਜੇ ਖਾਣਾ ਠੀਕ ਕਰ ਲਓ ਨਾਲ ਦੀ ਨਾਲ ਡਾਇਬਟੀਜ਼ ਠੀਕ ਹੋ ਜਾਂਦੀ ਹੈ। ਅੱਛਾ ਡਾਕਟਰ ਸਾਹਿਬ, ਮੈਨੂੰ ਲੱਗਦਾ ਕਿਡਨੀ ਦਾ ਜਿਹੜਾ ਗੁਰਦਿਆਂ ਦਾ ਜਿਹੜਾ ਵਿਸ਼ਾ ਹੀ ਜਿਹੜਾ ਕਾਫੀ ਲੰਬਾ ਹੋ ਗਿਆ, ਅਤੇ ਲੀਵਰ ਦਾ ਜੇ ਆਪਾਂ ਛੇੜ ਲਿਆ ਤਾਂ ਉਹ ਵੀਡੀਓ ਆਪਣੀ ਬਹੁਤ ਲੰਬੀ ਹੋ ਜਾਣੀ ਹੈ। ਕਿਉਂ ਨਾ ਆਪਾਂ ਪਹਿਲਾਂ ਕਿਡਨੀ ਨੂੰ ਹੀ ਜਿਹੜਾ ਉਹ ਸਮ ਅਪ ਕਰ ਲਈਏ ਤਾਂ ਕਿ ਫਿਰ ਅਗਲੀ ਵਾਰੀ ਆਪਾਂ ਲੀਵਰ ਨੂੰ ਲੈ ਲਵਾਂਗੇ। ਅਤੇ ਹੁਣ ਦੱਸੋ ਕਿ ਕਿਡਨੀ ਦੇ ਵਿੱਚ ਜਿਹੜਾ ਉਹ ਮਤਲਬ ਤੁਸੀਂ ਦੱਸਿਆ ਵੀ ਸਾਈਨ ਜਿਹੜੇ ਉਹ ਕਿਹੜੇ ਨਿਕਲ ਕੇ ਸਾਹਮਣੇ ਆਉਂਦੇ ਨੇ ਜਿਹੜੇ ਕਿ ਜਿਹਦੇ ਨਾਲ ਆਪਾਂ ਪਤਾ ਲੱਗ ਜਾਂਦਾ ਵੀ ਕਿਡਨੀ ਜਿਹੜੀ ਆ ਉਹ ਸਾਡੀ ਖਰਾਬ ਹੋ ਰਹੀ ਹੈ। ਉਹਦੇ ਵਿੱਚ ਇਹ ਫਿਰ ਪਤਾ ਲੱਗ ਜਾਂਦਾ ਵੀ ਇਹ ਕਿਡਨੀ ਜਿਹੜੀ ਹੈ ਉਹ ਸ਼ੂਗਰ ਕਰਕੇ ਖਰਾਬ ਹੋ ਰਹੀ ਹੈ, ਜਾਂ ਇਹ ਕਿਡਨੀ ਕੈਲਸ਼ੀਅਮ ਕਰਕੇ ਖਰਾਬ ਹੋ ਰਹੀ ਹੈ, ਜਾਂ ਇਹ ਕਿਡਨੀ ਜਿਹੜੀ ਹੈ ਉਹ ਰੋਂਗ ਫੂਡ ਕਰਕੇ ਖਰਾਬ। ਮਤਲਬ ਇਹ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ਾਂ ਕਰਕੇ ਇਹ ਚੀਜ਼ਾਂ ਖਰਾਬ ਹੋ ਰਹੀਆਂ। ਕੁਛ ਪਤਾ ਲੱਗ ਜਾਂਦਾ, ਐਸੀ ਗੱਲ ਨਹੀਂ ਪਤਾ ਲੱਗਦਾ, ਲੇਕਿਨ ਬਹੁਤੇ ਕੇਸ ਜਿਹੜੇ ਹੁੰਦੇ ਆ ਉਹਨਾਂ 'ਚ ਕੋਈ ਪਤਾ ਨਹੀਂ ਲੱਗਦਾ ਵੀ ਕਿਉਂ ਖਰਾਬ ਹੋ ਰਹੀ ਹੈ। ਉਹ 'ਚ ਜਿਹੜਾ ਬਾਕੀ ਸਟੱਡੀਜ਼ ਨੇ ਜਿਹਨੂੰ ਕਹਿੰਦੇ ਸਰਕਮਸਟੈਂਸ਼ੀਅਲ ਐਵੀਡੈਂਸ, ਜਿਵੇਂ ਸ਼੍ਰੀਲੰਕਾ ਵਾਲੀ ਸਟੱਡੀ ਹੈ ਕਿ ਜਿਹੜੀ ਉੱਥੇ ਉਹਨਾਂ ਨੇ ਦੇਖਿਆ ਕਿ ਉਸ ਰੀਜਨ ਦੇ ਅੰਦਰ ਜਿੱਥੇ ਗੁਰਦਿਆਂ ਦਾ ਐਪੀਡੈਮਿਕ ਹੋਇਆ ਕਰੋਨਿਕ ਕਿਡਨੀ ਡਿਜ਼ੀਜ਼ ਦਾ, ਤਾਂ ਉੱਥੇ ਉਹਨਾਂ ਨੇ ਦੇਖਿਆ ਵੀ ਇਹ ਗੱਲ ਜਿਹੜੀ ਹੈ ਦੋਨੋਂ ਦਾ ਕੰਬੀਨੇਸ਼ਨ ਹੈ ਕਿ ਡੀਪ ਗਰਾਊਂਡ ਵਾਟਰ ਦੇ ਅੰਦਰ ਆਰਸੈਨਿਕ ਹੈ ਔਰ ਜਿਹੜਾ ਰਾਊਂਡ ਅਪ ਹੈ ਗਲਾਈਫੋਸੇਟ ਹੈ, ਇਹ ਦੋਨਾਂ ਦਾ ਕੰਬੀਨੇਸ਼ਨ ਜਦੋਂ ਬਣਦਾ ਸੀ ਤਾਂ ਕੰਪਾਊਂਡ ਬਣ ਰਿਹਾ ਸੀਗਾ। ਉਹ ਕੰਪਾਊਂਡ ਜਿਹੜਾ ਸੀਗਾ ਉਹ ਨੈਫਰੋਟੌਕਸਿਕ ਸੀਗਾ, ਤਾਂ ਉਹ ਕਿਡਨੀ ਨੂੰ ਡੈਮੇਜ ਕਰਦਾ ਸੀਗਾ। ਇੱਦਾਂ ਹੀ ਉਹਨਾਂ ਦੀ ਜਿਹੜੀ ਸਰਕਮਸਟੈਂਸ਼ੀਅਲ ਐਵੀਡੈਂਸ ਫਿਰ ਲੈਣੀ ਪੈਂਦੀ ਹੈ। ਅਤੇ ਸਰਕਮਸਟੈਂਸ਼ੀਅਲ ਐਵੀਡੈਂਸ ਦੇ ਅੰਦਰ ਬਹੁਤ ਸਾਰੇ ਲੋਕ ਜਿਹੜੇ ਕਹਿ ਰਹੇ ਕਿ BP ਕਰਕੇ ਗੁਰਦੇ ਖਰਾਬ ਹੁੰਦੇ ਆ। ਠੀਕ ਹੈ, BP ਕਰਕੇ ਗੁਰਦੇ ਖਰਾਬ ਹੁੰਦੇ ਹੋਣਗੇ, ਲੇਕਿਨ ਬਹੁਤ ਥੋੜ੍ਹੇ ਕਿਸਮ ਦੇ ਵਿੱਚ ਇਹ ਵਾਪਰੇਗਾ ਕਿਉਂਕਿ ਬਹੁਤ ਲੰਬਾ ਸਮਾਂ BP ਰਹੇ ਔਰ ਬਹੁਤ ਹਾਈ BP ਰਹੇ ਤਾਂ ਗੁਰਦੇ ਖਰਾਬ ਹੋਣਗੇ। ਐਕਚੁਅਲੀ ਉਲਟ ਹੁੰਦਾ, ਜਦੋਂ ਗੁਰਦੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ BP ਵਧਣਾ ਸ਼ੁਰੂ ਹੋ ਜਾਂਦਾ।
ਉਹ ਬੀਪੀ ਕਿਉਂ ਵੱਧਦਾ? ਕਿਉਂਕਿ ਕੁਦਰਤ ਜਿਹੜੀ ਹੈ ਉਹ ਗੁਰਦਿਆਂ ਨੂੰ ਠੀਕ ਰੱਖਣ ਵਾਸਤੇ ਬੀਪੀ ਵਧਾਉਂਦੀ ਹੈ, ਤਾਂ ਕਿ ਉਹ ਜਿਹੜਾ ਗੁਰਦਾ ਹੁਣ 50% ਕੰਮ ਕਰ ਰਿਹਾ, ਉਹਨੂੰ ਉਹ ਤੋਂ ਕੰਮ ਲੈਣ ਵਾਸਤੇ ਉਹਦੀ ਫਿਲਟਰੇਸ਼ਨ ਰੇਟ ਵਧਾਉਣਾ। ਯਾਨੀ ਕਿ ਖੂਨ ਦੇ ਅੰਦਰ ਜਿਹੜੇ ਜ਼ਹਿਰ ਨੇ, ਯੂਰੀਆ, ਕ੍ਰੀਟਿਨਿਨ, ਹੋਰ ਜ਼ਹਿਰ ਨੇ, ਉਹਨੂੰ ਜਦੋਂ ਫਿਲਟਰ ਕਰਨਾ ਹੈ ਤਾਂ ਫਿਲਟਰ ਕਿਸ ਬੇਸ 'ਤੇ ਹੋਣਾ? ਉਹਨਾਂ ਨੇ ਬੀਪੀ ਦੇ ਸਿਰ 'ਤੇ, ਪ੍ਰੈਸ਼ਰ ਗ੍ਰੇਡੀਐਂਟ, ਕਿ ਉੱਪਰਲੇ ਬਲੱਡ ਪ੍ਰੈਸ਼ਰ ਅਤੇ ਥੱਲੜੇ ਬਲੱਡ ਪ੍ਰੈਸ਼ਰ 'ਚ ਫਰਕ ਕਿੰਨਾ, ਉਸ ਦੇ ਸਿਰ 'ਤੇ ਜਾ ਕੇ ਫਿਲਟਰੇਸ਼ਨ ਹੋਣੀ ਹੈ। ਤਾਂ ਜਦੋਂ ਬੀਪੀ ਨਾਰਮਲ ਅਤੇ ਉਹ ਜਿਹੜੀ ਸੰਭਵ ਨਹੀਂ ਹੁੰਦੀ ਕਿਉਂਕਿ ਕਿਡਨੀ ਡੈਮੇਜ ਹੈ, ਤਾਂ ਉਹਨੂੰ ਉਹ ਬੀਪੀ ਨੂੰ ਵਧਾ ਲੈਂਦੀ ਹੈ। ਤਾਂ ਐਕਚੁਅਲੀ ਬੜੀ ਇੰਪੋਰਟੈਂਟ ਗੱਲ ਤੁਸੀਂ ਕਹਿ ਕੇ ਬੜੀ ਸ਼ਾਰਟਕਟ ਦੇ ਵਿੱਚ ਉੱਪਰਲੇ ਬਲੱਡ ਪ੍ਰੈਸ਼ਰ ਤੇ ਹੇਠਲੇ ਬਲੱਡ ਪ੍ਰੈਸ਼ਰ ਦੇ ਜਿਹੜੇ ਗੈਪ ਦੇ ਅਨੁਸਾਰ ਜਿਹੜਾ ਫਿਲਟਰੇਸ਼ਨ ਹੋਣੀ ਹੈ ਖੂਨ ਦੀ। ਹਾਂ ਬਿਲਕੁਲ ਜੀ, ਕਿਉਂਕਿ ਜਿਹੜਾ ਨਾ ਮਤਲਬ ਜਿਹੜਾ ਫਿਲਟਰੇਸ਼ਨ ਹੋਣੀ ਹੈ ਉਹਦੇ ਲਈ ਪ੍ਰੈਸ਼ਰ ਚਾਹੀਦਾ ਨਾ, ਪ੍ਰੈਸ਼ਰ ਦੇ ਬੇਸ 'ਤੇ ਫਿਲਟਰੇਸ਼ਨ ਹੁੰਦੀ ਹੈ ਨਾ। ਜਦੋਂ ਮਤਲਬ ਖੂਨ ਜਦੋਂ ਖੂਨ ਦੇ ਅੰਦਰੋਂ ਕਿਸੇ ਕੈਮੀਕਲ ਨੇ ਨਿਕਲ ਕੇ ਪਿਸ਼ਾਬ 'ਚ ਆਉਣਾ ਗੁਰਦੇ ਦੇ ਜਿਹੜੇ ਉਹਦੇ ਰਾਹੀਂ ਫਿਲਟਰ ਰਾਹੀਂ, ਤਾਂ ਕਿਸ ਬੇਸ 'ਤੇ ਆਉਣਾ ਕਿ ਅੰਦਰ ਇੱਕ ਪ੍ਰੈਸ਼ਰ ਹੈ, ਉਸ ਪ੍ਰੈਸ਼ਰ ਨੇ ਉਹਨੂੰ ਸਾਲਟ ਨੂੰ ਬਾਹਰ ਕੱਢਣਾ। ਉਹ ਪ੍ਰੈਸ਼ਰ ਜਦੋਂ ਨਾਰਮਲ ਬੀਪੀ ਜਿੰਨਾ ਨਾਰਮਲ ਅਗਰ ਕਿਡਨੀ ਕੰਮ ਕਰਦੀ ਹੁੰਦੀ ਤਾਂ ਉਹ ਕੰਮ ਠੀਕ ਚੱਲੀ ਜਾਣਾ ਸੀਗਾ। ਜਦੋਂ ਹੁਣ ਕਿਡਨੀ ਕੰਮ ਨਹੀਂ ਕਰ ਪਾ ਰਹੀ, ਹੁਣ ਕਿਡਨੀ ਤੇ ਉਹ ਪ੍ਰੈਸ਼ਰ ਵਧਾਉਣਾ ਪੈ ਰਿਹਾ ਕੁਦਰਤ ਨੂੰ, ਤਾਂ ਕਿ ਉਹ ਕੰਮ ਚੈੱਕ ਕਰਦਾ ਰਹੇ ਕਿਡਨੀ, ਉਹਨੂੰ ਆਪਾਂ ਕਹਿੰਦੇ ਨੇ ਬੀਪੀ ਵੱਧ ਗਿਆ। ਤਾਂ ਇਹਦਾ ਮਤਲਬ ਹੈ ਕਿ ਬੀਪੀ ਵਧਣ ਕਰਕੇ ਗੁਰਦੇ ਖਰਾਬ ਹੁੰਦੇ ਆ। ਇਹ ਕਿਸੇ ਮਰੀਜ਼ ਠੀਕ ਹੋ ਸਕਦਾ ਅਗਰ ਬੀਪੀ ਪਹਿਲਾਂ ਨੋਨ ਹੋਵੇ ਵੀ ਬੰਦਾ 10 ਸਾਲ ਤੋਂ 20 ਸਾਲ ਤੋਂ ਬੀਪੀ ਦਾ ਮਰੀਜ਼ ਹੈ ਅਤੇ ਉਹ ਠੀਕ ਨਹੀਂ। ਅੱਜ ਕੱਲ੍ਹ ਬੀਪੀ ਦਵਾਈਆਂ ਬਹੁਤ ਨੇ, ਲੋਕ ਤਾਂ ਬੀਪੀ ਠੀਕ ਕਰ ਲੈਂਦੇ ਆ। ਤਾਂ ਮੇਰਾ ਮੰਨਣਾ ਹੈ ਕਿ ਜਿਹੜਾ ਐਕਚੁਅਲੀ ਗੁਰਦੇ ਖਰਾਬ ਹੋਣ ਕਰਕੇ ਬੀਪੀ ਵੱਧਦਾ, ਕਿਉਂਕਿ ਗੁਰਦੇ ਖਰਾਬ ਪਹਿਲਾਂ ਹੁੰਦੇ ਆ ਅਤੇ ਬੀਪੀ ਵਧਣਾ ਬਾਅਦ 'ਚ ਆਉਂਦਾ। ਇਸ ਕਰਕੇ ਗੁਰਦਿਆਂ ਨੂੰ ਬੀਪੀ ਨੂੰ ਮੈਂ ਨਹੀਂ ਮੰਨਦਾ ਕਿ ਬਹੁਤੇ ਜ਼ਿਆਦਾ ਗਿਣਤੀ 'ਚ ਬੀਪੀ ਕਾਰਨ ਹੈ ਗੁਰਦੇ ਖਰਾਬ ਹੋਣ ਦਾ, ਉਲਟਾ ਬੀਪੀ ਰਿਜ਼ਲਟ ਹੈ ਗੁਰਦੇ ਖਰਾਬ ਹੋਣ ਦਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਗੁਰਦੇ ਖਰਾਬ ਹੋਣ ਦਾ ਸਭ ਤੋਂ ਵੱਡਾ ਕਾਰਨ ਜਾਂ ਡਾਇਬਟੀਜ਼ ਹੈ, ਜਾਂ ਡਾਇਬਟੀਜ਼ ਜ਼ਰੂਰੀ ਨਹੀਂ ਵੀ ਬੰਦਾ ਲੇਬਲ ਦੀ ਡਾਇਬਟੀਜ਼ ਹੋਵੇ, ਉਹਦੇ ਚਿੱਪੀ ਲੱਗੀ ਹੋਈ ਡਾਇਬਟੀਜ਼ ਦੀ। ਜੋ ਡਾਇਬਟੋਜੈਨਿਕ ਹੈ, ਜੇ ਉਹਦੇ ਅੰਦਰ ਇੰਸੂਲਿਨ ਪੀਕਸ ਆ ਰਹੀਆਂ ਨੇ, ਤਾਂ ਉਹ ਇੰਸੂਲਿਨ ਪੀਕਸ ਜਿਹੜੀਆਂ ਨੇ ਸਾਰੇ ਆਰਗਨ ਨੂੰ ਡੈਮੇਜ ਕਰਦੀਆਂ ਨੇ, ਚਾਹੇ ਉਹਦਾ ਡਾਇਬਟੀਜ਼ ਬਾਹਰ ਆ ਗਿਆ ਜਾਂ ਨਹੀਂ ਆਇਆ, ਚਾਹੇ ਡਾਇਬਟੀਜ਼ ਦਾ ਲੇਬਲ ਨਹੀਂ ਵੀ ਹੋਇਆ ਮਰੀਜ਼ ਹੋ ਜੇ, ਕਿਉਂਕਿ ਜਦੋਂ ਖਾਣਾ ਖਾਂਦਾ ਉਹ ਤਾਂ ਪੀਕ ਜਾਂਦੀ ਹੈ ਨਾ, ਉਹਦਾ ਫਾਸਟਿੰਗ ਬਲੱਡ ਸ਼ੂਗਰ ਨਾਰਮਲ ਆ ਰਿਹਾ, ਲੇਕਿਨ ਜਦੋਂ ਖਾਣਾ ਖਾਂਦਾ ਹੋ ਜੇ ਖਾਣੇ ਖਾਂਦਾ ਗੰਦੇ ਮੰਦੇ, ਉਹ ਤਾਂ ਪੀਕ ਜਾਂਦੀ ਹੈ ਨਾ। ਉਹ ਰੋਜ਼ ਥੋੜ੍ਹਾ ਟੈਸਟ ਕਰਾਉਂਦਾ, ਜਾਂ ਜਿਹੜਾ ਲੇਬਲਡ ਪੇਸ਼ੈਂਟ ਨੂੰ ਟੈਸਟ ਕਰਾਉਂਦਾ ਕਦੇ ਕਦਾਈ ਹੈ, ਕਦੇ ਕਿਹੜਾ ਕਰਾਉਂਦਾ? ਫਾਸਟਿੰਗ ਕਰਾਉਂਦਾ, ਅਤੇ ਫਾਸਟਿੰਗ ਠੀਕ ਆਊਗੀ। ਉਹ ਕਹੂਗਾ ਮੈਨੂੰ ਤਾਂ ਸ਼ੂਗਰ ਨਹੀਂ ਹੈ ਜੀ, ਮੇਰੀ ਤਾਂ 120 ਆ। ਪਰ ਇਹ ਨਹੀਂ ਪਤਾ ਜਦੋਂ ਤੁਸੀਂ ਆਈਸਕ੍ਰੀਮਾਂ ਛਕ ਜਾਂਦੇ ਹੋ ਅਤੇ 2-2 4-4 ਬੋਤਲਾਂ ਸੋਡੇ ਦੀਆਂ ਪੀ ਜਾਂਦੇ ਹੋ ਜਿਹੜੀਆਂ ਵਿਆਹਾਂ 'ਚ ਜਾ ਕੇ, ਉਦੋਂ ਤਾਂ ਪੀਕ ਮਾਰਦਾ ਨਾ ਉਹ। ਅਤੇ ਅੱਜ ਤੱਕ ਦੇਖੋ ਕਿੰਨੇ ਵਿਆਹ ਹੁੰਦੇ ਲੋਕਾਂ ਦੇ, ਕਿੰਨੇ ਫੰਕਸ਼ਨ ਹੈ, ਕਿੰਨੇ ਘਰਾਂ 'ਚ ਪਈਆਂ ਨੇ ਕੋਲਡ ਡਰਿੰਕਾਂ ਔਰ ਆਈਸਕ੍ਰੀਮਾਂ ਔਰ ਜਿਹੜੀਆਂ ਪੇਸਟਰੀਆਂ ਔਰ ਮਿਠਾਈਆਂ, ਉਦੋਂ ਕੋਈ ਕਰਦਾ ਖਾ ਕੇ ਟੈਸਟ। ਤਾਂ ਇਹਦਾ ਮਤਲਬ ਉਹ ਜਿਹੜੇ ਲੇਬਲ ਨਹੀਂ ਵੀ ਪੇਸ਼ੈਂਟ ਹੁੰਦੇ, ਉਹ ਵੀ ਕਿਤੇ ਨਾ ਕਿਤੇ ਉਸ ਵਰਤਾਰੇ ਦਾ ਸ਼ਿਕਾਰ ਹੋ ਰਹੇ ਹੁੰਦੇ ਆ, ਅਤੇ ਉਹ ਵਰਤਾਰਾ ਕਿਤੇ ਨਾ ਕਿਤੇ ਗੁਰਦਿਆਂ ਨੂੰ ਵੀ ਡੈਮੇਜ ਕਰ ਰਿਹਾ ਹੁੰਦਾ। ਅਤੇ ਬਾਕੀ ਜਿਹੜਾ ਮੇਰਾ ਆਪਣਾ ਮੰਨਣਾ ਹੈ ਕਿ ਜਿਹੜੇ ਗੁਰਦਿਆਂ ਦੇ ਡੈਮੇਜ ਹੋਣ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਅਸੀਂ ਆਪਣੇ ਆਲੇ ਦੁਆਲੇ ਜ਼ਹਿਰ ਬਹੁਤ ਖੜ੍ਹੇ ਕਰ ਲਏ ਆ। ਜ਼ਹਿਰਾਂ ਦੀ ਜਿਹਨੂੰ ਭਰਮਾਰ ਕਰ ਲਈ ਹੈ, ਹਵਾ 'ਚ ਵੀ ਹੈ, ਪਾਣੀ 'ਚ ਵੀ ਹੈ, ਉਹਦੇ 'ਚ ਵੀ ਹੈ, ਭੋਜਨ 'ਚ ਵੀ ਹੈ, ਸਾਡੇ ਫਾਸਟ ਫੂਡ 'ਚ ਵੀ ਹੈ, ਸਾਡੀ ਸਨਅਤ ਨੇ ਉਹ ਸਾਡੇ ਜਿਹੜੇ ਪ੍ਰੋਸੈਸਡ ਫੂਡਸ ਨੇ ਉਹ 'ਚ ਵੀ ਹੈ, ਸਾਡੇ ਥਾਟਸ ਵੀ ਟੌਕਸਿਕ ਨੇ। ਤਾਂ ਮਤਲਬ ਸਾਡੇ ਉੱਤੇ ਬੰਬਾਰਡਮੈਂਟ ਹੋ ਰਹੀ ਹੈ ਲਗਾਤਾਰ, ਜ਼ਹਿਰਾਂ ਦੀ ਬੰਬਾਰਡਮੈਂਟ ਹੋ ਰਹੀ ਹੈ। ਉਹ ਬੰਬਾਰਡਮੈਂਟ ਕਿਤੇ ਨਾ ਕਿਤੇ ਉਹ ਹੁਣ ਜਿਹੜੇ ਜ਼ਹਿਰ ਬਣ ਰਹੇ ਆ ਕਿਤੇ ਨਾ ਕਿਤੇ ਗੁਰਦਿਆਂ ਨੂੰ ਤਾਂ ਹੁਣ ਕੰਮ ਕਰਨਾ ਪੈਣਾ ਨਾ, ਅਤੇ ਗੁਰਦੇ ਨੂੰ ਕੰਮ ਕਰਦੇ ਆ ਤਾਂ ਸਾਰੇ ਜ਼ਹਿਰ ਕੁਦਰਤ ਗੁਰਦਿਆਂ ਨੂੰ ਦੇਈ ਜਾਂਦੀ ਹੈ ਇਸ ਕੰਮ ਲਈ ਕਿ ਵੀ ਸਰੀਰ ਬਚ ਜਾਵੇ, ਬੰਦਾ ਮਰੇ ਨਾ। ਫਿਰ ਉਹ ਆਪੇ ਮਾਰ 'ਚ ਆ ਜਾਂਦੇ ਨੇ ਗੁਰਦੇ ਪਹਿਲਾਂ ਮਾਰ 'ਚ ਆਉਣਗੇ। ਸੋ ਇਸ ਕਰਕੇ ਜਿਹੜਾ ਉਹ ਵਰਤਾਰਾ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਉਹ ਸ਼ੂਗਰ ਵਾਲਾ ਹੈ ਬਿਲਕੁਲ, ਲੇਕਿਨ ਬੀਪੀ ਵਾਲਾ ਵਰਤਾਰਾ ਮੈਨੂੰ ਨਹੀਂ ਲੱਗਦਾ ਇੰਨਾ ਜ਼ਿਆਦਾ ਵੱਡੀ ਗੱਲ ਹੈ। ਉਹ ਬੀਪੀ ਵਾਲਾ ਵਰਤਾਰਾ ਜਿਹੜਾ ਉਹ ਉਲਟਾ ਰਿਜ਼ਲਟ ਹੈ। ਇਸ ਕਰਕੇ ਮੈਂ ਸਮਝਦਾ ਕਿ ਜੇ ਸਾਨੂੰ ਗੁਰਦਿਆਂ ਦੀ ਐਪੀਡੈਮਿਕ ਤੋਂ ਨੂੰ ਕੱਢਣਾ ਆਪਣੇ ਦੇਸ਼ ਨੂੰ, ਸੂਬੇ ਨੂੰ, ਤਾਂ ਸਾਨੂੰ ਜਿਹੜਾ ਕੈਮੀਕਲ ਦਾ ਵਰਤਾਰਾ ਇੱਧਰ ਧਿਆਨ ਜ਼ਿਆਦਾ ਦੇਣਾ ਚਾਹੀਦਾ, ਕਿ ਕੈਮੀਕਲ ਦਾ ਵਰਤਾਰਾ ਬਹੁਤ ਜ਼ਿਆਦਾ। ਅਤੇ ਹੁਣ ਆਈਏ ਕਿ ਇਹਦਾ ਆਪਾਂ ਇਲਾਜ ਕਿਸ ਤਰ੍ਹਾਂ ਕਰਨਾ ਹੈਗਾ, ਕਿਉਂਕਿ ਲੰਘੇ ਦਿਨੀ ਤੁਸੀਂ ਡਾਕਟਰ ਅਵਧੇਸ਼ ਪਾਂਡੇ, ਆਚਾਰਿਆ ਮਨੀਸ਼ ਔਰ ਡਾਕਟਰ ਵਿਸ਼ਵਰੂਪ ਰਾਏ ਚੌਧਰੀ ਨੇ ਦਿੱਲੀ ਦੇ ਅੰਦਰ ਇੱਕ ਪ੍ਰੈਸ ਕਾਨਫਰੰਸ ਵੀ ਕਰਕੇ ਵੀ ਇਸ ਦਾ ਇੱਕ ਵੱਖਰੀ ਜਿਹੜੀ ਹੈ ਚੀਜ਼ ਇਜਾਦ ਕਰਕੇ ਦੱਸੀ ਸੀ ਪਬਲਿਕ ਨੂੰ, ਕਿ ਪਾਣੀ ਦੇ ਵਿੱਚ ਬਿਠਾ ਕੇ ਵੀ ਉਹਦਾ ਗੁਰਦਿਆਂ ਦਾ ਜਿਹੜਾ ਕਿਸ ਤਰ੍ਹਾਂ ਨੂੰ ਰਿਵਾਈਵ ਕੀਤਾ ਜਾ ਸਕਦਾ, ਉਹਨੂੰ ਰਿਵਰਸ ਕੀਤਾ ਜਾ ਸਕਦਾ ਕਰੋਨਿਕ ਕਿਡਨੀ ਡਿਜ਼ੀਜ਼ ਨੂੰ। ਮੰਨ ਲਓ ਵੀ ਬੰਦੇ ਨੂੰ ਸਾਈਨ ਆ ਗਿਆ ਯੂਰਿਕ ਐਸਿਡ ਵਧਣ ਦਾ,
ਉੱਥੋਂ ਆਪਾਂ ਸ਼ੁਰੂ ਕਰੀਏ ਵੀ ਕਿਸ ਤਰ੍ਹਾਂ ਇਲਾਜ ਕਰਨਾ ਤੇ ਅੱਗੇ ਕਿਵੇਂ ਵਧਣਾ ਹੈਗਾ। ਜੇ ਜ਼ਿਆਦਾ ਵੱਧ ਗਿਆ ਤਾਂ ਉਹਦੇ ਕਿੱਦਾਂ ਇਲਾਜ। ਮੇਰੇ ਖਿਆਲ 'ਚ ਆਪਾਂ ਉਹਦੇ ਵਿਸਥਾਰ 'ਚ ਨਾ ਉਲਝੀਏ, ਬਹੁਤਾ ਉਹਦਾ ਫਾਇਦਾ ਨਹੀਂ ਹੋਣਾ, ਕਿਉਂਕਿ ਉਹ ਸਾਰੇ ਜਿਹੜੇ ਨੇ ਕਿਤੇ ਨਾ ਕਿਤੇ ਡਾਕਟਰ ਦੀ ਹੈਲਪ ਨਾਲ ਕਰਨ ਵਾਲੇ ਕੰਮ ਨੇ। ਬਰੀਫਲੀ ਜੇ ਆਪਾਂ ਸ਼ੇਅਰ ਕਰ ਦਿੰਦੇ ਹਾਂ ਸਰੋਤਿਆਂ ਨਾਲ ਕਿ ਆਹ ਚੀਜ਼ਾਂ ਉਪਲਬਧ ਹੈਗੀਆਂ ਨੇ। ਇਹ ਉਹ ਤਾਂ ਸਾਰਿਆਂ ਨੂੰ ਪਤਾ ਕੀ ਉਪਲਬਧ ਹੈ, ਮਾਡਰਨ ਮੈਡੀਕਲ ਸਿਸਟਮ ਕੋਲ ਕੀ ਉਪਲਬਧ ਹੈ, ਕੋਈ ਖਾਸ ਉਪਲਬਧੀ ਨਹੀਂ ਹੈ ਉਹਨਾਂ ਦੀ ਡਾਇਲਸਿਸ ਹੈ। ਵੀ ਥੋੜ੍ਹੇ ਗੁਰਦੇ ਫੇਲ ਹੋਣੇ ਸ਼ੁਰੂ ਹੋ ਗਏ, ਯੂਰੀਆ ਵਧਣਾ ਸ਼ੁਰੂ ਹੋ ਗਿਆ, ਕ੍ਰੀਟਿਨਿਨ ਵਧਣਾ ਸ਼ੁਰੂ ਹੋ ਗਿਆ, ਇੱਕ ਲੈਵਲ ਤੱਕ ਉਹ ਡਿੱਗਦੇ ਆ, ਥੋੜ੍ਹੇ ਬਹੁਤੇ ਦਵਾਈਆਂ ਦਿੰਦੇ ਆ, ਮਿੱਠਾ ਸੋਡੇ ਦੀਆਂ ਗੋਲੀਆਂ ਨੇ, ਨੋਡੋਸਸ ਦੀਆਂ ਅਤੇ ਹੋਰ ਇਹੋ ਜਿਹਾ ਕੁਛ ਹੈ, ਇੱਕ ਦੋ ਦਵਾਈਆਂ, ਉਹ ਬਹੁਤਾ ਕਾਰਗਰ ਨਹੀਂ ਹੈਗੀਆਂ। ਅਲਟੀਮੇਟਲੀ ਉਹ ਡਾਇਲਸਿਸ ਹੁੰਦਾ। ਡਾਇਲਸਿਸ ਹੁੰਦੇ ਫਿਰ ਉਹ ਕਹਿੰਦੇ ਵੀ ਤੁਸੀਂ ਜੀ ਉਹ ਕਰਾਓ, ਕਿਉਂਕਿ ਅੱਜ ਕੱਲ੍ਹ ਹੁਣ ਕਾਰਪੋਰੇਟ ਹਸਪਤਾਲਾਂ ਦਾ ਕਲਚਰ ਹੈ, ਤਾਂ ਉਹ ਬੜੇ ਚਾਕੂ ਤਿੱਖੇ ਕਰਕੇ ਰੱਖੇ ਹੁੰਦੇ ਨੇ ਉਹਨਾਂ ਨੇ ਵੀ ਅਸੀਂ ਉਹ ਕਰਨਾ, ਅਸੀਂ ਟਰਾਂਸਪਲਾਂਟ ਕਰਨੀਆਂ ਕਿਡਨੀਆਂ ਵੱਧ ਤੋਂ ਵੱਧ। ਉੱਧਰੋਂ ਫਿਰ ਉਹ ਡੈੱਡ ਬੋਡੀਜ਼ ਆਉਂਦੀਆਂ ਜਿਹੜੀਆਂ ਉੱਧਰ ਧਿਆਨ ਰੱਖਦੇ ਆ, ਉਹ ਕਲਚਰ ਬਣ ਗਿਆ ਕਿਡਨੀ ਡੋਨੇਸ਼ਨ ਦਾ। ਉਸ ਤੋਂ ਬਾਅਦ ਤੁਹਾਡਾ ਬਹੁਤ ਸਾਰੇ ਕੰਟਰੀ ਦੇ ਅੰਦਰ ਸਕੈਂਡਲ ਨੇ ਔਰਗਨ ਡੋਨੇਸ਼ਨ ਦੇ, ਔਰ ਈਵਨ ਲੋਕ ਇਹ ਵੀ ਡਾਊਟ ਕਰਦੇ ਆ ਕਿ ਜਿੰਨੀਆਂ ਹੈ ਡਿਸਅਪੀਅਰ ਹੁੰਦੇ ਆ ਬੱਚੇ ਜਾਂ ਹੋਰ ਬੰਦੇ ਨੇ, ਇਹ ਕਿਤੇ ਨਾ ਕਿਤੇ ਔਰਗਨ ਡੋਨੇਸ਼ਨ ਦੀ ਭੇਟ ਚੜ੍ਹ ਰਹੇ ਆ। ਕਿਉਂਕਿ ਜਦੋਂ ਅਮੀਰ ਬੰਦੇ ਦੇ ਗੁਰਦੇ ਖਰਾਬ ਹੁੰਦੇ ਆ ਤਾਂ ਕਿਉਂਕਿ ਜਿਹੜੇ ਥੋਕ 'ਚ ਹੋ ਰਹੇ ਆ, ਤਾਂ ਉਹ ਫਿਰ ਉਹ ਹਰ ਕਿਸਮ ਦਾ ਕ੍ਰਾਈਮ ਜਿਹੜਾ ਉਹਦੇ 'ਚ ਕ੍ਰਾਈਮ ਵੀ ਬਹੁਤ ਸਾਰਾ ਬਣ ਰਿਹਾ ਹੋ ਰਿਹਾ ਕਿਡਨੀ ਡੋਨੇਸ਼ਨ ਦੇ ਨਾਂ 'ਤੇ ਅਤੇ ਕਿਡਨੀ ਟਰਾਂਸਪਲਾਂਟ ਦੇ ਨਾਂ 'ਤੇ। ਕਿਉਂਕਿ ਕਿਡਨੀ ਟਰਾਂਸਪਲਾਂਟ ਕਰਨ ਲਈ ਫਿਰ ਉਹ ਬੰਦੇ ਚੱਕੇ ਜਾਂਦੇ ਆ, ਕਿਡਨੈਪ ਕੀਤੇ ਜਾਂਦੇ ਆ, ਫਿਰ ਉਹਦੇ ਔਰਗਨ ਕੱਢੇ ਜਾਂਦੇ ਆ। ਫਿਰ ਅੱਛਾ ਜੋ ਗਰੀਬ ਬੰਦੇ ਕੋ ਔਰਗਨ ਵੇਚਦੇ ਆ, ਉਹ ਕਿੰਨੇ ਪੰਜਾਬ 'ਚ ਕਿੰਨੇ ਸਕੈਂਡਲ ਫੜੇ ਜਾ ਚੁੱਕੇ ਆ ਕਿ ਸਜ਼ਾ ਡਾਕਟਰਾਂ ਨੂੰ ਸਜ਼ਾ ਹੋਈ ਆ ਕਿ ਉਹ ਅਸਲ 'ਚ ਸੈਲਿੰਗ ਪਰਚੇਜ਼ਿੰਗ ਸੀਗਾ। ਗੌਰਮੈਂਟ ਨੇ ਤਾਂ ਪ੍ਰੋਸੀਜਰ ਥੋੜ੍ਹਾ ਟਫ ਕੀਤਾ ਹੋਇਆ ਵੀ ਜੈਨੂਅਨ ਡੋਨੇਸ਼ਨ ਹੋਣੀ ਚਾਹੀਦੀ ਹੈ ਜਿਹੜੇ ਡੋਨਰਸ ਨੇ, ਉਹ ਜੈਨੂਅਨ ਹੋਣ ਦੀ ਬਜਾਏ ਉਹ ਸੇਲ ਹੁੰਦੀ ਹੈ। ਜਿਹੜੇ ਮਤਲਬ ਗਰੀਬ ਬੰਦੇ ਵਿਚਾਰੇ ਉਹਨਾਂ ਦਾ ਕੋਈ ਕੰਮ ਫਸਿਆ ਹੋਇਆ, ਤਾਂ ਉਹ ਇੱਕ ਆਪਣੇ ਕੋਈ ਗੁਰਦਾ ਡੋਨੇਟ ਕਰਕੇ ਅਤੇ ਉਹ ਆਪਣਾ 2-4 ਲੱਖ ਰੁਪਇਆ ਲੈ ਕੇ ਆਪਣਾ ਗੁਜ਼ਾਰਾ ਕਰਦੇ ਆ। ਤਾਂ ਉਹ ਕਿਤੇ ਨਾ ਕਿਤੇ ਜਿਹੜਾ ਇਹ ਮਾਡਰਨ ਮੈਡੀਕਲ ਸਿਸਟਮ ਕੋਲ ਇਹ ਸਿਸਟਮ ਹੈ ਜਿਹੜਾ ਡਾਇਲਿਸਿਸ ਦਾ। ਅਤੇ ਉਸ ਤੋਂ ਬਾਅਦ ਫਿਰ ਹੁਣ ਡਾਇਲਿਸਿਸ ਜਿਹੜਾ ਹੈ, ਡਾਇਲਿਸਿਸ ਜੋ ਤੁਸੀਂ ਕਰਨ ਲੱਗ ਜਾਂਦੇ ਤਾਂ ਡਾਇਲਿਸਿਸ ਦੇਖਣ ਨੂੰ ਤਾਂ ਵਧੀਆ ਚੀਜ਼ ਲੱਗਦੀ ਆ ਕਿ ਵੀ ਠੀਕ ਹੈ। ਉਹ ਕਈ ਵਾਰੀ ਬੰਦੇ 10-10, 15-15 ਸਾਲ ਕੱਟ ਵੀ ਜਾਂਦੇ ਆ, ਇਹ ਵੀ ਸੱਚ ਹੈ। ਲੇਕਿਨ ਬਹੁਤ ਸਾਰੇ ਬੰਦੇ ਉਲਝ ਵੀ ਜਾਂਦੇ ਆ 2-2, 4-4 ਸਾਲ ਬਾਅਦ, ਕਿਤੇ ਨਾ ਕਿਤੇ ਕਿਸੇ ਦਾ ਉਹ ਜਿਹੜੀ ਨਾਲੀ ਜੀ ਪਾਉਂਦੇ ਉਹ ਉੱਥੇ ਉਲਝ ਗਿਆ ਜਾਂ ਕੋਈ ਨਾ ਕੋਈ ਹੋਰ ਕੰਪਲੀਕੇਸ਼ਨ 'ਚ ਆ ਗਿਆ। ਲੇਕਿਨ ਓਵਰਆਲ ਵੀ ਉਹ ਗੁਰਦੇ ਜਿੰਨੇ ਕੰਮ ਕਰਦੇ ਹੁੰਦੇ ਉਸ ਤੋਂ ਵੀ ਰਹਿ ਜਾਂਦੇ ਆ। ਕਿਉਂਕਿ ਜਦੋਂ ਡਾਇਲਿਸਿਸ ਸ਼ੁਰੂ ਹੁੰਦਾ ਤਾਂ ਇਹਦਾ ਮਤਲਬ ਇਹ ਨਹੀਂ ਗੁਰਦੇ ਫੇਲ ਹੋ ਗਏ ਆ, ਇਹਦਾ ਮਤਲਬ ਗੁਰਦੇ ਘੱਟ ਕੰਮ ਕਰ ਰਹੇ ਆ। ਜਿਹੜਾ ਫੇਲ ਲਫ਼ਜ਼ ਨਹੀਂ ਵਰਤਣਾ ਚਾਹੀਦਾ। ਉਹ ਜਦੋਂ ਫੇਲ ਕਹਿ ਦਿੰਦੇ ਆ ਤਾਂ ਇਹਦਾ ਮਤਲਬ ਤੁਸੀਂ ਹਥਿਆਰ ਸਿੱਟ 'ਤੇ ਮੰਨ ਲਓ ਬੰਦੇ ਦਾ ਯੂਰੀਆ ਕ੍ਰੀਟਿਨਿਨ ਵੱਧ ਰਿਹਾ, ਅਤੇ ਇਹਦਾ ਮਤਲਬ ਹੈ ਬੰਦੇ ਦੇ ਗੁਰਦੇ ਕੰਮ ਤਾਂ ਕਰ ਰਹੇ ਆ, ਪਰ ਉਹ 50% ਨਹੀਂ ਕਰ ਰਹੇ। ਘੱਟੋ ਘੱਟ 50% ਚਾਹੀਦੇ ਆ, ਉਹ 30% ਕਰ ਰਹੇ ਆ ਕਿ 20 ਕਰ ਰਹੇ ਆ ਕਿ 25 ਕਰ ਰਹੇ ਆ, ਕੁਛ ਨਾ ਕੁਛ ਤਾਂ ਕਰ ਰਹੇ ਆ ਨਾ। ਹੌਲੀ ਉਹ 100% 'ਤੇ ਚੱਲ ਜਾਂਦਾ। ਜਦੋਂ 100% ਹੋ ਗਿਆ ਫਿਰ ਤਾਂ ਪਿਸ਼ਾਬ ਬੰਦ ਹੋ ਗਿਆ। ਉਹ ਬਹੁਤ ਥੋੜ੍ਹੇ ਨੇ, ਮੈਨੂੰ ਲੱਗਦਾ ਉਹ 10-15% ਪੇਸ਼ੈਂਟ ਨੇ ਜਿਨ੍ਹਾਂ ਦਾ ਪਿਸ਼ਾਬ ਆਲਮੋਸਟ ਬੰਦ ਹੋ ਚੁੱਕਿਆ। ਚੀਜ਼ ਹੋਰ ਹੈ ਡਾਕਟਰ ਸਾਹਿਬ, ਇਹ ਵੀ ਕਲੀਅਰ ਕਰ ਦਈਏ ਹੁਣ ਆਪਾਂ ਲੱਗੇ ਹੱਥ। ਸਿਰਮ ਕ੍ਰੈਟਿਨਿਨ ਜਿਹੜਾ ਉਹ ਵਧਣਾ, ਸਿਰਮ ਕ੍ਰੈਟਿਨਿਨ ਕੀ ਹੈ ਜਿਹੜਾ ਵੱਧਦਾ ਹੈਗਾ? ਸੀਰਮ ਕ੍ਰੈਟਿਨਿਨ ਜਦੋਂ ਅਸੀਂ ਕੰਮ ਕਰਦੇ ਹਾਂ ਕੋਈ ਵੀ, ਤਾਂ ਸਾਡੇ ਮਸਲ ਜਦੋਂ ਕੰਮ ਕਰਦੇ ਹਾਂ ਤਾਂ ਜਦੋਂ ਮਸਲ 'ਚ ਜਿਹੜੀ ਬ੍ਰੇਕਡਾਊਨ ਹੁੰਦੀ ਹੈ ਜਿਸ ਜਿਹੜੇ ਕੈਮੀਕਲ ਦੇ ਨਾਲ ਉੱਥੋਂ ਕ੍ਰੈਟਿਨਿਨ ਨਾਂ ਦੀ ਚੀਜ਼ ਬਣਦੀ ਹੈ, ਉਹ ਕ੍ਰੈਟਿਨਿਨ ਨਾਂ ਦੀ ਚੀਜ਼ ਜਿਹੜੀ ਉਹ ਕਿਡਨੀ ਨੇ ਬਾਹਰ ਕੱਢਣੀ ਹੁੰਦੀ ਹੈ। ਯਾਨੀ ਕਿ ਜਿਹੜੀ ਟੁੱਟ ਭੱਜ ਹੋ ਰਹੀ ਹੈ ਸੈੱਲਾਂ ਦੀ ਕੁਛ ਦੀ, ਹੈ ਨਾ, ਟੌਕਸਿਕ ਹੁੰਦੀ ਹੈ, ਉਹ ਮਸਲ 'ਚੋਂ ਪਰਟੀਕੂਲਰਲੀ ਨਿਕਲਦੀ, ਮਸਲਸ 'ਚੋਂ ਜਾਂ ਨੌਨ ਵੈਜ ਫੂਡ 'ਚੋਂ ਨਿਕਲਦੀ ਹੈ। ਬਹੁਤ ਸਾਰੇ ਨੌਨ ਵੈਜ ਫੂਡ 'ਚ ਹੁੰਦੀ ਹੈ। ਨੌਨ ਵੈਜ ਫੂਡ ਜ਼ਿਆਦਾ ਖਾਵਾਂਗੇ ਆਪਾਂ ਤਾਂ ਉਹ 'ਚ ਕ੍ਰੈਟਿਨਿਨ ਜ਼ਿਆਦਾ ਹੁੰਦੀ ਹੈ, ਕਿਉਂਕਿ ਮਸਲ ਜਾਂ ਖਾ ਰਹੇ ਹੋ ਉਹ ਬੇਸਿਕਲੀ ਮਸਲ 'ਚੋਂ ਹੈ। ਤਾਂ ਉਹ ਜਿਹੜੇ ਮਸਲਸ ਨੇ, ਜਿੱਥੇ ਜੇ ਮੰਨ ਲਓ ਅਸੀਂ ਮੁਰਗਾ ਖਾ ਰਹੇ ਹਾਂ, ਚਿਕਨ ਖਾ ਰਹੇ ਹਾਂ ਜਾਂ ਕੋਈ ਹੋਰ ਮੀਟ ਖਾ ਰਹੇ ਹਾਂ, ਤਾਂ ਉਹਦੀ ਡਾਈਜੈਸ਼ਨ 'ਚ ਵੀ ਉਹ ਪੈਦਾ ਹੋਣਗੇ। ਤਾਂ ਉਹਦੇ 'ਚ ਜਿਹੜੀ ਹੈ ਕ੍ਰੈਟਿਨਿਨ ਜਦੋਂ ਕੋਈ ਗੁਰਦਿਆਂ ਨੇ ਬਾਹਰ ਕੱਢਣੀ ਤਾਂ ਕੱਢ ਨਹੀਂ ਸਕਦੇ ਹੋ, ਤਾਂ ਫਿਰ ਉਹ ਬਲੱਡ 'ਚ ਵਧਣੀ ਸ਼ੁਰੂ ਹੋ ਜਾਂਦੀ ਹੈ। ਉਹਨੂੰ ਅਸੀਂ ਕਹਿੰਦੇ ਕ੍ਰੈਟਿਨਿਨ ਵੱਧ ਗਈ। ਉਹ ਜਦੋਂ ਵੱਧ ਗਈ ਟੌਕਸਿਕ ਹੈ ਨਾ, ਉਹ ਟੌਕਸਿਕ ਹੈ। ਕ੍ਰੈਟਿਨਿਨ ਅਤੇ ਯੂਰੀਆ ਦੋਨੋਂ ਜਿਹੜੇ ਨੇ ਇਹ ਟੌਕਸਿਕ ਨੇ, ਜ਼ਹਿਰ ਨੇ, ਇਹ ਜਿਹੜੇ ਕਿਡਨੀ ਨੇ ਬਾਹਰ ਕੱਢਣੇ ਹੁੰਦੇ ਆ। ਅਤੇ ਨੋਰਮਲ ਬੰਦੇ 'ਚ ਉਹ ਲੈਵਲ ਜਿਹੜੇ ਨੇ ਇੱਕ ਸੀਮਾ 'ਚ ਰਹਿੰਦੇ ਆ। ਕ੍ਰੈਟਿਨਿਨ ਆਮ ਤੌਰ 'ਤੇ 1 ਤੋਂ ਥੱਲੇ ਰਹਿੰਦੀ ਆ, ਯੂਰੀਆ ਜਿਹੜਾ ਉਹ ਕੋਈ 40 ਤੋਂ ਥੱਲੇ ਰਹਿੰਦਾ। ਜਦੋਂ ਕਿਡਨੀ ਬਾਹਰ ਨਹੀਂ ਕੱਢ ਪਾ ਰਹੀ ਤਾਂ ਫਿਰ ਬਲੱਡ 'ਚ ਵਧਣੇ ਸ਼ੁਰੂ ਹੋ ਜਾਂਦੇ ਆ। ਜਦੋਂ ਵਧਣੇ ਸ਼ੁਰੂ ਹੋ ਜਾਂਦੇ ਆ ਫਿਰ ਬਾਕੀ ਅੰਗਾਂ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦੇ ਆ। ਸੋ ਇਹਦਾ ਮਤਲਬ ਹੁੰਦਾ ਉਹ। ਤਾਂ ਆਪਾਂ ਆ ਰਹੇ ਸੀਗੇ ਕਿ ਮਾਡਰਨ ਮੈਡੀਕਲ ਸਿਸਟਮ ਕੋਲ ਕੋਈ ਬਹੁਤਾ ਕਾਰਗਰ ਸਿਸਟਮ ਨਹੀਂ ਹੈ ਕਿ ਗੁਰਦੇ ਨੂੰ ਦੁਬਾਰਾ ਉਹ ਡੈਮੇਜ ਹੋਏ ਗੁਰਦੇ ਨੂੰ ਦੁਬਾਰਾ ਕੰਮ ਕਰਨ ਲਾ ਸਕੇ। ਉਹਦੇ ਕੋਲ ਬਦਲ ਹੈ, ਇੱਕ ਬਦਲ ਨਕਲੀ ਮਸ਼ੀਨ ਹੈ, ਇੱਕ ਬਦਲ ਟਰਾਂਸਪਲਾਂਟ ਹੈ। ਇਹ ਦੋਨੋਂ ਹੀ ਬਦਲ ਜਿਹੜੇ ਨੇ ਉਹ ਆਪਾਂ ਨੂੰ ਪਤਾ ਹੈ, ਉਹਦੇ ਜੋ ਵਿਸਥਾਰ 'ਚ ਨਹੀਂ ਜਾਂਦੇ ਕਿਵੇਂ ਜਿਹੜੇ ਨੇ ਮਾੜੇ ਨੇ।
ਉਹ 'ਚ ਇੱਕ ਗੱਲ ਜਿਹੜੀ ਆ ਮੈਂਸ਼ਨ ਕਰਨ ਵਾਲੀ ਕਿ ਜਦੋਂ ਡਾਇਲਸਿਸ ਹੁੰਦਾ ਹੈ ਤਾਂ ਉਹਦੇ 'ਚ ਜਿਹੜੇ ਗੁਰਦੇ ਮਾੜਾ ਮੋਟਾ ਕੰਮ ਕਰਨ ਜੋ ਸਰੀਰ ਨੂੰ ਜ਼ੋਰ ਲਾ ਕੇ ਕੰਮ ਕਰਨ ਲਾ ਰਿਹਾ ਹੁੰਦਾ ਉਹ ਵੀ ਛੱਡ ਜਾਂਦਾ, ਉਹ ਲੋੜ ਖਤਮ ਹੋ ਜਾਂਦੀ ਨਾ, ਕਿਉਂਕਿ ਸਰੀਰ ਜ਼ੋਰ ਜਿਹੜਾ ਲਾਉਂਦਾ ਤਾਂ ਇਸ ਬੇਸ 'ਤੇ ਲਾਉਂਦਾ ਵੀ ਤੁਹਾਡਾ ਕ੍ਰੀਟਿਨ ਲੈਵਲ ਵੱਧ ਗਿਆ, ਯੂਰੀਆ ਵੱਧ ਗਿਆ, ਉਹ ਤੁਸੀਂ ਨਕਲੀ ਥੱਲੇ ਕਰਤਾ ਤਾਂ ਕੁਦਰਤ 'ਚ ਉਹ ਸਿਗਨਲ ਹੀ ਨਹੀਂ ਜਾਂਦਾ ਕਿ ਵੀ ਗੁਰਦਿਆਂ ਨੂੰ ਕਹੇ ਵੀ ਉਹ ਵੀ ਹੋਰ ਕੰਮ ਕਰੋ, ਤਾਂ ਉਹ ਸਿਗਨਲ ਬੰਦ ਹੋਇਆ। ਜਦੋਂ ਸਿਗਨਲ ਬੰਦ ਹੋਇਆ ਤਾਂ ਉਹ ਜਿਹੜੇ ਗੁਰਦੇ ਮਾੜਾ ਮੋਟਾ ਕੰਮ ਕਰ ਰਹੇ ਹੁੰਦੇ ਨੇ ਉਹ ਵੀ ਛੱਡ ਜਾਂਦੇ ਆ। ਅਤੇ ਇਸ ਕਰਕੇ ਉਹਦਾ ਕੋਈ ਬਹੁਤਾ ਲੰਬੇ ਸਮੇਂ 'ਚ ਕਾਰਗਰ ਇਫੈਕਟ ਨਹੀਂ ਹੁੰਦਾ। ਠੀਕ ਆ, ਜਾਨ ਬਚਾਉਣ 'ਚ ਬਹੁਤ ਸਹਾਈ ਨੇ, ਬਹੁਤ ਵਧੀਆ ਇਨਵੈਂਸ਼ਨ ਆ ਉਹ ਜਿਹੜੀ ਨਕਲੀ ਕਿਡਨੀ ਹੈ। ਇਹ ਸਾਇੰਸ ਦੀ ਬਹੁਤ ਵਧੀਆ ਇਨਵੈਂਸ਼ਨ ਹੈ, ਇਹਨੂੰ ਆਪਾਂ ਕ੍ਰਿਟਿਸਾਈਜ਼ ਨਹੀਂ ਕਰਦੇ ਉਸ ਐਂਗਲ ਤੋਂ, ਪਰ ਇਹ ਵੱਡੇ ਪੱਧਰ 'ਤੇ ਇਸ ਹਾਲ ਤੱਕ ਸੀਮਿਤ ਨਹੀਂ ਰੱਖਣਾ ਚਾਹੀਦਾ ਆਪਣੇ ਆਪ ਨੂੰ। ਉਹ ਸਾਨੂੰ ਉਹੋ ਜਿਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹਦੇ ਅੰਦਰ ਕਿ ਜਿਹੜੇ ਗੁਰਦੇ ਕੰਮ ਨਹੀਂ ਕਰ ਪਾ ਰਹੇ ਉਹ ਕੰਮ ਕਰਨ ਲੱਗ ਜਾਣ। ਉਹਦੇ ਅੰਦਰ ਜਿਹੜਾ ਬਦਲਵਾਂ ਆਲਟਰਨੇਟਿਵ ਆਲਰੇਡੀ ਤੁਸੀਂ ਦੇਖਿਆ ਹੋਣਾ, ਬਹੁਤ ਸਾਰੀਆਂ ਐਡਸ ਆਉਂਦੀਆਂ ਨੇ TV 'ਚ। ਤੁਸੀਂ PTC ਨਿਊਜ਼ ਮੈਂ ਕੱਲ੍ਹ ਦੇਖ ਰਿਹਾ ਸੀ, ਉਹ ਥੱਲੇ ਐਡਸ ਆ ਰਹੀ ਹੁੰਦੀ ਹੈ ਪਰਟੀਕੂਲਰ ਇੱਕ ਆਯੁਰਵੈਦਿਕ ਕੰਪਨੀ ਦੀ, ਆਯੁਰਵੈਦਿਕ ਹਸਪੀਟਲ ਦੀ, ਕਿ ਵੀ ਉਹ ਤੁਸੀਂ ਉਹਦਾ ਬਿਨਾਂ ਡਾਇਲਸਿਸ ਤੋਂ ਇਲਾਜ ਕਰਾਓ। ਤਾਂ ਇਹਦਾ ਮਤਲਬ ਆਲਰੇਡੀ ਬਦਲ ਸਾਡੇ ਕੋਲ ਉਪਲਬਧ ਹੈਗੇ ਆ। ਠੀਕ ਹੈ, ਉਹ ਸਾਰਿਆਂ 'ਚ ਇਫੈਕਟਿਵ ਨਹੀਂ ਹੁੰਦੇ, ਕੁਛ ਇਫੈਕਟਿਵ ਹੋ ਜਾਂਦੇ ਆ। ਲੇਕਿਨ ਜਿਹੜਾ ਨਵਾਂ ਕੰਮ ਅਸੀਂ ਕਰ ਰਹੇ ਸੀਗੇ ਉਹ ਹੈਗਾ ਉਹਦੇ 'ਚ ਅਸੀਂ ਕਰ ਰਹੇ ਹਾਂ ਕਿ ਉਹ ਜਿਹੜੀ ਹੋਲਿਸਟਿਕ ਹੈਲਥ ਕੇਅਰ ਹੈ ਉਹਦੇ ਅੰਦਰ ਸਾਰਾ ਕੁਝ ਕੰਬਾਈਨ ਕਰ ਦਈਏ। ਜੇ ਆਪਾਂ ਉਹਦੇ ਅੰਦਰ ਜਿਹੜੀ ਆਪਾਂ ਡਾਈਟ ਦੀ ਗੱਲ ਕਰਦੇ ਸੀ, ਡਾਈਟ ਵੀ ਕਰ ਦਈਏ, ਉਹਦੇ ਅੰਦਰ ਕੁਝ ਕਾੜੇ ਮੈਡੀਸਨਲ ਪਲਾਂਟਸ ਵੀ ਕਰ ਦਈਏ, ਉਹਦੇ ਅੰਦਰ ਜਿਹੜੇ ਗ੍ਰੇਨਸ ਖਾਣੇ ਉਹ ਜਿਹੜੇ ਰਵਾਇਤੀ ਗ੍ਰੇਨਸ ਨੇ, ਚੌਲ ਕਣਕ ਦੀ ਬਜਾਏ ਅਸੀਂ ਮਿਲਟਸ ਕਰ ਦਈਏ। ਉਸ ਤੋਂ ਬਾਅਦ ਆਪਾਂ ਕੁਛ ਚੀਜ਼ਾਂ ਜਿਹੜੀਆਂ ਨੈਚੁਰੋਪੈਥੀ ਦੀਆਂ ਨੇ, ਉਹਦੇ ਅੰਦਰ ਨੈਚੁਰੋਪੈਥੀ ਦੇ ਅੰਦਰ ਸਾਡੇ ਕੋਲ ਜਿਹੜਾ ਬਹੁਤ ਉੱਤਮ ਚੀਜ਼ਾਂ ਨੇ ਉਹ ਹੈਗੀ ਤੁਹਾਡੇ ਕੋਲ ਧੁੱਪੇ ਬੈਠਣਾ, ਸਰੀਰ ਦੀ ਮਾਲਿਸ਼ ਕਰਨਾ, ਥੋੜ੍ਹਾ ਸਰੀਰ ਨੂੰ ਅਸੀਂ ਹੋਲ ਬੋਡੀ ਟੈਪਿੰਗ ਕਹਿੰਦੇ, ਉਹਨੂੰ ਟੈਪਿੰਗ ਕਰਨੀ ਤਾਂ ਕਿ ਪਸੀਨਾ ਆਵੇ ਅਤੇ ਸਰਕੂਲੇਸ਼ਨ ਸਕਿਨ ਦੀ ਵਧੇ। ਧੁੱਪੇ ਬੈਠਣ ਨਾਲ ਕਿਡਨੀ ਠੀਕ ਹੁੰਦੀ ਹੈ ਰਿਵਾਈਵ? ਧੁੱਪੇ ਬੈਠ ਕੇ ਅੱਜ ਮੈਂ ਧੁੱਪੇ ਬੈਠਿਆ, ਕੱਪੜੇ ਲਾ ਕੇ, ਉਹ ਇੰਨਾ ਪਸੀਨਾ ਆਇਆ, ਅਤੇ ਉਹ ਜਿਹੜਾ ਪਸੀਨਾ ਆਉਂਦਾ ਉਹ ਗੁਰਦਿਆਂ ਦਾ ਕੰਮ ਜਿਹੜਾ ਹੈ, ਅੱਧਾ ਕੰਮ ਗੁਰਦਿਆਂ ਦਾ ਸਕਿਨ ਤੋਂ ਲੈ ਲੈਂਦੀ ਹੈ ਨੇਚਰ। ਜੋ ਕੰਮ ਗੁਰਦੇ ਨੇ ਕਰਨਾ ਹੈ ਉਹ ਚਮੜੀ ਤੋਂ ਲੈ ਲੈਂਦੀ ਹੈ। ਇਹ ਬਹੁਤ ਖੂਬੀ ਹੈ ਸਕਿਨ ਦੀ ਕਿ ਸਕਿਨ ਬਹੁਤ ਸਾਰੇ ਕੰਮ ਕਰ ਲੈਂਦੀ ਹੈ, ਤਾਂ ਸਕਿਨ ਜਿਹੜੀ ਹੈ ਉਹ ਤੋਂ ਕੰਮ ਲੈ ਲੈਂਦੀ ਹੈ। ਤਾਂ ਸਕਿਨ ਦੇ ਧੁੱਪੇ ਬੈਠਣਾ, ਧੁੱਪੇ ਬੈਠ ਕੇ ਹੋਲ ਬੋਡੀ ਟੈਪਿੰਗ ਕਰਨਾ ਜਾਂ ਐਕਸਰਸਾਈਜ਼ ਕਰਨਾ ਤਾਂ ਕਿ ਪਸੀਨਾ ਆਵੇ ਵੱਧ ਤੋਂ ਵੱਧ। ਉਸ ਤੋਂ ਬਾਅਦ ਆ ਗਿਆ ਨੈਚੁਰੋਪੈਥੀ ਅੰਦਰ ਤੁਹਾਡਾ ਹੈਗਾ ਪੰਚਕਰਮਾ ਹੈ। ਪੰਚਕਰਮਾ ਦੀਆਂ ਕਿਰਿਆਵਾਂ ਸਾਰੀਆਂ ਜਿਹੜੀਆਂ ਨੇ ਉਹ ਤੁਹਾਨੂੰ ਸਟੀਮ ਬਾਥ ਹੈ। ਪਹਿਲਾਂ ਮਾਲਿਸ਼ ਕਰਨੀ, ਪੂਰੇ ਸਰੀਰ ਦੀ ਮਾਲਿਸ਼ ਕਰਨੀ। ਮਾਲਿਸ਼ ਕੀ ਕਰਾਂਗੇ, ਕੀ ਹੋਊਗਾ, ਪੂਰੇ ਸਰੀਰ ਦੀ ਬਲੱਡ ਸਪਲਾਈ ਵਧੇਗੀ ਸਕਿਨ ਦੀ, ਉਹਦੇ ਨਾਲ ਵੀ ਕੁਛ ਪਸੀਨਾ ਆਏਗਾ, ਕੋਈ ਬਲੱਡ ਸਪਲਾਈ ਵਧੇਗੀ। ਉਸ ਤੋਂ ਬਾਅਦ ਸਟੀਮ 'ਚ ਬਿਠਾਤਾ, ਅਸੀਂ ਭਾਫ 'ਚ ਬਿਠਾਤਾ, ਭਾਫ ਨਾਲ ਸਟੀਮ ਉਹ ਆਊਗਾ, ਪਸੀਨਾ ਆਏਗਾ ਬਹੁਤ ਜ਼ਿਆਦਾ। ਉਹ ਜਿਹੜੀ ਦੂਜੀ ਜਿਸ ਇਨਵੈਂਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ, ਹਿਮਸ ਦੇ ਅੰਦਰ ਅਸੀਂ ਜਿਹੜੇ ਕਰ ਰਹੇ ਹਾਂ ਉਹ ਹੈਗਾ ਹੌਟ ਵਾਟਰ ਇਮਰਸ਼ਨ ਕਰਨੇ ਅਸੀਂ ਉਹਨੂੰ। ਹੌਟ ਵਾਟਰ ਇਮਰਸ਼ਨ ਜਿਹੜੀ ਹੈ ਅਪ ਟੂ ਨੈਕ ਗਰਦਨ ਤੱਕ ਜਿਹੜੀ ਹੈ ਪਾਣੀ 'ਚ ਬੈਠਣਾ 40 ਡਿਗਰੀ ਸੈਲਸੀਅਸ ਦੇ ਉੱਪਰ। ਉਹ 40 ਡਿਗਰੀ ਸੈਲਸੀਅਸ ਉੱਪਰ ਜਦੋਂ ਪਾਣੀ 'ਚ ਅਸੀਂ ਬੈਠਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ ਕਿ ਉਹਦੇ ਨਾਲ ਪੂਰੇ ਦੇ ਪੂਰੇ ਜਿਹੜਾ ਬਾਡੀ ਦਾ ਇਨੇਟ ਹੀਲਿੰਗ ਮੈਕੈਨਿਜ਼ਮ ਹੈ ਬਹੁਤ ਫਾਸਟ ਹੋ ਜਾਂਦਾ। ਉਹ ਸਾਰੀਆਂ ਬਿਮਾਰੀਆਂ 'ਚ ਕਾਰਗਰ ਹੈ, ਇਕੱਲੇ ਕਿਡਨੀ 'ਚ ਨਹੀਂ ਆਪਾਂ ਉਹ ਹੈ, ਲੇਕਿਨ ਕਿਉਂਕਿ ਕਿਡਨੀ 'ਚ ਕਿਉਂਕਿ ਲੋੜ ਹੈ ਇਹਦੀ ਬਹੁਤ ਜ਼ਿਆਦਾ, ਤਾਂ ਉਹ ਕਿਡਨੀ ਨਾਲ ਜੋੜਿਆ ਅਸੀਂ। ਲੇਕਿਨ ਅਦਰਵਾਈਜ਼ ਉਹ ਮੈਕੈਨਿਜ਼ਮ ਇਹੋ ਜਿਹਾ ਗਰਮ ਪਾਣੀ 'ਚ ਬੈਠਣਾ ਜਿਹੜਾ ਉਹ ਸਾਰੀਆਂ ਬਿਮਾਰੀਆਂ 'ਚ ਕਾਰਗਰ ਹੋਏਗਾ। ਲਿਵਰ 'ਚ ਵੀ ਹੋਏਗਾ, ਹਾਰਟ 'ਚ ਵੀ ਹੋਏਗਾ, ਬਲੱਡ ਪ੍ਰੈਸ਼ਰ 'ਚ ਵੀ ਹੋਏਗਾ, ਸਭ 'ਚ ਹੋਏਗਾ। ਲੇਕਿਨ ਕਿਡਨੀ 'ਚ ਅਸੀਂ ਉਹਨੂੰ ਯੂਜ਼ ਕਰ ਰਹੇ ਹਾਂ ਤਾਂ ਬਹੁਤ ਅੱਛੇ ਰਿਜ਼ਲਟਸ ਆ ਰਹੇ ਆ ਉਹਦੇ। ਹੌਟ ਵਾਟਰ ਇਮਰਸ਼ਨ, ਹੌਟ ਵਾਟਰ ਇਮਰਸ਼ਨ। ਇੱਕ ਦੂਸਰਾ ਹੈਗਾ ਹੈਡ ਡਾਊਨ ਟਿਲਟ, ਯਾਨੀ ਕਿ ਪੈਰਾਂ ਵਾਲਾ ਪਾਸਾ 6-7 ਇੰਚ ਤੋਂ ਲੈ ਕੇ 1 ਫੁੱਟ ਤੱਕ ਉੱਚਾ ਰੱਖਣਾ ਸੌਣ ਵੇਲੇ ਜਾਂ ਲੇਟਣ ਵੇਲੇ। ਤਾਂ ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਬਾਡੀ ਦਾ ਸਾਰਾ ਬਲੱਡ ਸਰਕੂਲੇਸ਼ਨ ਇੰਪਰੂਵ ਕਰ ਜਾਂਦੀ, ਕਿਉਂਕਿ ਲੱਤਾਂ ਦੇ ਵਿੱਚ ਲੱਤਾਂ ਸਾਡੀਆਂ ਕਿੰਨੀਆਂ ਲੰਬੀਆਂ ਨੇ, ਹੁਣ ਸਰੀਰ ਦਾ ਅੱਧ ਲੱਤਾਂ ਨੇ ਅਤੇ ਮਸਲਸ ਬਹੁਤ ਸਟਰੋਂਗ ਨੇ, ਤਾਂ ਘੱਟੋ ਘੱਟ 5ਵਾਂ ਹਿੱਸਾ ਬਲੱਡ ਦਾ ਸਾਡੀਆਂ ਲੱਤਾਂ 'ਚ ਹੁੰਦਾ। ਤਾਂ ਲੱਤਾਂ ਦੇ ਅੰਦਰ ਬਲੱਡ ਸਟੈਗਨੇਟ ਕਰ ਜਾਂਦਾ। ਉਹ ਖਾਸ ਕਰਕੇ ਜਿਹੜਾ ਬਿਮਾਰ ਬੰਦਾ ਹੁੰਦਾ ਉਹਦੇ 'ਚ ਬਹੁਤ ਜ਼ਿਆਦਾ ਸਟੈਗਨੇਟ ਕਰਦਾ, ਕਿਉਂਕਿ ਅਗੇਂਸਟ ਗ੍ਰੈਵਿਟੀ ਹੋਣਾ ਨਾ ਉੱਪਰ ਇਹਨੇ ਸਾਰਾ ਦਿਨ ਤੁਰੇ ਫਿਰਨਾ, ਤਾਂ ਸਰੀਰ ਨੂੰ ਵਾਪਸ ਲਿਆਉਣ ਲਈ ਕਿੱਥੇ ਹਾਰਟ ਤੱਕ ਪਹੁੰਚਣ ਲਈ 4 ਫੁੱਟ 5 ਫੁੱਟ ਚੜ੍ਹਨਾ ਪਏਗਾ ਉੱਪਰ ਬਲੱਡ ਨੂੰ। ਤਾਂ ਉਹ ਥੋੜ੍ਹਾ ਬਲੱਡ ਜਿਹੜਾ ਸਟੈਗਨੇਟ ਕਰਦਾ, ਅਤੇ ਜਦੋਂ ਅਸੀਂ ਉੱਚਾ ਟਿਲਟ ਕਰ ਦਾਂਗੇ ਉਹਨੂੰ ਤਾਂ ਉਹ ਬਲੱਡ ਵਾਪਸ ਆ ਕੇ ਸਰਕੂਲੇਸ਼ਨ 'ਚ ਆ ਜਾਏਗਾ। ਤਾਂ ਉਹ ਹੈਡ ਡਾਊਨ ਟਿਲਟ ਨਾਲ ਵੀ ਜਿਹੜਾ ਕਾਫੀ ਇਫੈਕਟ ਪੈਂਦਾ। ਅਤੇ ਉਹਦੇ ਨਾਲ ਜਿਹੜੇ ਇਹ 2 ਮੈਕੈਨਿਜ਼ਮ ਜਿਹੜੇ ਨੇ ਅਸੀਂ ਉੱਥੇ ਹਿਮਸ ਦੇ ਵਿੱਚ ਬਹੁਤ ਕਾਮਯਾਬੀ ਨਾਲ ਜਿਹੜੇ ਕੀਤੇ ਨੇ। ਮੈਂ ਸਮਝਦਾ ਦੁਨੀਆ 'ਚ ਪਹਿਲੀ ਵਾਰੀ ਇਹ ਗੱਲ ਹੋਈ ਹੈ ਕਿ ਉਹਦੇ ਅੰਦਰ ਅੱਛੇ ਰਿਜ਼ਲਟਸ ਆ ਰਹੇ ਹਨ। ਅੱਛੇ ਰਿਜ਼ਲਟਸ ਕਿਸੇ ਨੇ ਜਿਹੜੇ ਨੇ ਡਾਇਲਸਿਸ ਤੋਂ ਇਲਾਵਾ ਨਹੀਂ ਲਏ। ਬਿਨਾਂ ਡਾਇਲਸਿਸ ਤੋਂ ਡਾਇਲਸਿਸ ਵਾਲਾ ਕੰਮ ਹੋਣਾ, ਡਾਇਲਸਿਸ ਵਾਲਾ ਰਿਜ਼ਲਟ ਲੈਣਾ, ਉਹ ਮੇਰੇ ਖਿਆਲ 'ਚ ਪਹਿਲੀ ਵਾਰੀ ਹੋਇਆ, ਜਿਹੜਾ ਕਿ ਅਜੇ ਤੱਕ ਨੋਟਿਸ ਨਹੀਂ ਹੋਇਆ ਦੁਨੀਆ ਦੇ ਪੱਧਰ 'ਤੇ। ਲੇਕਿਨ ਤੁਸੀਂ ਵੀ ਉੱਤੇ ਵੀਡੀਓਜ਼ ਬਣਾਈਆਂ ਨੇ ਅਤੇ ਬਹੁਤ ਸਾਰੇ ਪੇਸ਼ੈਂਟ ਜਿਹੜੇ ਆ ਕੇ ਉਹਦੇ ਦਾਖਲ ਵੀ ਹੋ ਰਹੇ ਆ, ਫੁੱਲ ਹੈ ਲਗਭਗ ਹਸਪਤਾਲ ਉਹ। ਤਾਂ ਉਹ ਜਿਹੜਾ ਹਿਮਸ ਦਾ ਹਸਪਤਾਲ ਹੈ ਉਹ ਇਸ ਕੰਮ ਦਾ ਸੈਂਟਰ ਬਣ ਰਿਹਾ ਕਿਡਨੀ ਵਾਸਤੇ,
और मैं समझदा कि बड़े कारगर झट्टे होणगे और कोई जल्दी कोई ना कोई ਜਿਹੜੀ ਹੈ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵੀ ਇਹਨੂੰ ਨੋਟ ਕਰੇਗੀ ਅਤੇ ਇਸ ਚੀਜ਼ ਨੂੰ ਉਹਦਾ ਇੰਟਰਨੈਸ਼ਨਲ ਰਿਕਗਨੀਸ਼ਨ ਮਿਲੇਗੀ ਪੂਰੇ ਵਿਸ਼ਵ ਪੱਧਰ 'ਤੇ। ਬਹੁਤ ਲੋਕ ਆ ਰਹੇ ਆ ਦੂਰੋਂ ਦੂਰੋਂ ਜਿਹੜੇ ਲੋਕ ਇਹ ਕੰਮ ਨੂੰ ਕਰਨਾ ਚਾਹੁੰਦੇ ਆ ਅਤੇ ਇਹਦੇ ਹੋਰ ਸੈਂਟਰ ਵੀ ਬਣ ਰਹੇ ਆ। ਜੋਧਪੁਰ ਸੈਂਟਰ ਬਣਾ ਰਹੇ, ਡਾਕਟਰ ਬਿਸਰੂ ਰਾਏ ਚੌਧਰੀ ਬਣਾ ਰਹੇ ਆ, ਡਾਕਟਰ ਆਚਾਰਿਆ ਮਨੀਸ਼ ਬਾਕੀ ਆਪਣੇ ਕਲੀਨਿਕਾਂ 'ਚ ਇਹਨੂੰ ਲਾਗੂ ਕਰਨ ਦੀ ਜਿਹੜੀ ਪਲੈਨਿੰਗ ਕਰ ਰਹੇ ਆ। ਤਾਂ ਇਹ ਵੱਡੇ ਪੱਧਰ 'ਤੇ ਫੈਲ ਰਿਹਾ ਕਿਉਂਕਿ ਇਹ 'ਚ ਕਾਮਯਾਬੀ ਬਹੁਤ ਮਿਲੀ ਹੈ। ਚਲੋ ਇਹ ਤੁਸੀਂ ਦੱਸਤਾ ਵੀ ਕਿਡਨੀ ਜਿਹੜੀ ਕਿਵੇਂ ਖਰਾਬ ਹੁੰਦੀ ਹੈ, ਕਿਹੜੇ ਜਿਹੜੀਆਂ ਚੀਜ਼ਾਂ ਨੇ ਉਹਨੂੰ ਖਰਾਬ ਕਰ ਰਹੀਆਂ ਨੇ ਅਤੇ ਕਿੱਦਾਂ ਕਿਡਨੀ ਨੂੰ ਠੀਕ ਕਰ ਸਕਦੇ ਹਾਂ ਆਪਾਂ ਘਰ ਬੈਠੇ। ਹੁਣ ਥੋੜ੍ਹਾ ਜਿਹਾ ਪ੍ਰੀਵੈਂਟਿਵ ਮੈਜਰ ਵੀ ਦੱਸਦੀ ਹੈ ਵੀ ਜਿਹੜੇ ਲੋਕ ਜਿਨ੍ਹਾਂ ਦੀਆਂ ਕਿਡਨੀਆਂ ਠੀਕ ਨੇ, ਕਿਉਂਕਿ ਤੁਸੀਂ ਗਰਾਊਂਡ ਲੈਵਲ ਵਾਟਰ ਦੀ ਗੱਲ ਕੀਤੀ ਹੈ, ਗਰਾਊਂਡ ਲੈਵਲ ਵਾਟਰ ਦੀ ਸ਼੍ਰੀਲੰਕਾ ਦੀ ਗੱਲ ਕੀਤੀ ਹੈ ਵੀ ਡੀਪ ਗਰਾਊਂਡ ਲੈਵਲ ਵਾਟਰ ਜਿਹੜਾ ਉਹ ਖਰਾਬ ਕਰ ਰਿਹਾ ਕਿਡਨੀਆਂ ਨੂੰ। ਅਤੇ ਪੰਜਾਬ ਦੇ ਵਿੱਚ ਵੀ ਬੜਾ ਕੰਮ ਖਰਾਬ ਹੈ। ਪੰਜਾਬ ਦੇ ਵਿੱਚ ਵੀ ਪਾਣੀ ਜਿਹੜਾ ਬਹੁਤ ਡੂੰਘਾਈ ਦੇ ਵਿੱਚੋਂ ਕੱਢ ਕੇ ਲੋਕ ਪੀ ਰਹੇ ਨੇ, 300 ਫੁੱਟ ਕੱਢ ਕੇ ਇਹ ਕਹਿ ਕੇ ਪੀ ਰਹੇ ਨੇ ਕਿ ਇਹ ਤਾਂ ਜੀ ਬਹੁਤ ਡੂੰਘਾ ਕੱਢਿਆ ਗਿਆ, ਇਹ ਤਾਂ ਬੜਾ ਮਿੱਠਾ ਪਾਣੀ ਅਤੇ ਬੜਾ ਵਧੀਆ ਪਾਣੀ ਹੈਗਾ। ਇਹਦਾ ਵੀ ਫਰਕ ਹੋਣਾ ਚਾਹੀਦਾ ਕੁਛ। ਪੰਜਾਬ ਦੇ ਅੰਦਰ ਤਾਂ ਪਾਣੀ ਦਾ ਬਹੁਤ ਸੰਕਟ ਬਹੁਤ ਗੰਭੀਰ ਹੋ ਗਿਆ ਹੋਇਆ। ਪਾਣੀ ਦਾ ਜਿਹੜਾ ਮਾਲਵਾ ਬੈਲਟ, ਅੱਧੀ ਮਾਲਵਾ ਬੈਲਟ ਜਿਹੜੀ ਅਸੀਂ ਤਰਾਹੀ ਮੱਚੀ ਪਈ ਉੱਥੇ, ਉਹ ਤਾਂ ਪੀਣ ਵਾਲਾ ਪਾਣੀ ਹੈ ਨਹੀਂ ਗਾ। ਤਾਂ ਉਹ ਜਿਹੜਾ ਡੂੰਘਾ ਪਾਣੀ ਅਸੀਂ ਪੀ ਰਹੇ ਹਾਂ ਕਿਤੇ ਨਾ ਕਿਤੇ ਕੱਢ ਕੇ, ਬਹੁਤ ਖਤਰਨਾਕ ਪਾਣੀ ਹੁੰਦਾ। ਸਿਰਫ ਉੱਪਰਲੇ ਪੱਤਨਾਂ ਦਾ ਪਾਣੀ ਵਧੀਆ, ਇਕੱਲੇ ਸਵਾਦ ਦੀ ਗੱਲ ਨਹੀਂ ਹੈ। ਸਵਾਦ ਤਾਂ ਜੇ ਖਾਰਾ ਪਾਣੀ ਤਾਂ ਹੋਏਗਾ ਜੀ ਅੰਦਰ ਸਾਲਟ ਕੰਟੈਂਟ ਜਿਹੜਾ ਵੱਧ ਹੋਏਗਾ। ਜ਼ਰੂਰੀ ਨਹੀਂ ਵੀ ਜਿਹੜਾ ਮਿੱਠਾ ਪਾਣੀ ਹੈ ਉਹ ਥੋੜ੍ਹਾ ਜ਼ਹਿਰੀਲਾ ਪਾਣੀ ਨਹੀਂ ਹੋਏਗਾ, ਕਿਉਂਕਿ ਇਹੋ ਜਿਹੇ ਜ਼ਹਿਰ ਵੀ ਹੋ ਸਕਦੇ ਨਾ ਜਿਹੜੇ ਕਿ ਸਵਾਦ ਨਹੀਂ ਖਰਾਬ ਕਰ ਰਹੇ ਪਾਣੀ ਦਾ, ਲੇਕਿਨ ਉਹ ਫਿਰ ਵੀ ਜ਼ਹਿਰ ਹੋਣਗੇ ਕਿਉਂਕਿ ਯੂਰੇਨੀਅਮ ਹੋਏਗਾ, ਉਹ ਜਿਹੜੇ ਆਰਸੈਨਿਕ ਹੋਣਗੇ। ਇਹ ਪਾਣੀ ਦਾ ਟੇਸਟ ਨਹੀਂ ਖਰਾਬ ਕਰਦੇ। ਟੇਸਟ ਤਾਂ ਖਰਾਬ ਕਰਦਾ ਜਿਹੜੇ ਨਮਕ ਹੈ, ਨਮਕੀਨਪਣ ਹੈ ਜਾਂ ਹੈਵੀ ਹੈ ਪਾਣੀ। ਕੋਈ ਜ਼ਰੂਰੀ ਨਹੀਂ ਪਾਣੀ ਹੈਵੀ ਹੋਊਗਾ ਤਾਂ ਮੈਗਨੀਸ਼ੀਅਮ ਕੈਲਸ਼ੀਅਮ ਨਾਲ ਹੋਣਾ, ਜ਼ਰੂਰੀ ਮੈਗਨੀਸ਼ੀਅਮ ਕੈਲਸ਼ੀਅਮ ਜ਼ਿਆਦਾ ਹੋਣਾ ਉਸ ਪਾਣੀ 'ਚ। ਜਿਹੜਾ ਸਾਲਟਿਸ਼ ਹੋਣਾ ਹੈ ਤਾਂ ਉਹ ਸਾਲਟ ਦੇ ਨਾਲ ਹੋਣਾ। ਹੋ ਸਕਦਾ ਪਾਣੀ ਮਿੱਠਾ ਵੀ ਹੋਵੇ ਅਤੇ ਫਿਰ ਵੀ ਜ਼ਹਿਰੀਲਾ ਹੋਵੇ। ਯੂਰੇਨੀਅਮ ਤਾਂ ਨਹੀਂ ਤੁਸੀਂ ਰੋਕ ਸਕਦੇ ਨਾ। ਇਹ 400 ਫੁੱਟ ਤੋਂ 500 ਫੁੱਟ ਤੋਂ 700 ਫੁੱਟ ਤੋਂ ਪਾਣੀ ਲੈ 1000 ਫੁੱਟ ਤੋਂ ਲੈ ਰਹੇ ਲੋਕ ਪਾਣੀ। 1000 ਫੁੱਟ ਵਾਲਾ ਪਾਣੀ ਮੰਨ ਲਓ ਮਿੱਠਾ, ਯੂਰੇਨੀਅਮ ਤਾਂ ਪੱਕਾ ਹੋਊਗਾ, ਕਿਉਂ ਨਹੀਂ ਹੋਊਗਾ। 1000 ਫੁੱਟ 'ਤੇ ਜ਼ਮੀਨੀ ਮਿੱਟੀ ਟੌਕਸਿਕ ਹੈ ਸਾਰੀ, ਕਿਉਂਕਿ ਇਹ ਜ਼ਮੀਨ ਜਿਹੜੀ ਹੈ ਉਹਦੇ ਅੰਦਰ ਜਿਹੜਾ ਜ਼ਹਿਰ ਮੁਕਤ ਹੋਈ ਹੈ ਇਹ ਉਹ ਕੀਤੀ ਹੈ ਪੌਦਿਆਂ ਨੇ। ਤੁਸੀਂ ਵੱਧ ਤੋਂ ਵੱਧ ਜੜ੍ਹ ਕਿੰਨੀ ਥੱਲੇ ਜਾਂਦੀ ਹੋਊ ਹਿਸਾਬ ਲਾ ਲਓ, ਜਿੰਨਾ ਪੌਦਾ ਉੱਪਰ ਹੁੰਦਾ ਉਨੀ ਕੁ ਵੱਧ ਤੋਂ ਵੱਧ ਥੱਲੇ ਜਾਂਦੀ ਹੋਊਗੀ। ਉਨੀ ਵੀ ਜਾਂਦੀ ਜੜ੍ਹ ਦੀ ਜਿਹੜੀ ਚੌੜਾਈ ਤਾਂ ਉਨੀ ਹੁੰਦੀ ਆ ਜਿੰਨੀ ਕਨੋਪੀ ਹੁੰਦੀ ਆ ਦਰਖਤ ਦੀ। ਮਤਲਬ ਨੋਨ ਹੈ ਕਿ ਜਿੰਨੀ ਦਰਖਤ ਦੀ ਕਨੋਪੀ ਹੋਏਗੀ, ਚੌੜਾਈ ਹੋਏਗੀ, ਉਨੀ ਜੜ੍ਹ ਦੀ ਚੌੜਾਈ ਹੋਏਗੀ, ਤਾਂ ਉਹ ਦਰਖਤ ਖੜ੍ਹਾ ਰਹਿੰਦਾ। ਲੇਕਿਨ ਡੂੰਘਾਈ ਇੰਨੀ ਜ਼ਿਆਦਾ ਨਹੀਂ ਹੁੰਦੀ। ਡੂੰਘਾਈ ਵੱਧ ਤੋਂ ਵੱਧ 10-20 ਫੁੱਟ ਹੋਊ, 40 ਫੁੱਟ ਹੋਊ, 50 ਫੁੱਟ ਹੋਊ, ਬਸ ਇੰਨੀ ਕੁ ਹੁੰਦੀ ਹੈ। 100 ਫੁੱਟ ਹੋਊਗੀ ਅਤੇ ਪਾਣੀ ਲੈ ਰਿਹਾ 1000 ਫੁੱਟ ਤੋਂ। ਅਸੀਂ 1000 ਫੁੱਟ ਵਾਲੀ ਤਾਂ ਮਿੱਟੀ ਜਿਹੜੀ ਹੈ ਉੱਥੇ ਤਾਂ ਪਾਣੀ ਸ਼ੁੱਧ ਹੋ ਹੀ ਨਹੀਂ ਸਕਦਾ। ਤਾਂ ਪਾਣੀ ਉੱਥੇ ਤਾਂ ਬਹੁਤ ਖਤਰਨਾਕ ਕੈਮੀਕਲ ਨੇ ਜਿਹੜੇ ਕਿ ਜਿਹਨੂੰ ਅਸੀਂ ਪੀਵਾਂਗੇ, ਜਿਹਨੂੰ ਵਰਤਾਂਗੇ ਤਾਂ ਅਸੀਂ ਅਲਟੀਮੇਟਲੀ ਬਿਮਾਰ ਹੋਵਾਂਗੇ। ਇਸ ਕਰਕੇ ਪਾਣੀ ਦੀ ਪੰਜਾਬ ਦੇ ਅੰਦਰ ਤਾਂ ਇਸ ਵੇਲੇ ਪਾਣੀ ਦਾ ਸੰਕਟ ਜਿਹੜਾ ਉਹ ਭਰ ਜੋਬਣ 'ਤੇ ਆ। ਉਹ ਸਾਨੂੰ ਬਿਮਾਰ ਵੀ ਕਰ ਰਿਹਾ, ਸਾਡੀ ਮਿੱਟੀ ਨੂੰ ਵੀ ਬਿਮਾਰ ਕਰ ਰਿਹਾ, ਸਾਡੇ ਡੰਗਰਾਂ ਨੂੰ ਵੀ ਬਿਮਾਰ ਕਰ ਰਿਹਾ, ਸਾਡੀ ਪੂਰੀ ਦੀ ਪੂਰੀ ਇਕੋਲੋਜੀ ਨੂੰ ਜਿਹੜਾ ਤਬਾਹ ਕਰ ਰਿਹਾ। ਉਹਦੀਆਂ ਲਾਮਤਾਂ ਆਲਰੇਡੀ ਬਹੁਤ ਵੱਡੇ ਪੱਧਰ 'ਤੇ ਆ ਰਹੀਆਂ ਨੇ। ਔਰ ਅੱਜ ਵੀ ਸਵੇਰੇ ਸਾਡੀ ਡਿਸਕਸ਼ਨ ਸੀਗੀ, ਕੱਲ੍ਹ ਨੂੰ ਫੇਰ ਆ ਡਿਸਕਸ਼ਨ ਉਹਦੀ ਜਿਹੜੀ ਇਨਵਾਇਰਮੈਂਟਲ ਬਾਬਾ ਸੀਚੇਵਾਲ ਹੋਰਾਂ ਨਾਲ, ਅਤੇ ਅੱਜ ਸੀਗੀ। ਤਾਂ ਉਹ ਲਗਾਤਾਰ ਇਸ ਗੱਲ 'ਤੇ ਸੰਵਾਦ ਹੋ ਰਿਹਾ ਪੂਰੇ ਪੰਜਾਬ ਦੇ ਅੰਦਰ ਜਿਹੜੀ ਹਰ ਪਿੰਡ 'ਚ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਪਾਣੀ ਦਾ ਸੰਕਟ ਜਿਹੜਾ ਪੰਜਾਬ ਵਾਸਤੇ ਇੱਕ ਬਹੁਤ ਗੰਭੀਰ ਖਤਰਾ ਬਣ ਰਿਹਾ। ਤਾਂ ਇਹ ਮੈਂ ਸਮਝਦਾ ਕਿ ਸਾਰੇ ਕੰਮ ਸਾਡੇ ਕਰਨ ਵਾਲੇ ਨੇ। ਕੁਛ ਕੰਮ ਜਿਹੜੇ ਨੇ ਅਸੀਂ ਜਿਹੜੇ ਕੰਮ ਵੱਡੇ ਪੱਧਰ 'ਤੇ ਕਰਨ ਵਾਲੇ ਨੇ ਨੈਸ਼ਨਲ ਲੈਵਲ 'ਤੇ ਜਾਂ ਇੰਟਰਨੈਸ਼ਨਲ ਲੈਵਲ 'ਤੇ, ਕੁਛ ਸਾਡੇ ਸੂਬੇ ਦੇ ਲੈਵਲ 'ਤੇ ਕਰਨ ਵਾਲੇ ਨੇ, ਕੁਛ ਸਾਡੇ ਪਿੰਡਾਂ ਦੇ ਲੈਵਲ 'ਤੇ ਕਰਨ ਵਾਲੇ ਨੇ, ਕੁਛ ਸਾਡੇ ਪਰਿਵਾਰਾਂ ਦੇ ਅੰਦਰ ਨੇ ਜਿਹੜੇ ਕਿ ਅਸੀਂ ਖਾਣਾ ਠੀਕ ਕਰਨਾ। ਸੋ ਅਸੀਂ ਸਾਰੇ ਕੰਮ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੇ ਆਪਾਂ ਹੌਸਪੀਟਲ 'ਚ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਹਦੇ 'ਚ ਨੇਚਰ ਕਿਉਰ ਸੈਂਟਰ 'ਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪਰਿਵਾਰ ਦੇ ਲੈਵਲ 'ਤੇ ਖਾਣਾ ਠੀਕ ਕਰੋ। ਜੋ ਪਰਿਵਾਰ ਦੇ ਲੈਵਲ 'ਤੇ ਕਰ ਸਕਦੇ ਫੌਰੀ ਕਰੋ, ਕਿਉਂਕਿ ਫੌਰੀ ਨਾਲ ਐਟਲੀਸਟ ਕੁਛ ਰਿਲੀਫ ਮਿਲ ਰਿਹਾ। ਤੁਸੀਂ ਵੀ ਨੋਟ ਕੀਤਾ ਹੋਣਾ ਕਿ ਜਿਹੜੇ ਪੇਸ਼ੈਂਟ ਆਪਣੇ ਕੋਲ ਆ ਰਹੇ ਆ, ਫੌਰੀ ਵੀ ਜਿਹੜਾ ਅਸੀਂ ਕਰਦੇ ਹਾਂ ਕੁਛ, ਤਾਂ ਉਹਦੇ ਨਾਲ ਵੀ ਉਹ ਮਰੀਜ਼ ਜਿਹੜੇ ਤੰਦਰੁਸਤ ਹੋਣ ਲੱਗ ਜਾਂਦੇ ਆ। ਜਿਹੜੇ ਫੌਰੀ ਕਰਨ ਵਾਲੇ ਕੰਮ ਨੇ ਆਪਾਂ ਉਹ ਫੌਰੀ ਕਰੀਏ। ਜਿਹੜੇ ਕੁਛ 2-4 ਸਾਲ 5 ਸਾਲਾਂ ਦੀ ਪਲੈਨਿੰਗ ਵਾਲੇ ਨੇ ਉਹ ਵੀ ਕਰੀਏ, ਅਤੇ ਲੰਬੀ ਪਲੈਨਿੰਗ ਵਾਲੇ ਵੀ ਕਰੀਏ। ਸਾਰੇ ਇਕੱਠੇ ਕਰੀਏ ਤਾਂ ਕਿ ਉਹ ਨਾ ਹੋਵੇ ਵੀ ਅਸੀਂ ਇੱਕ ਪਾਸੇ ਲੱਗ ਜਾਈਏ, ਇੱਕ ਪਾਸੜ ਜਿਹੇ ਹੋ ਜਾਈਏ, ਅਤੇ ਕੱਲ੍ਹ ਨੂੰ ਸਾਨੂੰ ਪਤਾ ਲੱਗੇ ਵੀ ਤਾਂ ਉਹਦਾ ਕੰਮ ਮਿਸ ਹੀ ਹੋ ਗਿਆ। ਅਤੇ ਇਸ ਕਰਕੇ ਕੁਛ ਵੀ ਮਿਸ ਨਹੀਂ ਕਰਨਾ ਚਾਹੀਦਾ। ਹੁਣ ਸਾਡੇ ਕੋਲ ਸਮਾਂ ਬਹੁਤ ਥੋੜ੍ਹਾ। ਜੇ ਅਸੀਂ ਇੱਕ ਦੋ ਦਹਾਕੇ ਨਾ ਸੰਭਲੇ ਤਾਂ 1-2 ਦਹਾਕਿਆਂ 'ਚ ਸਾਡੇ ਕੋਲ ਡੈਮੇਜ ਇੰਨਾ ਜ਼ਿਆਦਾ ਹੋ ਜਾਣਾ ਕਿ ਫਿਰ ਉਹ ਸੰਭਾਲਿਆ ਨਹੀਂ ਜਾਣਾ। ਸੋ ਪੰਜਾਬ ਇਸ ਵੇਲੇ ਜਿਹੜਾ ਮਤਲਬ ਤਬਾਹੀ ਦੇ ਕਗਾਰ 'ਤੇ ਬੈਠਾ।
ਤੇ ਉਹਦੇ ਗੁਰਦਿਆਂ ਦਾ ਜਿਹੜਾ ਵੱਡੇ ਪੱਧਰ ਤੇ ਫੇਲ ਹੋਣਾ ਉਸ ਤਬਾਹੀ ਦਾ ਇੱਕ ਅਲਾਮਤ ਹੈ, ਉਸੇ ਤਬਾਹੀ ਦੀ ਇੱਕ ਅਲਾਮਤ ਹੈ। ਤੇ ਸਾਨੂੰ ਬਹੁਤ ਸੰਭਲਣਾ ਚਾਹੀਦਾ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਸਾਰੇ ਜਣੇ ਇਸ ਗੱਲ ਨੂੰ ਬਹੁਤ ਗਹਿਰਾਈ 'ਚ ਜਾ ਕੇ ਸਮਝੀਏ, ਇੱਕ ਬਹੁਤ ਸੰਵਾਦ ਰਚਾਈਏ। ਪੰਜਾਬ ਦੇ ਪਿੰਡ ਪਿੰਡ, ਗਲੀ ਗਲੀ, ਮਹੱਲੇ ਮਹੱਲੇ, ਸੱਥਾਂ ਦੇ ਅੰਦਰ ਇੱਕ ਬਹਿਸ ਹੋਣੀ ਚਾਹੀਦੀ ਹੈ ਕਿ ਇਹ ਸਾਰੇ ਸਾਡੇ ਆਲੇ ਦੁਆਲੇ ਜੋ ਵਾਪਰ ਰਿਹਾ, ਕੀ ਵਾਪਰ ਰਿਹਾ, ਤੇ ਇਹਨੂੰ ਅਸੀਂ ਕਿਵੇਂ ਵਾਪਸ ਲਿਆਉਣਾ, ਕਿਵੇਂ ਆਪਣੇ ਪਰਿਵਾਰਾਂ ਦੇ ਅੰਦਰ ਤੰਦਰੁਸਤੀ ਫੈਲਾਉਣੀ ਹੈ, ਕਿਵੇਂ ਜਿਹੜੇ ਖੁਸ਼ੀਆਂ ਖੇੜਿਆਂ ਭਰਿਆ ਪੰਜਾਬ ਤੇ ਵਧੀਆ ਮਿੱਟੀ, ਵਧੀਆ ਪਾਣੀ, ਹਰਿਆ ਭਰਿਆ ਤੇ ਜਿਹੜਾ ਤੇ ਨੱਚਦਾ ਟੱਪਦਾ ਪੰਜਾਬ ਚਾਹੀਦਾ। ਉਹ ਤਾਂ ਹੀ ਸੰਭਵ ਹੈ ਜੇ ਅਸੀਂ ਜਾਗਦੇ ਹੋਵਾਂਗੇ, ਤੇ ਜੇ ਅਸੀਂ ਨਾ ਜਾਗੇ ਤਾਂ ਫਿਰ ਅੱਗੇ ਆਉਣ ਵਾਲਾ ਸਮਾਂ ਜਿਹੜਾ ਬਹੁਤ ਤਬਾਹਕੁਨ ਹੋਵੇਗਾ। ਡਾਕਟਰ ਸਾਹਿਬ, ਜਾਂਦੇ ਜਾਂਦੇ ਹਰ ਵਾਰੀ ਮੈਂ ਇੱਕ ਸਵਾਲ ਜ਼ਰੂਰ ਪੁੱਛਦਾ ਹੁੰਦਾ ਕਿ ਕਿਡਨੀ ਨੂੰ ਠੀਕ ਕਰਨ ਲਈ, ਰਿਵਰਸ ਕਰਨ ਲਈ ਕੋਈ ਘਰੇਲੂ ਅਜਿਹਾ ਨੁਸਖਾ, ਜਿਵੇਂ ਰਸੋਈ 'ਚ ਪਈ ਕੋਈ ਚੀਜ਼, ਜਿਸ ਤਰ੍ਹਾਂ ਤੁਸੀਂ ਹਰ ਵਾਰੀ ਕੁਛ ਨਾ ਕੁਛ ਨਵੀਂ ਚੀਜ਼ ਦੱਸ ਕੇ ਜਾਂਦੇ ਹੋ, ਮੇਥੀ ਦਾਣਿਆਂ ਨਾਲ ਆਪਾਂ ਗੋਡਿਆਂ ਦੀ ਜਿਹੜੇ ਜੋੜਾਂ ਦਰਦਾਂ ਨੂੰ ਠੀਕ ਕਰ ਸਕਦੇ ਹਾਂ, ਬੜੀਆਂ ਚੀਜ਼ਾਂ ਤੁਸੀਂ ਦੱਸਦੇ ਹੋ। ਕਿਡਨੀ ਨੂੰ ਵੀ ਕਿਡਨੀ ਜਿਹੜੀ ਖਰਾਬ ਹੋ ਰਹੀ ਹੈ, ਉਸ ਨੂੰ ਵੀ ਰਿਵਰਸ ਕਰਨ ਲਈ ਕੋਈ ਅਜਿਹਾ ਚੀਜ਼ ਹੈ? ਵਧੀਆ ਭੋਜਨ ਤਾਂ ਹੈ ਹੀ ਹੈ, ਉਹਦੇ ਤਾਂ ਕੋਈ ਸ਼ੱਕ ਨਹੀਂ ਹੈ। ਉਸ ਤੋਂ ਬਾਅਦ ਜਿਹੜੇ ਦਵਾ ਪੌਦੇ ਲਗਭਗ ਸਾਰੇ ਬਹੁਤ ਕਾਰਗਰ ਨੇ, ਲੇਕਿਨ ਬਹੁਤ ਸਾਰੇ ਇਵਨ ਧਨੀਆ ਜਿਹੜਾ ਫਾਰ ਐਗਜ਼ਾਮਪਲ, ਧਨੀਆ ਬਹੁਤ ਵਧੀਆ ਕਾਰਗਰ ਹੈ ਜੇ ਆਪਾਂ ਕੋਈ ਕਿਡਨੀ ਵਾਸਤੇ। ਤੇ ਗੋਖਰੂ ਜਿਹੜਾ, ਹਾਂ ਗੋਖਰੂ ਬੂਟੀ ਹੈ, ਪਖੜਾ ਕਹਿ ਦਿੰਦੇ ਇਹਨੂੰ, ਉਹ ਈਜ਼ੀਲੀ ਅਵੇਲੇਬਲ ਹੈ, ਸਾਡੇ ਪੰਸਾਰੀਆਂ ਕੋਲ ਅਵੇਲੇਬਲ ਹੈ। ਗੋਖਰੂ ਦਾ ਪਾਣੀ ਰਾਤ ਨੂੰ ਚਮਚਾ ਭਿਉਂ ਕੇ ਰੱਖ ਦਿਓ, ਸਵੇਰੇ ਪੀ ਲਓ, ਤੇ ਗੁਰਦਿਆਂ ਵਾਸਤੇ ਬਹੁਤ ਵਧੀਆ। ਪੱਥਰ ਚੱਟ, ਤੁਹਾਡੇ ਸਾਹਮਣੇ ਖੜਾ ਪੱਤਾ, ਤੁਸੀਂ ਜਿੱਥੇ ਬੈਠੇ ਹੋ ਪਿੱਛੇ ਦੇਖੋ, ਪਿੱਛੇ ਪੱਥਰ ਚੱਟ ਪਿਆ। ਤਾਂ ਪੱਥਰ ਚੱਟ ਦਾ ਪੌਦਾ ਜਿਹੜਾ, ਇਹ ਬੜੀ ਕਮਾਲ ਦੀ ਚੀਜ਼ ਹੈ ਗੁਰਦਿਆਂ ਵਾਸਤੇ, ਪੱਥਰੀ ਬਣਨ ਨਹੀਂ ਦਿੰਦਾ। ਔਰ ਕਿਵੇਂ ਕੀ ਕਰਨਾ? ਬਹੁਤ ਉਹਦਾ ਇੱਕ ਪੱਤਾ ਤੋੜ ਕੇ ਸਵੇਰੇ ਖਾ ਲਓ, ਇੱਕ ਸ਼ਾਮ ਨੂੰ ਖਾ ਲਓ, 3 ਪੱਤੇ ਤੱਕ ਵੀ ਖਾ ਸਕਦੇ ਆਪਾਂ। 3 ਪੱਤੇ ਪੱਥਰ ਚੱਟ ਦੇ ਆਪਾਂ ਖਾ ਲਈਏ, ਕੋਈ ਨੁਕਸਾਨ ਨਹੀਂ ਹੁੰਦਾ ਸਾਨੂੰ। 3 ਪੱਤੇ ਸਵੇਰੇ, 3 ਸ਼ਾਮ ਨੂੰ। ਪੱਥਰੀ ਹੈਗੀ ਉਹ ਵੀ ਕੱਢ ਦੇਗਾ, ਤੇ ਦੂਜੀ ਗੱਲ ਜੇ ਨਹੀਂ ਹੈਗੀ ਤਾਂ ਬਣਨ ਨਹੀਂ ਦੇਗਾ। ਸੋ ਪੱਥਰ ਚੱਟ ਹੋ ਗਿਆ, ਗੋਖਰੂ ਹੋ ਗਿਆ, ਧਨੀਆ ਹੋ ਗਿਆ, ਇਹ ਗੁਰਦਿਆਂ ਦੇ ਐਂਗਲ ਤੋਂ ਜੇ 3 ਪਲਾਂਟ ਨੇ, ਇਹ ਬਹੁਤ ਵਧੀਆ। ਧਨੀਆ ਦਾ ਪਾਣੀ ਪੀ ਸਕਦੇ ਆ, ਧਨੀਆ ਦਾ ਚਮਚਾ ਭਿਉਂ ਕੇ ਰੱਖ ਦਿਓ, ਸਵੇਰੇ ਪਾਣੀ ਪੀ ਲਓ। ਹਫ਼ਤਾ ਧਨੀਆ ਪੀਓ, ਹਫ਼ਤਾ ਗੋਖਰੂ ਪੀਓ ਜੇ ਗੁਰਦਿਆਂ ਦੀ ਕੋਈ ਪ੍ਰੋਬਲਮ ਹੈਗੀ, ਤੇ ਨਾਲ ਪੱਥਰ ਚੱਟ ਖਾ ਲਓ। ਤਾਂ ਇਸ ਤਰ੍ਹਾਂ ਦੇ ਸਾਡੇ ਕੋਲ ਕੁਦਰਤ ਨੇ ਬਹੁਤ ਵੱਡੀਆਂ ਨਿਆਮਤਾਂ ਦਿੱਤੀਆਂ ਹੋਈਆਂ ਨੇ, ਤਾਂ ਉਹ ਜਿਹੜੀਆਂ ਨਿਆਮਤਾਂ ਨੂੰ ਆਪਾਂ ਨੂੰ ਪਛਾਣਨ ਦੀ ਲੋੜ ਹੈ, ਤੇ ਉਹਨੂੰ ਜ਼ਿੰਦਗੀ 'ਚ ਲੈ ਕੇ ਆਉਣ ਦੀ ਲੋੜ ਹੈ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਪੂਰੇ ਵਿਸਥਾਰ ਦੇ ਨਾਲ ਜਿਹੜੀ ਜਾਣਕਾਰੀ ਦਿੱਤੀ ਹੈ। ਤੇ ਦਰਸ਼ਕਾਂ ਨਾਲ ਇਹ ਵਾਅਦਾ ਹੈ ਕਿ ਅਗਲੇ ਐਪੀਸੋਡ ਨੰਬਰ 24 ਦੇ ਵਿੱਚ ਅਸੀਂ ਲੀਵਰ ਦੀ ਗੱਲ ਕਰਾਂਗੇ। ਕਿ ਕੋਈ ਸ਼ੁਰੂਆਤ ਦੇ ਵਿੱਚ ਅਸੀਂ ਗੱਲ ਸੋਚਿਆ ਸੀਗਾ ਵੀ ਲੀਵਰ ਨੂੰ ਵੀ ਇਹਦੇ ਵਿੱਚ ਲੈ ਲਾਂਗੇ, ਪਰ ਕਿਡਨੀ ਦਾ ਵਿਸ਼ਾ ਇੰਨਾ ਵੱਡਾ ਸੀਗਾ ਕਿ ਇਸ ਨੂੰ ਇੱਕ ਦੇ ਵਿੱਚ ਸਮਾਉਣਾ ਜਿਹੜਾ ਔਖਾ ਲੱਗ ਰਿਹਾ ਸੀ। ਤਾਂ ਹੀ ਅਸੀਂ ਜਿਹੜਾ ਇਸ ਨੂੰ ਇੱਕ ਦੇ ਵਿੱਚੋਂ ਕਰਕੇ ਤੇ ਦੂਜੇ ਪਾਰਟ ਦੇ ਵਿੱਚ ਹੁਣ ਆਪਾਂ ਜਾਵਾਂਗੇ। ਅਗਲੇ ਪਾਰਟ ਦੇ ਵਿੱਚ ਆਪਾਂ ਲੀਵਰ ਦੀ ਗੱਲ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਸਾਨੂੰ ਡਾਕਟਰ ਅਮਰ ਸਿੰਘ ਆਜ਼ਾਦ ਜਾਣਕਾਰੀ ਦਿੱਤੀ ਹੈ ਵੀ ਕਿਡਨੀ ਯਾਨੀ ਗੁਰਦੇ ਅਹਿਮ ਅੰਗ ਨੇ, 2 ਲਾਏ ਨੇ ਰੱਬ ਨੇ, ਇੱਕ ਰਿਜ਼ਰਵ ਪਹਿਲਾਂ ਭੇਜਿਆ, ਪਰ ਤਰਾਸਦੀ ਇਹ ਹੈ ਕਿ ਅਸੀਂ ਹਰ ਰਿਜ਼ਰਵ ਚੀਜ਼ ਨੂੰ ਵੀ ਖਰਾਬ ਕਰ ਬੈਠਦੇ ਹਾਂ। ਸਾਡੇ ਖਾਣੇ ਪੀਣੇ ਅਜਿਹੇ ਹੋ ਗਏ, ਸਾਡਾ ਵਾਤਾਵਰਨ ਅਜਿਹਾ ਹੋ ਗਿਆ, ਪਾਣੀ ਅਜਿਹਾ ਹੋ ਗਿਆ, ਸੋਚ ਅਜਿਹੀ ਹੋ ਗਈ ਕਿ ਅੰਗਾਂ ਦੇ ਉੱਤੇ ਅਸਰ ਪੈਣਾ ਲਾਜ਼ਮੀ ਹੈ। ਸਭ ਤੋਂ ਵੱਡਾ ਅਸਰ ਪਾ ਰਹੀ ਹੈ ਜਿਹੜੀ ਸ਼ੂਗਰ, ਡਾਇਬਟੀਜ਼, ਫਿਰ ਸਾਡਾ ਪਾਣੀ ਜਿਹੜਾ ਖਰਾਬ ਪਾਣੀ ਅਸੀਂ ਪੀ ਰਹੇ ਹਾਂ, ਫਿਰ ਕੈਲਸ਼ੀਅਮ, ਫਿਰ ਹੋਰ ਖਾਣੇ, ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਨੇ ਜਿਹੜੀਆਂ ਕਿ ਸਾਡੀ ਬਾਡੀ ਦੇ ਅੰਦਰ ਦੇ ਅੰਗਾਂ ਨੂੰ ਖਰਾਬ ਕਰ ਰਹੀਆਂ। ਅਤੇ ਜੇਕਰ ਅੰਗ ਖਰਾਬ ਹੁੰਦੇ ਨੇ ਤਾਂ ਉਹਨਾਂ ਨੂੰ ਠੀਕ ਕਰਨ ਲਈ ਜਿਹੜੀਆਂ ਦਵਾਈਆਂ ਲੈਂਦੇ ਹਾਂ, ਉਹ ਦਵਾਈਆਂ ਵੀ ਸਾਡੀ ਜਿਹੜੀ ਆ ਕਿਡਨੀਆਂ ਦੇ ਉੱਤੇ ਬਹੁਤ ਵੱਡਾ ਅਸਰ ਪਾਉਂਦੀਆਂ ਨੇ। ਪੇਨ ਕਿਲਰ ਦਵਾਈਆਂ ਜਿਹੜੀਆਂ ਨੇ ਉਹ ਇੱਕ ਦੁਸ਼ਮਣ ਮੰਨੀਆਂ ਜਾਂਦੀਆਂ ਨੇ ਗੁਰਦਿਆਂ ਦੀਆਂ, ਅਤੇ ਉਹ ਅਣਜਾਣੇ ਅਸੀਂ ਦਰਦ ਕਿਤੇ ਹੋ ਰਿਹਾ ਹੁੰਦਾ, ਅਸੀਂ ਦਾਣਿਆਂ ਵਾਂਗੂ ਗੋਲੀਆਂ ਖਾਈ ਜਾਂਦੇ ਹਾਂ, ਅਤੇ ਉਹ ਕਿਤੇ ਨਾ ਕਿਤੇ ਜਾ ਕੇ ਗੁਰਦਿਆਂ ਨੂੰ ਵੀ ਖਰਾਬ ਕਰ ਦਿੰਦੀਆਂ ਨੇ। ਡਾਕਟਰ ਸਾਹਿਬ ਨੇ ਅੱਜ ਪੂਰੇ ਵਿਸਥਾਰ ਦੇ ਨਾਲ ਦੱਸਿਆ ਕੀ ਕਾਰਨ ਨੇ, ਕਿਵੇਂ ਅਸੀਂ ਠੀਕ ਕਰ ਸਕਦੇ ਹਾਂ, ਅੰਤ ਵਿੱਚ ਘਰੇਲੂ ਉਪਾਅ ਵੀ ਦੱਸੇ ਨੇ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ, ਅਤੇ ਜੇ ਪਸੰਦ ਆਈ ਹੈ ਅਤੇ ਜਿੰਨਾ ਪਿਆਰ ਤੁਸੀਂ ਪਿਛਲੀ ਵੀਡੀਓ ਨੂੰ ਦਿੱਤਾ ਹੈ, ਇੰਨਾ ਹੀ ਪਿਆਰ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੀ ਦੇ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋਗੇ, ਕਿਉਂਕਿ ਤੁਸੀਂ ਵੀ ਸਮਾਜ ਨੂੰ ਪਿਆਰ ਕਰਨ ਵਾਲੇ ਹੋ, ਅਤੇ ਇਹ ਜ਼ਰੂਰ ਚਾਹੋਗੇ ਕਿ ਕਿਸੇ ਹੋਰ ਦਾ ਵੀ ਭਲਾ ਹੋਵੇ। ਜੇ ਕੋਈ ਕਿਡਨੀ ਦਾ ਮਰੀਜ਼ ਘਰ ਬੈਠਾ ਹੈ, ਜਾਂ ਤੁਹਾਨੂੰ ਕਿਸੇ ਦਾ ਸ਼ੱਕ ਹੈ ਵੀ ਉਹਦੇ ਕਿਡਨੀ ਨੂੰ ਸ਼ਾਇਦ ਪ੍ਰੋਬਲਮ ਨਾ ਆ ਜਾਵੇ, ਤਾਂ ਉਸ ਨੂੰ ਤੁਸੀਂ ਇਹ ਸ਼ੇਅਰ ਕਰਕੇ ਚੇਤੰਨ ਕਰ ਸਕਦੇ ਹੋ, ਉਸ ਨੂੰ ਇਹ ਸ਼ੇਅਰ ਕਰਕੇ ਮਦਦ ਕਰ ਸਕਦੇ ਹੋ ਕਿ ਉਹ ਘਰ ਬੈਠੇ ਹੀ ਆਪਣਾ ਜਿਹੜਾ ਇਲਾਜ ਕਰਕੇ ਆਪਣੇ ਖਰਾਬ ਹੋਏ ਗੁਰਦਿਆਂ ਨੂੰ ਰਿਵਰਸ ਕਰ ਸਕੇ। ਅਤੇ ਜੇਕਰ ਅਜਿਹਾ ਹੁੰਦਾ ਤਾਂ ਅਸੀਂ ਸਮਝਾਂਗੇ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ
ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।